ठीक है जी, ਉਹ ਕਰਤਾ ਬੰਦਾ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਰੇਡੀਓ ਵੈਬ ਚੈਨਲ ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰੋਤਿਓ, ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਦੁਨੀਆ ਭਰ ਦੇ ਵਿੱਚ ਇੱਕ ਲਗਭਗ ਤੈਅ ਰੂਪ ਵਿੱਚ ਤੀਜਾ ਵਿਸ਼ਵ ਯੁੱਧ ਜਿਹੜਾ ਆ ਉਹ ਆਰੰਭ ਹੋ ਗਿਆ ਆ। ਜਿਹੜਾ ਤੀਜਾ ਵਿਸ਼ਵ ਯੁੱਧ ਆ ਉਹਦੇ ਵਿੱਚ ਇੱਕ ਆਰ ਪਾਰ ਦੀ ਲੜਾਈ ਤੇ ਦੁਨੀਆ ਭਰ ਦੇ ਮੁਲਕ ਜਿਹੜੇ ਆ ਉਹ ਪੱਬਾਂ ਭਾਰ ਹੋ ਕੇ ਇਹਨਾਂ ਚੱਲ ਰਹੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਔਰ ਦੁਨੀਆ ਭਰ ਦੇ ਵਿਕਸਿਤ ਮੁਲਕ, ਯੂਰਪੀਅਨ ਮੁਲਕ, ਅਮਰੀਕਾ ਦੇ ਵਿੱਚ ਇੰਗਲੈਂਡ, ਸਪੇਨ, ਜਰਮਨੀ, ਹੋਰ ਬਹੁਤਾਤ ਗਿਣਤੀ ਵਿੱਚ ਜਿਹੜੇ ਮੁਲਕ ਆ ਉਹਨਾਂ ਦੇ ਜਿਹੜੇ ਪ੍ਰਬੰਧਕੀ ਢਾਂਚੇ ਦੇ ਮੁੱਖ ਮੰਤਰੀ ਆ, ਰਾਜ ਭਾਗ ਨੂੰ ਚਲਾਉਣ ਵਾਲੇ ਆ, ਉਹ ਬਹੁਤ ਦਿਨ ਰਾਤ ਆਪਣੀ ਪੁਰਜ਼ੋਰ ਕੋਸ਼ਿਸ਼ ਦੇ ਨਾਲ ਡਾਕਟਰਾਂ, ਵਿਗਿਆਨੀਆਂ ਦੀਆਂ ਟੀਮਾਂ ਲੈ ਕੇ ਇਸ ਬਿਮਾਰੀ ਦੇ ਰੋਕਥਾਮ ਵਾਸਤੇ ਦਿਨ ਰਾਤ ਲੱਗੇ ਹੋਏ ਨੇ ਔਰ ਇਹ ਸਮੁੱਚੇ ਵਰਤਾਰੇ ਦੇ ਵਿੱਚ ਸਿੱਖ ਕੌਮ ਆਪਣੀ ਇੱਕ ਵਿਸ਼ੇਸ਼ ਖਾਸ ਤਬੀਅਤ ਦੇ ਮੁਤਾਬਕ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਨੂੰ ਥੈਂ ਟਿਕਾਣਾ ਮਿਲਦਾ ਤੇ ਦਰ ਦਰ ਖੜਕਾ ਕੇ, ਬੂਹਾ ਖੜਕਾ ਕੇ, ਜੇ ਇਵੇਂ ਕਹਿ ਲਓ ਕਿ ਕਿਸੇ ਜ਼ਮਾਨੇ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੁੰਦੀ ਵੀ ਮੌਤ ਦਾ ਖੱਫਣ ਸਿਰ ਤੇ ਬੰਨ੍ਹ ਕੇ ਤੁਰਨਾ ਪੈਣਾ, ਤੇ ਅੱਜ ਇਹ ਤੀਜੇ ਵਿਸ਼ਵ ਯੁੱਧ ਦੇ ਜਿਹੜੇ ਹਾਲਾਤ ਬਣੇ ਆ, ਸਿੱਖ ਜਿਹੜੇ ਆ ਉਹ ਦੁਨੀਆ ਦੇ ਵਿੱਚ ਸਿਰ ਤੇ ਖੱਫਣ ਬੰਨ੍ਹ ਕੇ ਇਸ ਭਿਆਨਕ ਬਿਮਾਰੀ ਦੀ ਚਾਰ ਚਫੇਰੇ, ਜਦੋਂ ਰੋਜ਼ ਦੀਆਂ ਹਜ਼ਾਰ ਦੇ 2-2 ਹਜ਼ਾਰ 3-3 ਹਜ਼ਾਰ ਮੌਤਾਂ ਹੋ ਰਹੀਆਂ ਨੇ, ਉਸ ਸਮੇਂ ਦੇ ਦੌਰਾਨ ਲੋਕਾਂ ਨੂੰ ਦਵਾਈਆਂ ਵੰਡ ਰਹੇ ਨੇ, ਪ੍ਰਸ਼ਾਦੇ ਵੰਡ ਰਹੇ ਨੇ, ਦੁਖੀਆਂ ਤੇ ਦਰਦੀਆਂ ਦੀਆਂ ਜਿਹੜੀਆਂ ਆ ਅਸੀਸਾਂ ਲੈ ਰਹੇ ਨੇ, ਗੁਰੂ ਪਾਤਸ਼ਾਹ ਦੀ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਕਮਾ ਰਹੇ ਨੇ ਦੁਨੀਆ ਦੇ ਵਿੱਚ। ਔਰ ਅਸੀਂ ਏਕ ਨੂਰ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਹੇ ਸੱਚੇ ਪਾਤਸ਼ਾਹ, ਮਾਨਵਤਾ ਦੇ ਭਲੇ ਵਾਸਤੇ ਜਿਤਨੇ ਵੀ ਡਾਕਟਰ, ਵਿਗਿਆਨੀ ਜਾਂ ਸੇਵਾਦਾਰ ਲੰਗਰ ਵਰਤਾ ਰਹੇ ਨੇ ਜਾਂ ਦਵਾਈਆਂ ਦੇ ਰਹੇ ਨੇ, ਕੋਈ ਘਰਾਂ ਦੇ ਵਿੱਚ ਬੀਬੀਆਂ ਬੈਠੀਆਂ ਜਿਹੜੀਆਂ ਮਾਸਕ ਵੀ ਬਣਾ ਰਹੀਆਂ, ਜਿਹੜੇ ਵੀ ਜਿੱਥੇ ਜਿੱਦਾਂ ਜਿਵੇਂ ਦੀਆਂ ਸੇਵਾਵਾਂ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਉੱਤੇ ਮਿਹਰ ਭਰਿਆ ਰੱਖੀ ਤੇ ਉਹਨਾਂ ਦੀ ਸੇਵਾ ਇਸ ਮਨੁੱਖਤਾ ਦੇ ਭਲਾਈ ਦੇ ਕਾਰਜ ਵਾਸਤੇ ਆਪਣੇ ਥਾਂ ਪਾਇਓ। ਜਿੱਥੇ ਸਮੁੱਚੀ ਸਿੱਖ ਕੌਮ ਪੱਬਾਂ ਭਾਰ ਹੋ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਸ ਮਹਾਮਾਰੀ ਦੇ ਵਿੱਚੋਂ ਪੈਦਾ ਹੋਈ ਭੁੱਖਮਾਰੀ ਦੀ ਜਿਹੜੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ, ਉੱਥੇ ਸਤਿਕਾਰਯੋਗ ਸਾਡੇ ਸਿੱਖ ਕੌਮ ਦੇ ਅਜਿਹੇ ਪ੍ਰਚਾਰਕ ਜਿਨ੍ਹਾਂ ਨੇ ਆਪਣੇ ਨਾਂ ਦੇ ਨਾਲ ਖੁਦ ਹੀ ਇਹ ਲਕਬ ਜੋੜ ਲਿਆ ਕਿ ਅਸੀਂ ਸੱਚ ਦੇ ਪ੍ਰਚਾਰਕ ਹਾਂ, ਅਸੀਂ ਸੱਚ ਬੋਲਦੇ ਹਾਂ, ਸਾਡੀ ਸੱਚ ਦੀ ਗੱਲ ਜਿਹੜੀ ਲੋਕਾਂ ਨੂੰ ਤਾਂ ਕੌੜੀ ਲੱਗਦੀ ਆ, ਕਿਉਂ? ਇਸੇ ਕਰਕੇ ਦੁਨੀਆ ਉਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀ। ਅਸੀਂ ਦੁਨੀਆ ਦੀਆਂ ਦੁਕਾਨਾਂ ਬੰਦ ਕਰਾ ਦੇਣੀਆਂ ਆ, ਅਸੀਂ ਦੁਨੀਆ ਨੂੰ ਖੂੰਜੇ ਲਾ ਦੇਣਾ ਆ, ਅਸੀਂ ਪਖੰਡਵਾਦ ਦਾ ਅੰਤ ਕਰ ਦੇਣਾ ਆ, ਅਸੀਂ ਦੁਨੀਆ ਦੇ ਵਿੱਚ ਇੱਕ ਵੱਖਰੀ ਪ੍ਰਗਤੀਵਾਦੀ ਸੋਚ ਨੂੰ ਲੈ ਕੇ ਆਉਣਾ ਆ। ਇਹ ਸਾਰਾ ਜਿਹੜਾ ਵਰਤਾਰਾ ਆ ਇਹ ਪਰਮੇਸ਼ਰ ਦੁਆਰ ਢੰਡਰੀਆਂ ਵਾਲਿਆਂ ਦੇ ਸਥਾਨ ਤੋਂ ਪ੍ਰਚਾਰ ਦਾ ਹੁੰਦਾ ਆ, ਤੇ ਦੂਸਰੇ ਪੱਖੀ ਜਿਹੜੇ ਸੰਪਰਦਾਵਾਂ, ਸੰਤ ਮਹਾਤਮਾ ਜਾਂ ਹੋਰ ਸੰਸਥਾਵਾਂ ਨੇ ਜਿਹੜੀਆਂ ਇਸ ਵੇਲੇ ਪੱਬਾਂ ਭਾਰ ਹੋ ਕੇ ਸਮੁੱਚੀ ਮਾਨਵਤਾ ਦੀ ਸੇਵਾ ਕਰ ਰਹੀਆਂ ਨੇ, ਤੇ ਉਹਨਾਂ ਨੂੰ ਜਾਣੀ ਕਿ ਪਾਣੀ ਦਾ ਘੁੱਟ ਪੀ ਕੇ ਕੋਸਿਆ ਜਾਂਦਾ ਆ, ਉਹਨਾਂ ਨੂੰ ਮਾੜੇ ਕਿਹਾ ਜਾਂਦਾ ਆ। ਇਹਨਾਂ ਹਾਲਾਤਾਂ ਦੇ ਦੌਰਾਨ ਇੱਕ ਬੜੀ ਅਸਚਰਜ ਜਿਹੀ ਗੱਲ ਸਾਹਮਣੇ ਆਈ ਆ ਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਮੈਂ ਪਿਛਲੇ ਦਿਨਾਂ ਤੋਂ ਕਈ ਦੇਖ ਰਿਹਾ ਸੀਗਾ, ਭਾਈ ਰਣਜੀਤ ਸਿੰਘ ਹੋਣਾ ਦੀਆਂ ਇੰਟਰਵਿਊ ਵਗੈਰਾ ਆ ਰਹੀਆਂ ਸੀਗੀਆਂ, ਤੇ ਮੈਂ ਉਹ ਦੇਖ ਇਹ ਰਿਹਾ ਸੀਗਾ ਕਿ ਜਦੋਂ ਕਿਸੇ ਮਨੁੱਖ ਨੂੰ ਡਿਪਰੈਸ਼ਨ ਹੁੰਦਾ ਆ ਤੇ ਉਹਦੀ ਡਿਪਰੈਸ਼ਨ ਦੀ ਨਿਸ਼ਾਨੀ ਪਤਾ ਕੀ ਹੁੰਦੀ ਆ? ਡਿਪਰੈਸ਼ਨ ਦੇ ਵਿੱਚ ਜਾ ਕੇ ਮਨੁੱਖ ਦੀ ਮਾਨਸਿਕਤਾ ਇੱਕ ਗੱਲ ਦੇ ਉੱਤੇ ਅੜ ਜਾਂਦੀ ਆ ਤੇ
ਉਹ ਨਾ ਉਸ ਗੱਲ ਤੋਂ ਪਾਰ ਦੀ ਗੱਲ ਨੂੰ ਸੋਚ ਸਕਦਾ ਆ ਤੇ ਨਾ ਉਹ ਤੋਂ ਉਰਲੇ ਪਾਸੇ ਦੀ ਗੱਲ ਨੂੰ ਸੋਚ ਸਕਦਾ। ਜਦੋਂ ਕਿਸੇ ਮਨੁੱਖ ਦੀ ਮਾਨਸਿਕਤਾ ਇੱਕ ਪੁਆਇੰਟ ਤੇ ਆਣ ਕੇ ਖੜ ਜਾਵੇ ਤੇ ਉਹਦੇ ਦੁਆਲੇ ਚੱਕਰ ਦੇਈ ਚੱਲੇ, ਜਿਵੇਂ ਹਲਟ ਦੇ ਦੁਆਲੇ ਬੌਲਦ ਗੇੜੇ ਦਿੰਦਾ, ਗੇੜੀ ਦੇ ਦੁਆਲੇ ਇੱਕ ਬੌਲਦ ਗੇੜੇ ਦਿੰਦਾ, ਤੇ ਉਸ ਵਿਅਕਤੀ ਨੂੰ ਮਾਨਸਿਕ ਰੋਗੀ ਜਿਹੜਾ ਆ ਐਲਾਨਿਆ ਜਾਂਦਾ ਆ ਕਿ ਇਹ ਡਿਪਰੈਸ਼ਨ ਦਾ ਮਰੀਜ਼ ਆ। ਸਰੋਤਿਆਂ ਨੂੰ ਬੇਨਤੀ ਹੈ ਕਿ ਪੋਸਟ ਨੂੰ ਚੱਲਦੇ ਸਮੇਂ ਨਾਲ ਦੀ ਨਾਲ ਹੀ ਸ਼ੇਅਰ ਕਰਨ ਦੀ ਜਿਹੜੀ ਆ ਜ਼ਰੂਰ ਤੁਸੀਂ ਸੇਵਾ ਕਰਦੇ ਜਾਓ। ਔਰ ਮੈਂ ਦੇਖ ਰਿਹਾ ਸੀ ਜਦੋਂ ਇਟਲੀ ਦਾ ਪ੍ਰਧਾਨ ਮੰਤਰੀ ਇੱਕ ਚਰਚ ਦੇ ਵਿੱਚ ਗੋਡਿਆਂ ਭਾਰ ਹੋ ਕੇ ਕੂਹਣੀਆਂ ਧਰਤੀ ਨਾਲ ਲਾ ਕੇ ਤੇ ਧਰਤੀ ਦੇ ਨਾਲ ਪਟਕਾ ਕੇ ਆਪਣਾ ਸਿਰ ਮਾਰ ਕੇ ਰੋ ਰਿਹਾ ਸੀ, ਹੇ ਪ੍ਰਭੂ ਯੀਸ਼ੂ ਮੇਰੇ ਤੇ ਮਿਹਰ ਕਰ, ਮੇਰੇ ਡਾਕਟਰ ਫੇਲ ਹੋ ਗਏ, ਉਹ ਮੇਰੇ ਵਿਗਿਆਨੀ ਫੇਲ ਹੋ ਗਏ, ਮੇਰੀਆਂ ਫੌਜਾਂ ਫੇਲ ਹੋ ਗਈਆਂ, ਹੁਣ ਤੂੰ ਹੀ ਸਾਡੀ ਬਾਂਹ ਫੜ। ਉਹਦੇ ਤਰਲੇ ਤੇ ਉਹਦੇ ਧਾਹਾਂ ਦੇਖ ਕੇ, ਉਹਦੇ ਦੇਸ਼ ਪ੍ਰਸਤੀ ਦੇਖ ਕੇ ਮਨ ਭਰ ਆਉਂਦਾ। ਉਸੇ ਸਮੇਂ ਦੁਨੀਆ ਦੇ ਸਭ ਤੋਂ ਜਿਹੜੀ ਤਾਕਤਵਰ ਮੁਲਕ ਅਮਰੀਕਾ ਆ, ਉੱਥੇ ਦੇ ਰਾਸ਼ਟਰਪਤੀ ਫਸਟ ਮੈਨ ਆਫ ਦਾ ਨੇਸ਼ਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ, ਉਹ ਚਰਚ ਦੇ ਵਿੱਚ ਜਾ ਕੇ ਅਰਦਾਸ ਕਰਦੇ ਨੇ ਉਸ ਪ੍ਰਭੂ ਦੇ ਅੱਗੇ ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅੱਲਾਹ ਤਾਲਾ, ਹੇ ਪ੍ਰਭੂ ਸਾਡੇ ਮੁਲਕ ਦੇ ਉੱਤੇ ਮਿਹਰ ਭਰਿਆ ਹੱਥ ਰੱਖ। ਇਹਨਾਂ ਸਾਰੇ ਹਾਲਾਤਾਂ ਨੂੰ ਜੋ ਵਰਤਾਰਾ ਵਰਤ ਰਿਹਾ, ਇਹਦੇ ਵਿੱਚ ਸਾਨੂੰ ਆਪਣੇ ਗਿਆਨ ਵਿਗਿਆਨ ਦੇ ਉੱਤੇ ਕੋਈ ਮਾਣ ਨਹੀਂ, ਤੇਰੀ ਰਹਿਮਤ ਦੇ ਵਾਸਤੇ ਅਸੀਂ ਅਰਦਾਸ ਜੋਦੜੀ ਕਰਦੇ ਹਾਂ। ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਜਦੋਂ ਕਿਸੇ ਮਨੁੱਖ ਦਾ ਮਨ ਇੱਕ ਗੱਲ ਦੇ ਉੱਤੇ ਸੁਰਤੀ ਅੜ ਜਾਵੇ, ਉਹਨੂੰ ਦੂਸਰੀ ਗੱਲ ਨਾ ਆਉਂਦੀ ਹੋਵੇ, ਨਾ ਪਾਰ ਜਾਂਦਾ ਹੋਵੇ ਨਾ ਆਰ ਜਾਂਦਾ ਹੋਵੇ, ਉਸ ਵਿਅਕਤੀ ਨੂੰ ਕਿਹਾ ਜਾਂਦਾ ਕਿ ਹੀ ਇਜ਼ ਏ ਮੈਂਟਲੀ ਡਿਸਏਬਲ। ਦਿਮਾਗੀ ਤੌਰ ਤੇ ਇਹ ਵਿਅਕਤੀ ਜਿਹੜਾ ਆ ਪੈਦਲ ਹੋ ਗਿਆ ਆ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਪਿਛਲੇ ਬਹੁਤ ਸਾਰੇ ਸਾਲਾਂ ਦੇ ਉੱਤੋਂ ਇਸ ਤਰੀਕੇ ਦੇ ਨਾਲ ਲੋਕਾਂ 'ਚ ਪ੍ਰਚਾਰ ਕਰਦੇ ਕਿ ਜਦੋਂ ਉਹ ਆਪਣੇ ਗੂਠੇ ਨਾਲ ਪਹਿਲੀ ਉਂਗਲੀ ਜੋੜ ਕੇ ਦੂਰਬੀਨ ਵਾਂਗੂ ਗਾਂਹ ਪਿਛਾਂ ਕਰਕੇ ਸਟੇਜ ਤੋਂ ਐਂ ਕਰਕੇ ਕਹਿੰਦੇ ਆ ਕਿ ਜੇ ਮੇਰੀ ਗੱਲ ਪ੍ਰੈਕਟੀਕਲ ਨਾ ਹੋਵੇ ਤੇ ਫੇਰ ਗੱਲ ਦੱਸਿਓ। ਪ੍ਰੈਕਟੀਕਲ ਆ ਮੇਰੀ ਗੱਲ, ਤਰੱਕੀ ਦੀ ਗੱਲ ਆ ਮੇਰੀ। ਅੱਜ ਜਦੋਂ ਸਮਾਜ ਦੇ ਵਿੱਚ ਆਪਣੇ ਨਿੱਜ ਨੂੰ ਪਿੱਛੇ ਰੱਖ ਕੇ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਆਇਆ ਤੇ ਰੂਪੋ ਵਾਲੀਏ ਜਿੰਦੇ ਲਾ ਕੇ ਤੇ ਭਾਈ ਸਾਹਿਬ ਅੰਦਰਲੇ ਪਾਸੇ ਬਹਿ ਗਏ ਤੇ ਅੰਦਰ ਉਹਨਾਂ ਨੇ ਗਿਆਨ ਵੰਡਣਾ ਸ਼ੁਰੂ ਕਰਤਾ ਲੋਕਾਂ ਨੂੰ ਵੀ ਜ਼ਿੰਦਗੀ ਕਿਵੇਂ ਜਿਉਣੀ ਆ। ਇਹ ਗਿਆਨ ਆਪਣੇ ਆਪ ਅੰਦਰ ਇੱਕ ਇਹੋ ਜਿਹਾ ਗਿਆਨ ਆ ਜਿਵੇਂ ਕਿਸੇ ਕੰਧ ਦੇ ਉੱਤੇ ਲਿਖ ਕੇ ਲਾਇਆ ਹੋਵੇ ਕਿ ਇੱਥੇ ਲਿਖਣਾ ਮਨਾ ਹੈ। ਜਿਸ ਵੇਲੇ ਗਿਆਨ ਇਹ ਨਹੀਂ ਮਸਲਾ ਹੈਗਾ ਕਿ ਤੁਸੀਂ 18 ਸਾਲ 20 ਸਾਲ ਦੁਨੀਆ ਨੂੰ ਕੀ ਦਿੱਤਾ ਆ, ਕੀ ਪ੍ਰਚਾਰਿਆ, ਕੀ ਦੱਸਿਆ ਆ। ਚਲੋ 18 ਸਾਲ ਪਿਛਲੇ ਮਾਈਨਸ ਕਰ ਲੈਂਦੇ, ਹੁਣ ਮਗਰਲੇ 4 ਪਾ ਲੈਂਦੇ ਆ। ਵੀ ਇਹ ਨਹੀਂ ਮਸਲਾ ਹੈਗਾ 4 ਸਾਲ 5 ਸਾਲ ਤੁਸੀਂ ਆਪਣੇ ਪ੍ਰਚਾਰ ਦੇ ਦੌਰਾਨ ਲੋਕਾਂ ਨੂੰ ਕੀ ਦੱਸਿਆ ਆ। ਮਸਲਾ ਇਹ ਹੈ ਕਿ ਜਿਸ ਵੇਲੇ ਕਸਵੱਟੀ ਲੱਗੀ ਤੇ ਪਰਖ ਦੀ ਘੜੀ ਆਈ ਤੇ ਅਸੀਂ ਉਸ ਵੇਲੇ ਕਿੱਥੇ ਖੜੋਤੇ ਸੀਗੇ। ਕਿ ਅਸੀਂ ਆਪਣੇ ਮਕਾਨ ਨੂੰ ਜਿੰਦੇ ਲਾ ਕੇ ਆਪਣੇ ਆਪ ਨੂੰ ਸਿਕਿਉਰ ਕਰਕੇ ਰਾਸ਼ਨ ਪਾਣੀ 3-4 ਮਹੀਨਿਆਂ ਦਾ ਕਰਕੇ ਇਕੱਠਾ ਤੇ ਪਾਰਕ ਵਿੱਚ ਲਾ ਕੇ ਸਟੇਜਾਂ ਵਿਛਾ ਕੇ ਮੰਜੇ ਤੇ 3 ਢੋਲਕੀਆਂ ਵਾਲੇ ਤੇ 2-4 ਚਿਮਟਿਆਂ ਵਾਲੇ ਤੇ ਇੱਕ ਪਾਸੇ ਬਾਜਾ ਰੱਖ ਕੇ ਲੋਕਾਂ ਨੂੰ ਫਿਰ ਦੱਸਣਾ ਸ਼ੁਰੂ ਕੀਤਾ। ਮੇਰੀ ਗੱਲ ਪ੍ਰੈਕਟੀਕਲ ਹੋਵੇਗੀ ਤੇ ਫਿਰ ਤੁਸੀਂ ਗੱਲ ਕਰਿਓ। ਜੇ ਮੇਰੀ ਗੱਲ ਪ੍ਰੈਕਟੀਕਲ ਨਾ ਹੁੰਦੀ ਹੋਊਗੀ ਤੇ ਫਿਰ ਮੇਰੇ ਨਾਲ ਗੱਲ ਕਰਿਓ। ਜਦੋਂ ਤੁਹਾਡੀ ਗੱਲ ਪ੍ਰੈਕਟੀਕਲ ਹੁੰਦੀ ਤੁਸੀਂ ਅੱਖ ਵਿੱਚ ਅੱਖ ਪਾ ਕੇ ਦੇਖ ਸਕਦੇ ਹੋ। ਹੁਣ ਦੇਖਣਾ ਇਹ ਪਵੇਗਾ ਕਿ ਜਿਸ ਪ੍ਰੈਕਟੀਕਲ ਲਾਈਫ ਦੀ ਜਿੰਦੇ ਲਾ ਕੇ ਬੰਦ ਕਮਰੇ ਦੇ ਅੰਦਰ ਬਹਿ ਕੇ ਗੱਲ ਕੀਤੀ ਜਾ ਰਹੀ ਆ ਤੇ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜੇ ਪ੍ਰੈਕਟੀਕਲ ਲਾਈਫ ਦੇ ਵਿੱਚ ਭਾਈ ਕਨ੍ਹਈਆ ਜੀ ਦੇ ਵਾਰਸ ਨੇ, ਜਿਹੜੇ ਸੱਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਹਾਰਾ ਜੀਓ ਦੇ ਸਿਧਾਂਤ ਨੂੰ ਕਮਾ ਰਹੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰੈਕਟੀਕਲ ਲੈ ਕੇ ਚੱਲ ਰਹੇ ਨੇ। ਉਹਨਾਂ ਲੋਕਾਂ ਨੂੰ ਟਾਰਗੇਟ ਕਰਕੇ ਉਹਨਾਂ ਲੋਕਾਂ ਨੂੰ ਨਿੰਦਿਆ ਜਾ ਰਿਹਾ ਆ, ਭੰਡਿਆ ਜਾ ਰਿਹਾ ਆ, ਉਹਨਾਂ ਲੋਕਾਂ ਨੂੰ ਜਿਹੜਾ ਬੁਰਾ ਭਲਾ ਕਿਹਾ ਜਾ ਰਿਹਾ ਆ। ਤੇ
ਭਗਤ ਕਹਿ ਰਹੇ ਆ ਕਿ ਇਦਾਂ ਦੀ ਵਰਦੀ ਅੱਗ ਦੇ ਵਿੱਚ ਵੀ ਸਾਡੇ ਬਾਬਾ ਜੀ ਗਿਆਨ ਵੰਡਦੇ ਆ। ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਉਹ ਗਿਆਨ ਤੋਂ ਅਸੀਂ ਕੀ ਕਰਵਾਉਣਾ ਜਿਹੜੇ ਗਿਆਨ ਨੂੰ ਸੁਣਨ ਦੇ ਨਾਲ ਸਾਡੀ ਪ੍ਰੈਕਟੀਕਲ ਲਾਈਫ ਦੇ ਵਿੱਚ ਸਾਡੀ ਜ਼ਿੰਦਗੀ ਸੌਖੀ ਨਾ ਹੋ ਸਕੇ, ਸਾਡੇ ਆਲੇ ਦੁਆਲੇ ਦੀ ਜ਼ਿੰਦਗੀ ਸੌਖੀ ਨਾ ਹੋ ਸਕੇ, ਔਰ ਆਲੇ ਦੁਆਲੇ ਆਪਸੀ ਲੜਾਈ ਝਗੜੇ ਤੇ ਤਣਾਅ ਦਾ ਮਾਹੌਲ ਸਿਰਜ ਦੇਵੇ। ਇਹੋ ਜੀ ਸੋਚ ਨੂੰ, ਇਹੋ ਜਿਹੇ ਪ੍ਰਚਾਰ ਤੋਂ ਅਸੀਂ ਕੀ ਕਰਾਉਣਾ ਆ? ਵਿਹਲੀ ਰਨ ਗੱਪਾਂ ਜੋਗੀ। ਜਿਹੜੀਆਂ ਵਿਹਲੀਆਂ ਬੀਬੀਆਂ ਹੁੰਦੀਆਂ ਘਰਾਂ ਦੇ ਵਿੱਚ ਕੁਝ ਨਹੀਂ ਕਰਨਾ ਹੁੰਦੀਆਂ, ਪੁਰਾਣੇ ਸਮਿਆਂ ਦੇ ਵਿੱਚ ਕਦੇ ਉੱਥੇ 4 ਬੀਬੀਆਂ ਚਰਖੇ ਕੱਤਦੀਆਂ ਹੁੰਦੀਆਂ ਸੀ ਤੇ ਉਹਨਾਂ ਕੋਲ ਜਾ ਕੇ ਗੱਪਾਂ ਮਾਰ ਲਈਆਂ, ਤੇ ਕਦੇ ਉੱਥੇ 4 ਕੱਤਦੀਆਂ ਹੁੰਦੀਆਂ ਸੀ ਤੇ ਉਹਨਾਂ ਕੋਲੋਂ ਮਾਰ ਲਈਆਂ। ਉਹਨਾਂ ਦਾ ਪ੍ਰੈਕਟੀਕਲ ਲਾਈਫ ਦੇ ਨਾਲ ਕੋਈ ਨਹੀਂ ਲੈਣਾ ਦੇਣਾ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦਾ ਸ਼ੀਰਸ਼ਕ ਆ ਵੀ ਕੋਈ ਭਾਈ, ਕੋਈ ਵੀਰ ਸਾਨੂੰ ਸਮਝਾ ਸਕੇ ਇਸ ਏਕ ਨੂਰ ਰੇਡੀਓ ਦੇ ਮਾਧਿਅਮ ਰਾਹੀਂ ਕਿ ਭਾਈ ਰਣਜੀਤ ਸਿੰਘ ਦਾ ਜਿਹੜਾ ਗਿਆਨ ਆ ਕਿ ਵਾਕਈ ਹੀ ਉਹ ਪ੍ਰੈਕਟੀਕਲ ਆ। ਜੇ ਉਹ ਪ੍ਰੈਕਟੀਕਲ ਆ ਤੇ ਅੱਜ ਦੀ ਡੇਟ ਦੇ ਵਿੱਚ ਉਹ ਪ੍ਰੈਕਟੀਕਲ ਜਿੰਦੇ ਕੁੰਡੇ ਲਾ ਕੇ, ਰੂਪੋ ਵਾਲੀਏ ਜਿੰਦੇ ਲਾ ਕੇ, ਬੂਹੇ ਲਾ ਕੇ ਤੇ ਅੰਦਰ ਇੱਕ ਬੰਦ ਕਮਰੇ ਦੇ ਵਿੱਚ ਕਿਉਂ ਬੈਠ ਗਿਆ ਆ? ਉਹ ਗਿਆਨ ਇਸ ਵੇਲੇ ਮਾਨਵਤਾ ਦੇ ਭਲੇ ਵਾਸਤੇ ਕਿਉਂ ਨਹੀਂ ਉੱਭਰ ਕੇ ਬਾਹਰ ਆ ਰਿਹਾ? ਪਿਛਲੇ ਹਫ਼ਤੇ ਮੈਂ 3-4 ਦਿਨ ਹੋਏ ਘਰੋਂ ਗੱਡੀ ਲੈ ਕੇ ਬਾਹਰ ਨਿਕਲਿਆ। ਮੈਂ ਕਿਤੇ ਕਿਸੇ ਨੂੰ ਛੱਡਣਾ ਸੀਗਾ ਤੇ ਇੱਕ ਕਾਰਨਰ ਦੇ ਉੱਤੇ ਗੋਰਾ ਜਿਹੜਾ ਆ ਸਵੇਰੇ ਵੱਡਾ ਸਾਰਾ ਟੇਬਲ ਲਾ ਕੇ ਬੈਠਾ ਤੇ ਉਹਦੇ ਉੱਤੇ ਉਹਨੇ ਛੋਟੇ ਜਿਹੜੇ ਪੈਕ ਕੀਤੇ ਹੋਏ ਫੂਡ ਦੇ ਜਿਹੜੇ ਲਿਫਾਫੇ ਰੱਖੇ ਹੋਏ, ਤੇ ਮੈਂ ਗੱਡੀ ਉਹਦੇ ਕੋਲ ਰੋਕੀ। ਉਹਦੇ ਚਿੱਤ ਵਿੱਚ ਸੀ ਵੀ ਇਹ ਕੋਈ ਬ੍ਰੇਕਫਾਸਟ ਮੰਗਣ ਦੇ ਵਾਸਤੇ ਆਇਆ ਤੇ ਮੇਰੇ ਕੋਲ ਆਣ ਕੇ ਕਹਿੰਦਾ ਵੀ ਤੁਹਾਨੂੰ ਬ੍ਰੇਕਫਾਸਟ ਚਾਹੀਦਾ? ਮੈਂ ਕਿਹਾ ਜੀ ਨਹੀਂ, ਮੈਨੂੰ ਬ੍ਰੇਕਫਾਸਟ ਨਹੀਂ ਚਾਹੀਦਾ। ਕਹਿੰਦਾ ਵੀ ਮੈਂ ਅਰਲੀ ਮਾਰਨਿੰਗ ਰੱਖਿਆ ਸੀ ਵੀ ਚਲੋ ਇਸ ਏਰੀਏ ਦੇ ਵਿੱਚ ਕੋਈ ਪਰਿਵਾਰ ਇਹੋ ਜਿਹਾ ਨਾ ਹੋਵੇ ਜਿਹੜਾ ਭੁੱਖਾ ਹੋਵੇ, ਮੈਂ ਤਾਂ ਬ੍ਰੇਕਫਾਸਟ ਦਾ ਜਿਹੜਾ ਇੱਥੇ ਟੇਬਲ ਲਾਇਆ ਆ। ਔਰ ਮੈਂ ਇਹ ਗੱਲ ਕਹਾਂਗਾ ਵੀ ਮੈਂ ਉਹਨੂੰ ਕਿਹਾ ਵੀ ਮੈਂ ਥੋੜ੍ਹੀ ਜਿਹੀ ਸੇਵਾ ਕਰਨੀ ਚਾਹੁੰਦਾ। ਕਹਿੰਦਾ ਵੀ ਸੇਵਾ ਦੀ ਨਹੀਂ ਕੋਈ ਗੱਲਬਾਤ ਇਹੋ ਜਿਹੀ, ਬਈ ਤੁਸੀਂ ਜੇ ਅਗਰ ਬ੍ਰੇਕਫਾਸਟ ਖਾਣਾ ਤੇ ਖਾਵੋ। ਜਿਹੜੇ ਗੋਰਿਆਂ ਦੀਆਂ ਐਗਜ਼ੈਂਪਲਾਂ ਦੇ ਕੇ ਆਪਣੇ ਢਾਂਚੇ ਨੂੰ ਨਿੰਦਿਆ ਜਾ ਰਿਹਾ ਸੀ, ਉਹ ਗੋਰੇ ਵੀ ਅੱਜ 20 ਦੇ ਵਿੱਚ ਖੜੋ ਕੇ ਗੁਰੂ ਨਾਨਕ ਦੀ ਦੂਰ ਅੰਦੇਛੀ ਵਾਲਿਆਂ ਵਾਂਗੂ ਲੰਗਰ ਲਾ ਰਹੇ ਨੇ। ਭਾਈ ਸਾਹਿਬ ਹੁਣੀ ਕਿੱਥੇ ਖੜੋਤੇ ਆ? ਕਊਆ ਚੱਲਿਆ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ। ਨਾ ਤੇ ਗੋਰਿਆਂ ਨਾਲ ਹੀ ਰਲ ਸਕੇ ਤੇ ਨਾ ਸੰਪਰਦਾਇਆਂ ਨਾਲ ਹੀ ਰਲ ਸਕੇ, ਨਾ ਆਪਾਂ ਅੱਗੇ ਰਹੇ ਨਾ ਪਿੱਛੇ ਜੋਗੇ ਰਹੇ ਆ। ਸੋ ਇਹ ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਇਹ ਜਿਹੜੀ ਸਟੇਜ ਤੋਂ ਬਹਿ ਕੇ ਲੋਕਾਂ ਨੂੰ ਗਿਆਨ, ਜ਼ਿੰਦਗੀ, ਜੀਵਨ ਜਾਂਚ ਜਿਉਣ ਦਾ ਗਿਆਨ ਦੇਣ ਦੀ ਗੱਲ ਕੀਤੀ ਜਾ ਰਹੀ ਆ, ਇਹ ਗੱਲ ਜਿਹੜੀ ਆ ਕਿੱਥੇ ਫਿੱਟ ਹੁੰਦੀ ਆ? ਕਿ ਇਹ ਗੱਲ ਸਿਰਫ ਘੁੰਮ ਘੁਮਾ ਕੇ ਇੱਦਾਂ ਤਾਂ ਨਹੀਂ ਵੀ ਸਿਰਫ ਆਣ ਕੇ ਇੱਕ ਜੇਬੀਆਂ ਭਰਨ ਦੇ ਬਾਰੇ ਵਿੱਚ ਹੀ ਸੀਮਤ ਰਹਿ ਜਾਂਦੀ? ਸੋ ਸਾਡਾ ਫੋਨ ਨੰਬਰ ਜਿਹੜਾ ਉੱਪਰ ਹੈਗਾ, ਜੇ ਕੋਈ ਵੀਰ ਕਾਲ ਵੀ ਕਰਨੀ ਚਾਹਵੇ ਕਾਲ ਵੀ ਕਰ ਸਕਦਾ ਆ। ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਦੂਸਰੇ ਭਾਈ ਸਾਹਿਬ ਜੀ ਐਂਕਰ ਸਰਦਾਰ ਮਲਕੀਤ ਸਿੰਘ ਜੀ ਵੀ ਜੁੜੇ ਹੋਏ ਨੇ। ਤੇ ਆਪਾਂ ਸਾਰੇ ਰਲ ਮਿਲ ਕੇ ਵਿਚਾਰਾਂ ਕਰਾਂਗੇ। ਸਾਡਾ ਜਿਹੜਾ ਆ ਇਸ ਗੱਲ ਨਾਲ ਕੋਈ ਵਿਰੋਧ ਨਹੀਂ। ਜਿਹੜੇ ਪ੍ਰਚਾਰਕ ਪ੍ਰਚਾਰ ਕਰ ਰਹੇ ਆ ਤੇ ਉਹ ਚਾਹੁੰਦੇ ਕਿ ਸਿੱਖੀ ਦਾ ਬੋਲਬਾਲਾ ਹੋਵੇ, ਸਿੱਖੀ ਦਾ ਫਲਾਹ ਹੋਵੇ, ਸਿੱਖੀ ਦੀ ਕੁਆਲਿਟੀ ਵਧੇ, ਸਿੱਖੀ ਦੀ ਕੁਆਂਟੀਟੀ ਵਧੇ। ਸਾਡਾ ਉਹਨਾਂ ਪ੍ਰਤੀ ਐਪਰੀਸ਼ੀਏਟ ਆ ਸੋਚ, ਸਾਨੂੰ ਬਹੁਤ ਵਧੀਆ ਲੱਗਦਾ। ਪਰ ਸੇਮ ਟਾਈਮਸ ਇੱਕ ਮੈਂ ਨਾਲ ਦੀ ਨਾਲ ਇਹ ਗੱਲ ਕਹਾਂ ਕਿ ਜਿਹੜੇ ਲੋਕ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਔਰ ਸਿੱਖੀ ਦਾ ਪ੍ਰਚਾਰ ਕਰਦਿਆਂ ਉਹਨਾਂ ਨੇ ਇਹੋ ਜਿਹਾ ਮਾਹੌਲ ਸਿਰਜਿਆ ਆ, ਜੇ ਅਗਰ ਉਹਨਾਂ ਦੇ ਦੀਵਾਨ ਦੇ ਵਿੱਚੋਂ ਕੋਈ ਬੰਦਾ ਪ੍ਰਚਾਰ ਕਰ ਸੁਣ ਕੇ ਬਾਹਰ ਨਿਕਲਦਾ ਤੇ ਉਹ ਵੀਡੀਓ ਕੀ ਪਾ ਰਿਹਾ, ਆਹ ਚੱਕੋ ਤੁਹਾਡੀਆਂ ਗਾਤਰੇ, ਆਹ ਚੱਕੋ ਤੁਹਾਡੀਆਂ ਕਿਰਪਾਨਾਂ, ਸਾਨੂੰ ਨਹੀਂ ਤੁਹਾਡੀਆਂ ਕਿਰਪਾਨਾਂ ਤੇ ਸਾਨੂੰ ਨਹੀਂ ਚਾਹੀਦੇ ਤੁਹਾਡੇ ਗਾਤਰੇ। ਕਮਾਲ ਹੋ ਗਈ। ਕਿਹੜਾ ਪ੍ਰਚਾਰ ਸੀਗਾ
ਇਹ ਕਿਹੜਾ ਸਿੱਖੀ ਦੇ ਫੈਲਾਅ ਦਾ ਪ੍ਰਚਾਰ ਸੀ ਜਿਹਨੂੰ ਲੈ ਕੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਆ? ਹਾਂਜੀ ਭਾਈ ਮਲਕੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਰੇਡੀਓ ਦੇ ਪਰਿਵਾਰ ਦੀ ਸਾਰੀ ਸੰਗਤ ਨੂੰ ਦਾਸ ਵੱਲੋਂ ਬੁਲਾਈ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਤੇ ਬਾਬਾ ਜੀ ਮੇਰੇ ਕੋਲ 2 ਐਗਜ਼ਾਮਪਲਾਂ ਸੀ ਤੇ ਤੁਸੀਂ ਥੋੜਾ ਜਿਹਾ ਨਾ ਪ੍ਰੋਗਰਾਮ ਦਾ ਨਾਂ ਰੱਖ ਕੇ ਮੈਨੂੰ ਕੰਫਿਊਜ਼ ਕਰਤਾ। ਮੈਂ ਕਿਹੜੀ ਸੁਣਾਵਾਂ ਪਹਿਲਾਂ? ਨਹੀਂ ਤੁਸੀਂ ਦੋਨੇ ਸੁਣਾ ਦਿਓ, ਕੋਈ ਗੱਲ ਨਹੀਂ। ਆਪਾਂ ਕਿਹੜਾ ਇੱਥੇ ਜਿਹੜਾ ਚਲੋ ਜਿਹੜਾ ਪ੍ਰੋਗਰਾਮ ਦੇ ਮੁਤਲਕ ਆ ਨਾ ਆਪਾਂ ਉੱਥੇ ਗੱਲ ਕਰ ਲੈਂਦੇ ਆ। ਠੀਕ ਹੈ ਜੀ। ਇੱਕ ਕੋਈ ਪਰਿਵਾਰ ਸੀਗਾ ਤੇ ਉਹਨਾਂ ਨੇ ਮੁੰਡੇ ਦਾ ਵਿਆਹ ਕੀਤਾ ਜੀ ਤੇ ਘਰ ਦੇ ਵਿੱਚ ਨੌ ਰਾਣੀ ਲਿਆਂਦੀ ਤੇ ਬਾਬਾ ਉਹਨੇ ਆਉਂਦਿਆਂ ਸਾਰੀ ਕਹਿੰਦੀ ਵੀ ਮੇਰੀ ਸੱਸ ਦੀ ਸੱਸ ਨੂੰ ਤਾਂ ਕੁਝ ਬਣਾਉਣਾ ਹੀ ਨਹੀਂ ਸੀ ਆਉਂਦਾ। ਅੱਛਾ ਜੀ। ਸੱਸ ਖੁਸ਼ ਹੋ ਗਈ, ਕਹਿੰਦੀ ਚਲ ਉਹਨੂੰ ਨਹੀਂ ਬਣਾਉਣਾ ਤਾਂ ਮੈਨੂੰ ਆਉਂਦਾ ਜੀ। ਉਹ ਜਦੋਂ ਪਲੇਟ 'ਚ ਪਾ ਕੇ ਲੈ ਉਹਨੇ ਭਵਾ ਕੇ ਪਰੇ ਨੂੰ ਸਟਾਤਾ, ਕਹਿੰਦੀ ਇਹਦੇ ਵਿੱਚ ਤਾਂ ਤੈਨੂੰ ਕੁਝ ਕਰਨਾ ਹੀ ਨਹੀਂ ਆਇਆ, ਤੂੰ ਤਾਂ ਉਹਦੇ ਨੂੰ ਵੀ ਗਈ ਗੁਜਰੀ ਸੀ। ਜੀ ਜੀ। ਉਹ ਜਦੋਂ ਸਹੁਰਾ ਸਾਹਿਬ ਵੀ ਤੇ ਉਹਦਾ ਜਿਹੜਾ ਪਤੀ ਪਰਮੇਸ਼ਵਰ ਸੀ ਉਹ ਵੀ ਮੂੰਹ ਸਵਾਰ ਲੱਗ ਪਏ ਵੀ ਲੱਗਦਾ ਵੀ ਇਹ ਤੇ ਸਾਨੂੰ ਸੁੱਕੀਆਂ ਮੱਕੀ ਦੀਆਂ ਰੋਟੀਆਂ ਦਿੰਦੀ ਰਹੀ, ਕਦੀ ਸਾਗ ਬਣਾ ਲਿਆ ਕਦੀ ਦਾਲ ਬਣਾ ਲਈ, ਨੌ ਰਾਣੀ ਕੁਝ ਵੱਖਰਾ ਬਣਾ ਕੇ ਦਊ। ਉਹਨਾਂ ਨੇ ਦੋਨਾਂ ਨੂੰ ਕਹਿਤਾ, ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਕਿਚਨ 'ਚ ਜਾਣਾ ਬੰਦ ਜੀ। ਸਵੇਰ ਨੂੰ 10 ਵੱਜ ਗਏ, 10 ਤੋਂ 12 ਵੱਜ ਗਏ, 2 ਤੇ 4 ਤੇ ਥਾਲੀਆਂ 'ਚ ਕੁਛ ਆਇਆ ਹੀ ਨਹੀਂ। ਅੱਛਾ ਜੀ। ਉਹ ਕਹਿੰਦੇ ਭਾਈ ਕੁਝ ਥਾਲੀਆਂ 'ਚ ਲੈ ਆ। ਉਹ ਕਹਿੰਦੀ ਵੀ ਮੈਂ ਤੁਹਾਨੂੰ ਕਦੋਂ ਕਿਹਾ ਸੀ ਮੈਨੂੰ ਕੁਝ ਬਣਾਉਣਾ ਆਉਂਦਾ? ਮੇਰਾ ਸਿਰਫ ਕੰਮ ਮੇਰਾ ਕੰਮ ਤੇ ਇਹ ਸੀ ਵੀ ਉਹ ਨਾ ਸੱਸ ਨੂੰ ਆਉਂਦਾ ਸੀ ਨਾ ਉਹਦੀ ਨੂੰਹ ਨੂੰ ਆਉਂਦਾ ਸੀ ਤੇ ਅੱਗੇ ਮੈਨੂੰ ਵੀ ਨਹੀਂ ਆਉਂਦਾ। ਮੈਨੂੰ ਵੀ ਨਹੀਂ ਆਉਂਦਾ। ਤੋ ਇਹ ਗੱਲ ਆ ਭਾਈ ਸਾਹਿਬ ਜੀ ਵੀ ਉਹਨੇ ਖਾਨੇ ਨੇ ਆਹ ਗਲਤੀ ਕਰਤੀ, ਉਹਨੇ ਆਹ ਗਲਤੀ ਕਰਤੀ ਤੇ ਮੈਂ ਕੁਝ ਵੀ ਨਹੀਂ ਕੀਤਾ। ਹਾਂਜੀ 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 ਠੀਕ ਹੈ ਜੀ। ਮੈਂ ਇੱਕ ਨਾਲ ਦੀ ਨਾਲ ਹੀ ਬੇਨਤੀ ਹੋਰ ਸੰਗਤ ਦੇ ਚਰਨਾਂ 'ਚ ਰੱਖਦਾ। ਆਪਾਂ ਬੱਚਾ ਸਕੂਲੇ ਭੇਜਦੇ ਹਾਂ ਨਾ ਜੀ, ਗਵਾਂਢੀਆਂ ਦਾ ਬੱਚਾ ਸਾਰਾ ਦਿਨ ਖੇਡਦਾ ਤੇ ਆਪਣਾ ਬੱਚਾ ਸਕੂਲੇ ਜਾਂਦਾ ਜੀ। ਜਦੋਂ ਬਚਪਨ 'ਚ ਦੇਖੋਗੇ ਭਾਈ ਜਿਹੜਾ ਖੇਡ ਰਿਹਾ ਉਹ ਆਨੰਦ ਮਾਣਨ ਡਿਆ, ਜਿਹੜਾ ਦੂਜਾ ਜਾਂਦਾ ਉਹਨੇ ਪਤਾ ਨਹੀਂ ਪਾਸ ਹੋਣਾ ਕਿ ਫੇਲ ਹੋਣਾ, ਕੀ ਬਾਹਰ ਜਾ ਕੇ ਉਹਦਾ ਬਣਨਾ ਕੀ ਨਹੀਂ, ਉਹਨੂੰ ਟੀਚਰਾਂ ਹੀ ਕਰ ਸਕਦਾ ਜਿਹੜਾ ਖੇਡ ਰਿਹਾ ਜੀ। ਪਰ ਇਹ ਤੇ ਫਿਰ ਬਾਅਦ 'ਚ ਪਤਾ ਲੱਗਦਾ ਵੀ ਜਿਹੜਾ ਸਕੂਲੇ ਗਿਆ ਸੀ ਉਹ ਸੇਵਾ ਕਰਨ, ਉਹ ਜਿਹੜਾ ਹੈਗਾ ਉਹ ਕਿਸੇ ਮੁਕਾਮ ਤੇ ਪਹੁੰਚ ਗਿਆ ਜੀ, ਤੇ ਜਿਹੜਾ ਟੀਚਰਾਂ ਕਰਦਾ ਰਹਿ ਗਿਆ ਉੱਥੇ ਦਾ ਉੱਥੇ ਜੋਗਾ ਰਹਿ ਗਿਆ। ਸੋ ਇਹ ਹਾਲ ਭਾਈ ਸਾਹਿਬ ਜੀ ਹੁਣ ਆਉਂਦਾ ਆ ਜੀ ਜੀ। ਸੋ ਇਹ ਹੁਣ ਸਿਰਫ ਤਾਨੇ ਮਿਹਣੇ ਮਾਰਨ ਜੋਗੇ ਰਹਿ ਗਏ। ਜਿਨ੍ਹਾਂ ਨੇ ਪੜ੍ਹਾਈਆਂ ਕੀਤੀਆਂ ਡਾਕਟਰ ਉਹ ਇਲਾਜ ਕਰ ਰਹੇ ਆ, ਜਿਹੜੇ ਧਰਮੀ ਆ ਉਹ ਅਰਦਾਸਾਂ ਕਰ ਰਹੇ ਆ, ਜਿਹੜੇ ਕਿਰਤੀ ਆ ਉਹ ਆਪਣੀ ਕਿਰਤ ਨੂੰ ਲੋਕਾਂ 'ਚ ਵੰਡ ਰਹੇ ਆ, ਸਾਂਝੀ ਕਰ ਰਹੇ ਆ। ਨਹੀਂ ਜੇ ਆਪਾਂ ਦੇਖੀਏ ਇਸ ਸਮੁੱਚੇ ਕੰਬੀਨੇਸ਼ਨ ਨੂੰ ਆਪਾਂ ਦੇਖੀਏ, ਜਿਹੜੇ ਡਾਕਟਰ ਆਪਣੀ ਮਿਹਨਤ ਵੀ ਕਰ ਰਹੇ ਆ ਤੇ ਅਰਦਾਸਾਂ ਵੀ ਕਰ ਰਹੇ ਆ, ਜਿਹੜੇ ਕਿਰਤੀ ਆ ਉਹ ਆਪਣੀ ਕਿਰਤ ਵੀ ਕਰ ਰਹੇ, ਅਰਦਾਸਾਂ ਵੀ ਕਰ ਰਹੇ ਆ, ਕਿਰਤ ਕਮਾਈ ਦੇ ਵਿੱਚੋਂ ਵੰਡ ਵੀ ਰਹੇ ਆ ਜੀ ਜੀ ਜੀ। ਤੇ ਮੈਨੂੰ ਗੱਲ ਚੇਤੇ ਆ ਗਈ, ਭਾਈ ਸਾਹਿਬ ਵਰਗਾ ਕਿਤੇ ਫਲੋਰ ਟ੍ਰੇਨ ਸਟੇਸ਼ਨ ਦੇ ਉੱਤੇ ਖੜੋਤਾ ਸੀਗਾ ਤੇ ਕਹਿੰਦਾ ਕੋਈ ਬੰਦਾ ਲੰਘਣ ਲੱਗਾ, ਕਹਿੰਦਾ ਭਾਈ ਸਾਹਿਬ ਜੀ ਆ ਦੱਸਿਓ ਮੜਿਆ ਜੰਮੂ ਤੋਂ ਵੀ ਕਿੰਨੇ ਕੁ ਵਜੇ ਆਉਣੀ ਆ? ਉਹ ਕਹਿੰਦਾ 1:30 ਵਜੇ ਆਉਂਦੀ ਹੁੰਦੀ ਆ। ਅੱਛਾ ਕਹਿੰਦਾ ਜਿਹੜੀ ਆਹ ਸ਼ਤਾਬਦੀ ਆ ਉਹ ਕਹਿੰਦਾ ਸਵੇਰੇ 8:30 ਵਜੇ ਲੰਘਦੀ ਆ। ਅੱਛਾ ਕਹਿੰਦਾ ਸ਼ਾਨੇ ਪੰਜਾਬ ਕਿੰਨੇ ਵਜੇ ਆਉਣੀ ਆ? ਇਹ ਕਹਿੰਦਾ ਤਕਰੀਬਨ 2:30 ਵਜੇ ਦੇ ਨਾਲ ਲੰਘਦੀ ਆ। ਉਹ ਕਹਿੰਦਾ ਹਾਵੜਾ ਐਕਸਪ੍ਰੈਸ ਉਹ ਕਹਿੰਦਾ ਰਾਤ ਨੂੰ 11:30 ਵਜੇ ਆਉਣੀ ਆ। ਉਹ ਕਹਿੰਦਾ ਭਾਈ ਸਾਹਿਬ ਜੀ ਵੀ ਇੰਨੀਆਂ ਗੱਡੀਆਂ ਦੇ ਨਾਮ ਪੁੱਛ ਲਏ ਆ ਤੇ ਤੁਸੀਂ ਜਾਣਾ ਕਿੱਥੇ ਨੂੰ ਆ ਨਾ, ਵੀ ਪਤਾ ਤਾਂ ਲੱਗੇ ਮੜਿਆ ਜਾਣਾ ਕਿੱਧਰ ਨੂੰ ਆ। ਨਾ ਕਹਿੰਦਾ ਮੈਂ ਤਾਂ ਟ੍ਰੇਨ ਟਰੈਕ ਲੰਘ ਕੇ ਪਰਲੇ ਪਾਸੇ ਪਿਸ਼ਾਬ ਕਰਨ ਜਾਣਾ ਸੀਗਾ। ਸੋ ਭਾਈ ਸਾਹਿਬ ਦੀ ਗੱਲ ਇਹ ਦ੍ਰਿਸ਼ਟਾਂਤ ਦੇ ਉੱਤੇ ਏਦਾਂ ਆ ਬਈ ਨਾਨਕਸਰੀਏ ਵੀ ਮਾੜੇ, ਰਾੜਾ ਸਾਹਿਬ ਵਾਲੇ ਵੀ ਮਾੜੇ, ਟਕਸਾਲ ਵਾਲੇ ਵੀ ਮਾੜੇ, ਸ਼੍ਰੋਮਣੀ ਕਮੇਟੀ ਵਾਲੇ ਵੀ ਮਾੜੇ, ਜਥੇਦਾਰ ਵੀ ਮਾੜੇ, ਜਿਹੜੀਆਂ ਸਿੰਘ ਸਭਾਵਾਂ ਉਹ ਵੀ ਮਾੜੀਆਂ, ਜਿਹੜੇ ਪਾਠੀ ਆ ਉਹ ਵੀ ਮਾੜੇ, ਜਿਹੜੇ ਨਿਤਨੇਮ ਕਰਨ ਵਾਲੇ ਉਹ ਵੀ ਮਾੜੇ, ਜਿਹੜੇ ਸੇਵਾ ਕਰਨ ਕਾਰ ਸੇਵਾ ਵਾਲੇ ਉਹ ਵੀ ਮਾੜੇ। ਉਹਨਾਂ ਨੇ ਜਿੱਦਾਂ ਖਿੱਚੀ ਤੁਰੀ ਗਏ, ਸਾਰਿਆਂ ਨੂੰ ਖਿੱਚੀ ਤੁਰੀ ਗਿਆ। ਕਹਿੰਦੇ ਭਾਈ ਸਾਹਿਬ ਜੀ ਫਿਰ ਤੁਸੀਂ ਦੱਸੋ ਤੁਸੀਂ ਕੀ ਚੰਗਾ ਕੀਤਾ? ਕਹਿੰਦੇ ਸਾਡਾ ਤਾਂ ਬਸ ਇੰਨਾ ਹੀ ਕੰਮ ਆ ਵੀ ਲੋਕਾਂ ਨੂੰ ਇਹ ਦੱਸਣਾ ਵੀ ਦੁਨੀਆ 'ਚ ਕਿੰਨੇ ਕੁ ਮਾੜੇ ਲੋਕ ਹੈਗੇ ਆ, ਇਹ ਸਾਡੀ ਜਾਬ ਆ। ਅੱਛਾ ਤੁਸੀਂ ਇੱਕ ਗੱਲ ਦੇਖੋ, ਆਪਾਂ ਚਲੋ ਹੁਣ ਜਿਹੜੀ ਆ ਸੀਰੀਅਸ ਟੌਪਿਕ ਨੂੰ ਜਦੋਂ ਆਪਾਂ ਛੇੜਦੇ ਆ ਤੇ ਭਾਈ ਸਾਹਿਬ ਹੁਣਾਂ ਨੇ ਨਾ ਪਹਿਲੇ ਨੰਬਰ ਦੇ ਉੱਤੇ ਬੜੀ ਇਹਨਾਂ ਨੂੰ ਇੱਕ ਮੈਂ ਪੋਸਟ ਵੀ ਪਾਈ ਸੀ ਵੀ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਦਿਓ। 3-4 ਮਹੀਨੇ ਉਹ ਘੁੰਮਦੀ ਰਹੀ, ਇਹਨਾਂ ਨੇ ਗਾਲੀ ਗਲੋਚ ਤਾਂ ਬਥੇਰਾ ਕਰ ਲਿਆ ਪਰ ਉਹ ਦਿੱਤੇ ਨਹੀਂ ਵਿਚਾਰ, ਹਨਾ ਜੀ ਜੀ।
ਅੱਛਾ, ਸ਼ਾਇਦ ਭਾਈ ਸਾਹਿਬ ਉਹਨਾਂ ਨੂੰ ਨਾ ਤਾਨੇ ਮਿਹਣੇ ਸੁਣ ਕੇ ਥੋੜੀ ਜਿਹੀ ਸ਼ਰਮ ਆਈ। ਅੱਛਾ ਜੀ। ਤੇ ਭਾਈ ਸਾਹਿਬ ਉਹਨਾਂ ਨੇ ਪਿਛਲੇ 2 ਦੀਵਾਨਾਂ 'ਚ ਨਾ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਵੀ ਕਿਉਂ ਨਾ ਅਸੀਂ ਜਿਹੜਾ ਗੁਰਬਾਣੀ ਦਾ ਕੀਰਤਨ ਸ਼ੁਰੂ ਕਰ ਲਈਏ ਜੀ। ਹੁਣ ਕਿਤੇ ਮਹਾਰਾਜ ਦੀ ਕੀਰਤੀ ਕਰਨੀ ਖੇਡ ਪਈ ਆ। ਜੀ ਜੀ। ਉਹ ਪਾਪੀ ਨੇ ਜਦੋਂ ਸ਼ਬਦ ਪੜ੍ਹਨੇ ਸ਼ੁਰੂ ਕੀਤੇ, ਜਿਹੜੇ ਕਹਿ ਰਹੇ ਸੀ ਨਾ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਕੇਵਲ ਮੰਨਦਾ ਹੀ ਮੈਂ ਆ ਜੀ, ਉਹਦੀ ਉਹੀ ਰਹਿਤ ਮਰਿਆਦਾ ਜਿਹੜੀ ਆ ਉਹ ਘੁੰਮ ਕੇ ਜ਼ੋਰਦਾਰੀ ਮੂੰਹ ਤੇ ਤਮਾਚਾ ਉਦੋਂ ਮਾਰਦੀ ਆ ਜਦੋਂ ਗੀਤਾਂ ਦੀ ਤਰਜ਼ ਦੇ ਉੱਤੇ ਬਾਣੀ ਪੜ੍ਹਨੀ ਸ਼ੁਰੂ ਕਰਤੀ। ਹਾਂਜੀ ਹਾਂਜੀ। ਉਹ ਕੀ ਉਹਦਾ ਨਾਂ ਆਪਣਾ ਮਾਨ ਆ ਅੱਗੇ ਮੋਹਰਾ ਨਾਂ ਕੀ ਉਹਦਾ ਬਾਈ ਦਾ ਜਿਹੜਾ? ਨਹੀਂ ਨਹੀਂ ਜੀ, ਨਹੀਂ ਉਹ ਤਾਂ ਵੱਖਰਾ ਗੀਤ, ਉਹਦੇ ਤੇ ਮੈਂ ਆ ਰਿਹਾ ਜੀ। ਇਹ ਪਹਿਲਾਂ ਗੁਰਬਾਣੀ ਤੇ ਆ ਰਿਹਾ। ਅੱਛਾ ਜੀ। ਗੁਰਬਾਣੀ ਦਾ ਜਿਹੜਾ ਕੀਰਤਨ ਕੀਤਾ ਨਾ, ਉਹੀ ਜਿਹੜਾ ਸੀ ਉਹ ਗੀਤਾਂ ਦੀ ਤਰਜ਼ ਤੇ ਕਰ ਰਿਹਾ। ਅੱਛਾ ਅੱਛਾ। ਉਹ ਰਾਗ ਵਿਦਿਆ ਹੈ ਇਹਨਾਂ ਦੀ ਰਾਗ ਵਿਦਿਆ। ਉਹ ਭਾਈ ਸਾਹਿਬ ਜੀ ਦੇ ਕੋਲ ਉਹਦਾ ਪਿੱਛੇ ਅੰਗਰੇਜ਼ ਸਿੰਘ ਬੈਠਾ, ਉਹਦੀ ਰਾਗ ਵਿਦਿਆ ਚੱਲ ਰਹੀ ਸੀ। ਅੱਛਾ, ਦੂਸਰੀ ਗੱਲ ਵੀ ਹੁਣ ਭਾਈ ਸਾਹਿਬ ਨੂੰ ਵੀ ਕੋਈ ਨਾ ਕੋਈ ਗਾਉਣਾ ਪੈਣਾ ਸੀ। ਉਹਦਾ ਅੰਗਰੇਜ਼ ਸਿੰਘ ਨੇ ਪਿੱਛੋਂ ਪੜ੍ਹਤਾ, ਕਿਉਂਕਿ ਵੱਡੀ ਸਕਰੀਨ ਕੋਲ ਲੱਗੀ, ਉਹ ਪੜ੍ਹ ਕੇ ਗਾ ਗਿਆ ਜੀ। ਤੇ ਉਹਦਾ ਵੀ ਕਹਿੰਦੇ ਹੁੰਦੇ ਆ ਵੀ ਜਿਹੜਾ ਜੋ ਸੱਚਾਈ ਆ ਉੱਤੇ ਰਹਿਣਾ ਚਾਹੀਦਾ। ਅੰਗਰੇਜ਼ ਸਿੰਘ ਬਾਣੀ ਪੜ੍ਹਦਾ ਆ, ਚਲੋ ਉਹਦਾ ਪਤਾ ਲੱਗਦਾ ਆ। ਜੀ ਜੀ। ਅੱਛਾ, ਹੁਣ ਭਾਈ ਸਾਹਿਬ ਨੂੰ ਵੀ ਕੋਈ ਨਾ ਕੋਈ ਪੜ੍ਹ ਕੇ ਸੁਣਾਉਣਾ ਪੈਣਾ। ਹੁਣ ਭਾਈ ਸਾਹਿਬ ਬਾਣੀ ਦੇ ਕਦੀ ਲੱਗ ਹੁੰਦੀ ਨਹੀਂ ਨੰਗੇ ਹੋਏ। ਜੀ ਜੀ। ਫਿਰ ਭਾਈ ਸਾਹਿਬ ਨੇ ਮੇਰੇ ਖਿਆਲ 35ਵਾਂ 36ਵਾਂ ਸੁਰ ਜਿਹੜਾ ਇਹਨਾਂ ਨੇ ਆਪਦਾ ਤਿਆਰ ਕੀਤਾ, ਉਹਦੇ ਵਿੱਚ ਸ਼ੁਰੂ ਕੀ ਕੀਤਾ? 3 ਰੰਗ ਨਹੀਂ ਲੱਭਣੇ, ਕਾਲੇ ਵਾਲ, ਜਵਾਨੀ, ਮਾਪੇ। ਅੱਛਾ। ਤੇ ਜੇ ਭਾਈ ਸਾਹਿਬ ਸ਼ੀਸ਼ੇ 'ਚ ਮੂੰਹ ਦੇਖ ਲੈ ਤੇ ਹੁਸਨ ਜਵਾਨੀ ਕਿਹੜਾ ਲੱਭਦੇ? ਭਾਈ ਸਾਹਿਬ ਦਾ ਜਦੋਂ ਮੇਕਅਪ ਪਹਿਲਾਂ ਕੀਤਾ ਹੁੰਦਾ ਕਰੋਨਾ ਵਾਇਰਸ ਤੋਂ ਪਹਿਲਾਂ, ਤੇ ਉਦੋਂ ਗੱਲਾਂ ਇੰਨੀਆਂ ਚਮਕਦੀਆਂ, ਹੁਣ ਮੇਕਅਪ ਕਰਨਾ ਬੰਦ ਕਰਤਾ ਤੇ ਹੁਣ ਉਹ ਲਾਲੀ ਕਿਹੜੀ ਲੱਭ ਰਹੀ ਆ? ਨਹੀਂ ਔਖਾ ਹੁਣ ਇਹ ਭਾਈ ਸਾਹਿਬ ਦੇ ਮੇਕਅਪ ਕਰਨ ਵਾਲੇ, ਨਾਲੇ ਭਾਈ ਸਾਹਿਬ ਨੂੰ ਡਰ ਰਹਿਣਾ ਵੀ ਮੇਰੇ ਮੂੰਹ ਦੇ ਉੱਤੇ ਕੋਈ ਬੁਰਸ਼ ਫੇਰਨ ਲੱਗਾ, ਮੇਰੇ ਮੂੰਹ 'ਚ ਕਰੋਨਾ ਨਾ ਪਾ ਜਾਵੇ। ਤੇ ਉਧਰ ਕਰੋਨਾ ਵਾਲਿਆਂ ਨੂੰ ਕਿਹਾ, ਉਹਨੂੰ ਬੁਰਸ਼ ਫੇਰਨ ਵਾਲੇ ਨੂੰ ਡਰ ਲੱਗੀ ਜਾਣਾ ਵੀ ਜੇ ਅਗਰ ਮੈਂ ਬੁਰਸ਼ ਫੇਰਨ ਗਿਆ ਤੇ ਭਾਈ ਸਾਹਿਬ ਨੂੰ ਸ਼ੱਕ ਆ ਗਈ ਤੇ ਮੈਂ ਰਗੜਿਆ ਜਾਊਂਗਾ। ਬਿਲਕੁਲ ਬਿਲਕੁਲ। ਜਿੱਥੇ ਆਪਾਂ ਅਗਲੀ ਬੇਨਤੀ ਹੁਣ ਰੱਖਦੇ ਆ, ਜਿਹੜੇ ਟਕਸਾਲ ਲਾ ਲਓ ਜਾਂ ਪੂਰਾ ਸਿੱਖ ਕੌਮ ਲਾ ਲਓ। ਇੱਕ ਸੈਕਿੰਡ ਹੋਲਡ ਕਰਿਓ ਮੜਿਆ। ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਲਾਈਵ ਚੱਲ ਰਿਹਾ ਪ੍ਰੋਗਰਾਮ ਨੂੰ ਜਰੂਰ ਤੁਸੀਂ ਕਿਸੇ ਵੀ ਗਰੁੱਪ ਵਿੱਚ ਐਡ ਹੋ ਜਾਂ ਆਪਣੀ ਆਈਡੀ ਦੇ ਉੱਤੇ ਸ਼ੇਅਰ ਜਰੂਰ ਕਰ ਦੇਣਾ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਹਾਂਜੀ ਭਾਈ ਮਲਕੀਤ ਸਿੰਘ ਜੀ, ਕੰਟੀਨਿਊ ਔਨ। ਹਾਂਜੀ ਬਾਬਾ ਜੀ, ਦੇਖੋ ਗੱਲ ਇਹ ਆ ਕਿ ਆਪਾਂ ਕਹਿੰਦੇ ਆ ਕਿ ਪ੍ਰਮਾਤਮਾ ਜਿਹੜਾ ਆ ਨਾ, ਉਹ ਕਣ ਕਣ ਦੇ ਵਿੱਚ ਵਸਿਆ ਹੈ, ਉਹਦੀ ਇੱਕ ਵੱਖਰੀ ਹਸਤੀ ਆ ਹੋਂਦ। ਆਪਾਂ ਰੋਜ਼ ਉਹਦੇ ਅੱਗੇ ਅਰਦਾਸ ਕਰਦੇ ਆ, ਅਸੀਂ ਉਸ ਦਰ ਦੇ ਮੰਗਤੇ ਆ ਜੀ। ਜਿਹੜੇ ਨੇਕੀ ਕਹਿੰਦਾ ਨਾ ਮੰਗ ਖਾਣੇ ਆ, ਬਿਲਕੁਲ ਮੰਗ ਕੇ ਖਾਣੇ ਆ, ਗੁਰੂ ਦਾ ਦਿੱਤਾ ਖਾਣੇ ਆ ਜੀ ਜੀ। ਤੇ ਉਹਦੇ ਵਿੱਚ ਡੋਨਲਡ ਟਰੰਪ ਵੀ ਆ ਗਿਆ, ਇੰਗਲੈਂਡ ਦਾ ਪ੍ਰਧਾਨ ਮੰਤਰੀ ਵੀ ਹੁਣ ਤਾਂ ਆ ਗਿਆ, ਇਟਲੀ ਦਾ ਪ੍ਰਧਾਨ ਮੰਤਰੀ, ਸਾਰੇ ਇਹ ਸ਼ਾਮਲ ਹੋ ਗਏ ਵੀ ਇਹ ਸਾਰੀ ਦੁਨੀਆ ਹੀ ਮੰਗ ਖਾਣੇ ਦੀ ਹੋ ਗਈ ਜੀ ਜੀ। ਸੋ ਉਹ ਤੇ ਮੈਂ ਬਾਅਦ ਚ ਨੇਕੀ ਤੇ ਜਾਊਂਗਾ। ਅੱਛਾ, ਰਣਜੀਤ ਸਿੰਘ ਕਹਿੰਦਾ ਸੀ ਗਿਆਨ ਗੁਰੂ ਹੈ ਜੀ, ਗਿਆਨ ਡਾਕਟਰ ਦੇ ਕੋਲ ਆ ਜੀ। ਇਹਦਾ ਮਤਲਬ ਸੀ ਵੀ ਰਣਜੀਤ ਸਿੰਘ ਦਾ ਜਿਹੜਾ ਗੁਰੂ ਆ ਉਹ ਡਾਕਟਰ ਸੀ। ਇਹ ਭਾਈ ਰਣਜੀਤ ਸਿੰਘ ਦੇ ਬੋਲ ਆ, ਮੇਰੇ ਨਹੀਂ, ਹਨਾ? ਨਹੀਂ ਫਿਰ ਜੇ ਇਸੇ ਦ੍ਰਿਸ਼ਟੀਕੋਣ ਦੇ ਨਾਲ ਹਰ ਤਰ੍ਹਾਂ ਦੇ ਗਿਆਨ ਨੂੰ ਗੁਰੂ ਮੰਨ ਕੇ ਚੱਲਣਾ ਆ, ਫਿਰ ਕੋਕਾ ਸ਼ਾਸਤਰ ਦਾ ਗ੍ਰੰਥ ਵੀ ਹੈਗਾ ਆ, ਫਿਰ ਓਸ਼ੋ ਰਜਨੀਸ਼ ਨੇ ਸੰਭੋਗ ਸੇ ਸਮਾਧੀ ਕੀ ਔਰ ਵੀ ਲਿਖਿਆ ਹੋਇਆ ਆ। ਫਿਰ ਇਹ ਕਿਹੜੀ ਚੀਜ਼ ਨੂੰ ਇਹ ਗੁਰੂ ਮੰਨਦੇ ਫਿਰਨਗੇ? ਨਹੀਂ ਬਾਬਾ ਜੀ, ਉਹਨਾਂ ਨੇ ਵੰਡ ਲਏ ਨਾ। ਉਹ ਜਿਹੜਾ ਇੰਗਲੈਂਡ ਦੇ ਵਿੱਚ ਬੈਠਾ ਆ, ਉਹ ਕੀ ਨਾਂ ਜੀ ਉਹਦਾ, ਜਿਹੜਾ ਹਰਿੰਦਰ ਸਿੰਘ, ਕੀ ਉਹਦਾ ਨਾਂ ਆ ਜੀ ਜੀ। ਇੱਥੇ ਬੀਬੀਆਂ ਵੀ ਬੈਠੀਆਂ ਨੇ, ਪਰ ਮੈਨੂੰ ਇਹ ਦੱਸਣਾ ਪੈ ਰਿਹਾ। ਉਹ ਕਹਿ ਰਿਹਾ ਸੀ ਮੈਂ ਮਤਲਬ ਮਾਊਥ ਟੂ ਮਾਊਥ ਜਿਹੜਾ ਕਹਿੰਦਾ ਸੀ ਸਿਮਰਨ ਤੋਰਦੇ ਆ, ਤਾਂ ਉਹਨੇ ਫਿਰ ਉਸੇ ਗੁਰੂ ਮੰਨ ਕੇ ਤੋਰਿਆ, ਕਿਉਂਕਿ ਸਿੱਖੀ ਚ ਤਾਂ ਐਸਾ ਕੋਈ ਸਿਮਰਨ ਹੈ ਨਹੀਂ ਆ। ਕਿੱਕ ਸਟਾਰਟ ਕਰਨਾ ਪੈਂਦਾ, ਕਹਿੰਦਾ ਕਿੱਕ ਸਟਾਰਟ ਕਰਨਾ ਪੈਂਦਾ ਸੀ। ਅੱਜ ਤੱਕ ਉਹਨੇ ਉਹ ਜਵਾਬ ਨਹੀਂ ਦਿੱਤਾ। ਉਹ ਬਹਿਤ ਜਾਂਦਾ ਰੋਜ਼ ਲਾਈਵ ਤੇ ਆਣ ਕੇ। ਅੱਛਾ, ਕੋਈ ਵੀ ਸੰਗਤ ਦੇਖਦੀ, ਪਿਛਲੇ ਵੀਕ ਉਹਦਾ ਪ੍ਰੋਗਰਾਮ ਚੱਲਦਿਆ ਸੀ ਹਰਵਿੰਦਰ ਸਿੰਘ ਦਾ ਜੀ, ਤੇ ਦਾਸ ਨੇ ਉਹਨੂੰ ਬੇਨਤੀ ਕੀਤੀ ਵੀ ਏਦਾਂ ਕਰ ਵੀ ਤੂੰ ਆਪਣਾ ਰੌਲਾ ਪਾਈਏ ਨਾ, ਬਾਣੀ ਵੀ ਪੜ੍ਹ ਲੈ ਜੀ। ਉਹਨੇ ਦੇਖੇ ਵੀ 5-10 ਕਮੈਂਟ ਆ ਚੁੱਕੇ ਲਗਾਤਾਰ, ਤੇ ਬਾਣੀ ਪੜ੍ਹ ਦਿੰਨੇ ਆ ਜੀ ਜੀ। 3 ਵਾਰੀ ਮਹਾਰਾਜ ਬਾਣੀ ਦੀ ਤੁਕ ਸ਼ੁਰੂ ਕੀਤੀ, ਬਾਣੀ ਦੀ ਤੁਕ ਪੂਰੀ ਨਹੀਂ ਕਰ ਹੋਈ ਉਹਦੇ ਕੋਲ। ਬੇਸ਼ੱਕ ਜਾ ਕੇ ਲਾਈਵ ਸੁਣ ਲਓ। ਉਹ ਕਹਿੰਦਾ ਹੁਣ ਗੋਲੀ ਮਾਰ ਦਿੰਦਾ, ਮੈਨੂੰ ਐਡਾ ਔਖਾ ਕੰਮ ਕਾਹਨੂੰ ਦੱਸਿਆ। ਹਾਂਜੀ, ਉਹਨੇ ਨਾਲ ਦੀ ਨਾਲ ਲਾਈਵ ਬੰਦ ਕਰਨ ਤੋਂ ਨਾ ਪਹਿਲਾ ਕੰਮ ਇਹ ਕੀਤਾ ਵੀ ਮੈਨੂੰ ਬਲੌਕ ਕਰਕੇ ਫੇਰ ਮੇਰੇ ਨਾਲ ਸ਼ੇਅਰ ਕੀਤੀ ਪੋਸਟ ਆਪਦੀ। ਸੋ ਇਹ ਗੱਲਾਂ ਹੁਣ ਜਿਹੜੀ ਮੈਂ ਗੱਲ ਪੂਰੀ ਕਰ ਰਿਹਾ ਸੀ, ਹੁਣ ਗਿਆਨ ਡਾਕਟਰ ਦੇ ਕੋਲ ਆ, ਗੁਰੂ ਡਾਕਟਰ ਦਾ, ਡਾਕਟਰ ਗੁਰੂ ਆ, ਰਾਈਟ। ਇਹ ਭਾਈ ਰਣਜੀਤ ਸਿੰਘ ਨੂੰ ਚਾਹੀਦਾ ਇਹ ਸੀ ਵੀ ਆਪਣਾ ਜਿਹੜਾ ਸੀ ਗੁਰੂ ਤੇ ਯਕੀਨ ਰੱਖਦਾ, ਤੇ ਗਠੜੀ ਪਾ ਕੇ ਨਾ ਸਮਾਨ ਦੀ ਪਿੱਛੇ ਤੇ ਸੰਗਤਾਂ ਦੀ ਸੇਵਾ ਕਰਨ ਤੁਰ ਪੈਂਦਾ। ਬਾਕੀ ਗੁਰੂ ਨਾਨਕ ਦੇ ਲੰਗਰਾਂ ਤੇ ਯਕੀਨ ਕਰਦੇ, ਤਦ ਕਰਕੇ ਉਹ ਲੰਗਰ ਲੈ ਕੇ ਤੁਰ ਪਏ। ਭਾਈ ਸਾਹਿਬ ਜੀ ਆਪਦੇ ਗੁਰੂ ਡਾਕਟਰ ਤੇ ਯਕੀਨ ਕਰਦਾ। ਭਾਈ ਸਾਹਿਬ ਦਾ ਫਰਜ਼ ਬਣਦਾ ਇਹ ਦਵਾਈਆਂ ਦਾ ਗਠੜੀ ਭਰਦਾ ਤੇ ਵੰਡਣ ਤੁਰ ਪੈਂਦਾ। ਹਾਂਜੀ ਹਾਂਜੀ।
ਜੇ ਕਰੋਨਾ ਵਾਇਰਸ ਕਾਲ 'ਚ ਆ ਜਾਂਦਾ ਤੇ ਗੁਰੂ ਡਾਕਟਰ ਬੈਠਾ ਸੀ ਇਲਾਜ ਕਰਨ ਨੂੰ। ਬਿਲਕੁਲ ਜੀ, ਬਿਲਕੁਲ। ਗੁਰੂ ਨੂੰ ਕਹਿੰਦਾ ਵੀ ਗੁਰੂ ਸਾਹਿਬ ਜੀ ਮੈਂ ਸੇਵਾ ਕਰਨ ਗਿਆ ਸੀ, ਮੇਰੇ ਗਲੇ ਦੇ ਵਿੱਚ ਆ ਗਿਆ, ਇਹਨੂੰ ਗਿਆਨ ਨਾਲ ਦੂਰ ਕਰ ਦਿਓ। ਜੀ ਜੀ ਜੀ। ਪਰ ਭਾਈ ਸਾਹਿਬ ਨੇ ਕੀ ਕੀਤਾ, ਆਪਦੇ ਗੁਰੂ ਨੂੰ ਪਿੱਠ ਦਿਖਾਲ ਕੇ ਇੱਕ ਜਿੰਦਾ ਲਾਇਆ ਪਰਮੇਸ਼ਵਰ ਦਵਾਰ ਬਾਹਰ, ਇੱਕ ਲਾਇਆ ਅੰਦਰਲੇ ਪਾਸੇ, ਤੇ ਭਾਈ ਸਾਹਿਬ ਜੀ ਨੇ ਬਾਕੀ ਆਪਣੀ ਕੁੜੀਆਂ ਨੂੰ ਲਾਇਆ ਜਿੰਦਾ, ਤੇ ਉੱਥੇ ਜਾ ਕੇ ਆਪਣੇ ਜਿਹੜੇ ਗਿਣਤੀ ਦੇ ਚੇਲੇ ਬਾਲ ਕੇ ਉਹਨਾਂ ਨੂੰ ਲੈ ਕੇ ਵਿੱਚ ਬੈਠ ਗਏ। ਅੱਛਾ, ਇੱਕ ਉਹਦਾ ਤੁਸੀਂ ਪਤਾ ਕੀ ਕਾਰਨ ਹੈ, ਮੂਲ ਕਾਰਨ ਕੀ ਆ ਜੀ? ਉੱਥੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਕਰੋਨਾ ਦਾ ਕੰਮ ਲੰਮੀ ਚੌੜੀ ਗੱਲਬਾਤ ਆ, ਵੀ ਪਤਾ ਨਹੀਂ ਕਿੰਨੇ ਮਹੀਨੇ ਚੱਲਣਾ ਆ, ਤੇ ਜਿਹੜੇ YouTube ਤੇ ਕਲਿੱਕ ਕਰਨ ਦੇ ਨਾਲ ਤੇ ਲਾਈਕ ਕਰਨ ਦੇ ਨਾਲ ਜਿਹੜੇ ਪੈਸਿਆਂ ਦੇ ਵੱਧ ਪੈਸੇ ਆਉਂਦੇ ਆ। ਜੀ ਜੀ ਬਿਲਕੁਲ। ਤੇ ਉਹ ਜਿੱਦਾਂ ਲਾਈਕ ਬੜਾ ਨਾ, ਜਿੱਦਾਂ ਇਨੋਸੈਂਟ ਜਿਹਾ ਬਣ ਕੇ, ਉਹ ਕੀ ਕਹਿੰਦੇ ਹੁੰਦੇ ਜਿਹੜਾ ਗੂਠਾ ਜਿਹਾ ਤਾਂ ਨੂੰ ਕਰੀਦਾ, ਉਹ ਕੀ ਕਹਿੰਦੇ ਹੁੰਦੇ ਆ? ਉਹ ਥਲੜਾ ਕਹਿੰਦਾ ਜੀ, ਉਹਨੂੰ ਲਾਈਕ ਕਹਿੰਦੇ। ਤੇ ਹਾਂ ਲੈ ਉਹ ਦੱਸ ਦੇ, ਮੈਨੂੰ ਤਾਂ ਪਤਾ ਨਹੀਂਗਾ ਉਹ ਕੀ ਆ ਲਾਈਕ ਕਹਿੰਦੇ ਆ। ਚੈੱਕ ਕਿਹਨੂੰ ਆਉਂਦਾ? ਤੈਨੂੰ ਨਹੀਂ ਪਤਾ ਤਾਂ ਹੋਰ ਕਿਹਨੂੰ ਪਤਾ ਆ? ਹੈ ਉਹ ਬਾਬਾ ਜੀ ਉਹ ਚੈੱਕ ਲੈਣ ਦਾ ਪਤਾ। ਅੱਛਾ, ਦੂਜੀ ਗੱਲ ਇੱਕ ਹੋਰ ਮੈਨੂੰ ਬੜੀ ਹੈਰਾਨੀ ਦੀ ਗੱਲ ਹੋਈ, ਮੇਰਾ ਦਿਲ ਕਰਦਾ ਵੀ ਆਪਾਂ ਭਾਈ ਸਾਹਿਬ ਦੇ ਨਾ ਮਗਰ ਹੀ ਲੱਗ ਤੁਰੀਏ। ਭਾਈ ਸਾਹਿਬ ਕਹਿੰਦੇ ਵੀ ਸਕੂਲ 'ਚ ਪੜ੍ਹਾ ਕੇ ਬ੍ਰਹਮ ਗਿਆਨੀ ਤਿਆਰ ਕਰ ਲੈਣੇ ਮੈਂ। ਹਾਂਜੀ, ਚਲੋ ਭਾਈ ਸਾਹਿਬ ਦੀ ਆਪਾਂ ਗੱਲ ਮੰਨ ਲੈਂਦੇ ਆ ਜੀ। ਹੁਣ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹ ਸਟੇਜ ਤੋਂ ਥੱਲੇ ਬੈਠੇ ਨੇ, ਇਹਦਾ ਮਤਲਬ ਭਾਈ ਸਾਹਿਬ ਦੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਥੱਲੇ ਬੈਠੇ ਨੇ। ਤੇ ਗਿਆਨ ਤੋਂ ਹੀਣਾ ਆ ਉੱਪਰ ਬੈਠਾ ਲੈਕਚਰ ਕਰ ਰਿਹਾ। ਫਿਰ ਭਾਈ ਸਾਹਿਬ ਨੂੰ ਇਹ ਚਾਹੀਦਾ ਆਪ ਬੈਠੇ ਥੱਲੇ, ਆਪ ਥੱਲੇ ਵੀ ਨਾ ਬੈਠੇ, ਕਿਉਂਕਿ ਥੱਲੇ ਕੋਈ 10ਵੀਂ ਪਾਸ ਕੋਈ 9ਵੀਂ ਪਾਸ ਤੇ ਹੋਊਗਾ ਹੀ। ਜੀ ਜੀ। ਤੇ ਭਾਈ ਸਾਹਿਬ ਤੇ ਇੰਨੇ ਵੀ ਨਹੀਂ ਪੜ੍ਹੇ। ਨਹੀਂ, ਪਰ ਭਾਈ ਸਾਹਿਬ ਦਾ ਫਰਜ਼ ਬਣਦਾ ਉਹ ਗੇਟੋਂ ਬਾਹਰਲੇ ਬੰਨੇ ਭਾਈ ਸਾਹਿਬ ਬੈਠੇ ਤੇ ਉੱਥੇ ਕਵੇ ਵੀ ਕਿਹੜਾ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ, ਉਹਨੂੰ ਬ੍ਰਹਮ ਗਿਆਨੀ ਮੰਨ ਕੇ ਉਹਨੂੰ ਸਟੇਜ ਤੇ ਬਿਠਾਉਣ। ਇਵੈਂਚੁਅਲੀ ਉਹਨਾਂ ਦੇ ਨਾਲੋਂ ਵੱਧ ਐਜੂਕੇਟਡ ਬੰਦੇ ਤੇ ਬਾਹਰ ਸੰਗਤ ਦੇ ਵਿੱਚ ਬੈਠੇ ਹੁੰਦੇ ਆ। ਪਰ ਨਹੀਂ, ਉੱਥੇ ਗੱਲ ਹੋ ਰਿਹਾ ਵੀਰੇ ਨਾ, ਜਿਹੜਾ ਪੜ੍ਹੇ ਲਿਖੇ ਹੋਣਾ ਗੱਲ ਹੋ ਰਿਹਾ, ਪੜ੍ਹੇ ਹੋਣਾ ਹੋਰ ਗੱਲ ਆ, ਰੜੇ ਹੋਣਾ ਹੋਰ ਗੱਲ ਆ। ਤੇ ਭਾਈ ਸਾਹਿਬ ਨਾ ਪੜ੍ਹੇ ਆ ਤੇ ਨਾ ਰੜੇ ਆ। ਜੇ ਰੜੇ ਹੁੰਦੇ ਤੇ ਫੇਰ ਇਹਨਾਂ ਨੂੰ ਘੱਟੋ ਘੱਟ ਗੁਰੂ ਦੀ ਸ਼ਰਮ ਰਹਿ ਜਾਣੀ ਸੀਗੀ। ਜਦੋਂ ਇਹਨਾਂ ਨੇ ਆਪਣਾ ਰੱਬ ਦੀ ਹੋਂਦ ਤੋਂ ਮੁਨੱਕਰ ਹੋਣਾ, ਫਿਰ ਰੜੇ ਹੁੰਦੇ ਤੇ ਘੱਟੋ ਘੱਟ ਉੱਥੋਂ ਨਾ ਡਿੱਗਦੇ। ਇਹ ਜਿਹੜੇ ਭਾਈ ਸਾਹਿਬ ਨਾ ਪੜ੍ਹੇ ਆ ਨਾ ਰੜੇ ਆ, ਭਾਈ ਸਾਹਿਬ ਹੜੇ ਆ, ਇਹ ਹੜ ਗਏ। ਤੁਹਾਡੀ ਇੱਕ ਗੱਲ ਨੂੰ ਮਾਫੀ ਚਾਹੁੰਦਾ, ਮੈਂ ਮਾੜੀ ਜੀ ਦਰੁਸਤ ਕਰ ਦਵਾਂ ਜੀ। ਭਾਈ ਸਾਹਿਬ ਜੀ ਨਾ ਪੜ੍ਹੇ ਆ ਨਾ ਹੜੇ ਆ, ਭਾਈ ਸਾਹਿਬ ਜੀ ਰੁੜੇ ਆ। ਹਾਂਜੀ। ਉਹ ਰੁੜੇ ਕਿਵੇਂ? ਜੀ। ਉਹ ਰਾੜਾ ਸਾਹਿਬ ਤੋਂ ਸ਼ੁਰੂ ਹੁੰਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ, ਖੰਡ ਕੀਰਤਨੀ ਜੱਥਾ, ਟਕਸਾਲ, ਉਹ 4 ਚੁਫੇਰੇ 2 ਸਾਲ, ਕੋਈ ਵੀ ਜਿਹੜੇ ਇੱਕ ਇਹਨਾਂ ਦਾ ਵੀਰ ਬੜੇ ਉਹ ਸੱਭਿਅਕ ਕਮੈਂਟ ਵੀ ਕਰ ਰਿਹਾ ਥੱਲੇ ਜੀ। ਤੇ ਮੈਨੂੰ ਇੱਕ ਬੇਨਤੀ ਆ ਵੀ 2 ਸਾਲ ਦਾ ਸਮਾਂ ਕੋਈ ਵੀ ਦਿਖਾ ਲਓ, ਜਦੋਂ ਤੁਹਾਡੇ ਭਾਈ ਸਾਹਿਬ ਨੇ ਦਸਤਾਰ ਤੇ ਪ੍ਰਚਾਰ ਇੱਕ ਰੱਖਿਆ ਹੋਵੇ, ਕੋਈ ਵੀ 2 ਸਾਲ। ਹੁਣ ਤੇ ਸਾਈਂ ਬਣ ਚੱਲੇ ਆ, ਸਾਈਂ ਵੇ ਮੇਰੀ ਫਰਿਆਦ ਤੇਰੇ ਤਾਈਂ, ਸਤਿੰਦਰ ਸਰਤਾਜ ਦੇ ਸ਼ਾਗਿਰਦ ਬਣ ਲੱਗੇ ਅੱਜ ਕੱਲ ਕਹਿੰਦੇ। ਬਿਲਕੁਲ ਜੀ। ਅੱਛਾ, ਜੇ ਇਹਨਾਂ ਨੂੰ ਕਹੀਦਾ ਵੀ ਇੱਕ ਇਹਨਾਂ ਦਾ ਨਾ ਗਿਆਨਾ ਸੋ, ਜਿਹਦੀ ਮੈਂ ਰਿਕਾਰਡਿੰਗ ਵੀ ਪਾਈ ਸੀ ਨਾ ਜੀ, ਮੈਨੂੰ ਕਹਿੰਦਾ ਵੀ ਭਾਈ ਸਾਹਿਬ ਹੋਣਾ ਦਾ, ਦੇਖੋ ਝੂਠ ਕਿੱਥੋਂ ਤੱਕ ਬੋਲਦੇ ਬੰਦੇ, ਮੈਨੂੰ ਕਹਿੰਦਾ ਭਾਈ ਸਾਹਿਬ ਹੋਣਾ ਦਾ ਲੰਗਰ ਪ੍ਰਸ਼ਾਦਾ ਨਹੀਂ ਚੱਲਦਾ, ਤੈਨੂੰ ਦੱਸਦਾ। ਮੈਂ ਕਿਹਾ ਵੀ ਜੇ ਕੋਈ ਬਾਜ਼ਾਰ ਤੋਂ ਵੀ ਚੀਜ਼ ਲੈਣ ਲੱਗ ਜਾਂਦਾ ਤੇ ਪੁਲਿਸ ਵਾਲੇ ਛੱਲੀਆਂ ਵਾਂਗੂ ਕੁੱਟਦੇ ਆ, ਤੇ ਭਾਈ ਸਾਹਿਬ ਦਾ ਲੰਗਰ ਪ੍ਰਸ਼ਾਦਾ ਕਿੱਥੇ ਚੱਲ ਰਿਹਾ ਵੀ? ਜੀ। ਕਹਿੰਦਾ ਜੀ ਬਾਹਰ ਰੋਡ ਤੇ ਚੱਲ ਰਿਹਾ। ਅੱਛਾ, ਜਿੱਥੇ ਰੂਪੋ ਵਾਲੀਆ ਜਿੰਦਾ ਲੱਗਾ ਆ। ਜੀ ਹਾਂਜੀ। ਤੇ ਦਾਸ ਨੇ ਉਹਨੂੰ ਬੇਨਤੀ ਕੀਤੀ ਵੀ ਇਦਾਂ ਕਰਦੇ ਆ, ਆਪਾਂ 2 ਸਿੰਘ ਉਹਨਾਂ ਦੇ ਪਿੰਡ ਦੇ ਜਾਣਦੇ ਆ, ਆਪਾਂ ਭੇਜ ਦਿੰਦੇ, ਤੋਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਲਾਈਵ ਹੋ ਜਾਂਦੇ ਉੱਥੇ, ਜੀ, ਤਾਂ ਜੋ ਸੰਗਤਾਂ 'ਚ ਗੱਲ ਸਪਸ਼ਟ ਹੋ ਸਕੇ ਵੀ ਇਹ ਕਿੱਥੇ ਲੰਗਰ ਪ੍ਰਸ਼ਾਦ ਦੀ ਸੇਵਾ ਚੱਲ ਰਹੀ ਆ। ਜੀ। ਤੇ ਫਿਰ ਉਹ ਕਹਿੰਦੇ ਨਹੀਂ ਮੈਂ ਅਸੀਂ ਇਦਾਂ ਨਹੀਂ ਕਰਦੇ ਹੁੰਦੇ। ਨਹੀਂ, ਫਿਰ ਇਦਾਂ ਤੇ ਕੰਮ ਨਸ਼ਰ ਹੋ ਜਾਣਾ ਸੀਗਾ ਨਾ। ਭਾਈ ਸਾਹਿਬ ਜੀ ਇੱਕ ਕਾਲ ਆ ਰਹੀ ਆ, ਆਪਾਂ ਕਾਲ ਲੈ ਲਈਏ। ਹੈ ਕਾਲ? ਜੀ ਜ਼ਰੂਰ। ਠੀਕ ਆ, ਸਟੇ ਇਨ ਅਲਰਟ, ਆਮ ਗੋਇੰ ਟੂ ਕੈਚ ਬੈਕ ਟੂ ਯੂ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨੂੰ ਰੇਡੀਓ ਤੇ ਸਵਾਗਤ ਹੈ ਜੀ ਆਪ ਜੀ ਦਾ। ਹਾਂਜੀ ਭਾਈ ਸਾਹਿਬ ਜੀ, ਹਾਂਜੀ ਦੁਬਾਰਾ ਬਚਨ ਰੱਖਿਓ ਜੀ। ਹਾਂਜੀ ਭਾਈ ਸਾਹਿਬ ਜੀ, ਆਵਾਜ਼ ਥੋੜੀ ਜਿਹੀ ਕੱਟ ਕੇ ਆਉਂਦੀ ਆ। ਆਪਾਂ ਨਾ ਤੁਸੀਂ ਹੈਲੋ ਹਾਂਜੀ ਬਾਈ, ਹਾਂਜੀ ਹਾਂਜੀ ਆ ਰਹੇ ਜੀ। ਅੱਛਾ, ਮੈਂ ਇੱਕ ਗੱਲ ਭਾਈ ਸਾਹਿਬ ਦੀ ਸੁਣ ਰਿਹਾ ਸੀ, ਹੁਣ ਇੱਕ ਸਿੰਘ ਬੋਲ ਰਹੇ ਸੀਗੇ ਜੀ। ਹੈਲੋ, ਹਾਂਜੀ ਹਾਂਜੀ ਆ ਰਹੀ ਹੈ ਆਵਾਜ਼। ਉਹ ਇੱਕ ਸਿੰਘ ਸਾਹਿਬ ਬੋਲ ਰਹੇ ਸੀ ਕਿ ਹਾਂਜੀ ਉਹ
ਕਹਿੰਦੇ ਵੀ ਬ੍ਰਹਮ ਗਿਆਨੀ ਤਿਆਰ ਕਰਨੇ ਆ ਮੈਂ ਬੜੇ ਜੀ ਸਕੂਲ ਦੇ ਵਿੱਚ ਪੜ੍ਹਾ ਕੇ ਜੀ। ਇਹ ਬ੍ਰਹਮ ਗਿਆਨੀ ਪਤਾ ਕਿਹੜੇ ਬ੍ਰਹਮ ਗਿਆਨੀ, ਤੁਹਾਨੂੰ ਤਾਂ ਪਤਾ ਹੀ ਹੈ, ਇਹ ਬ੍ਰਹਮ ਨਾਲ ਕੁਦਰਤ ਨੂੰ ਕਹੀ ਜਾਂਦਾ ਸੀ। ਕਹਿਣ ਲੱਗਾ ਵੀ ਕੁਦਰਤ ਰੂਪੀ ਬ੍ਰਹਮ ਗਿਆਨੀ ਦੇ ਉਹ ਬ੍ਰਹਮ ਦੇ ਗਿਆਨ ਵਾਲੇ ਬ੍ਰਹਮ ਗਿਆਨੀ ਪੈਦਾ ਕਰਨੇ ਕਹਿੰਦੇ ਜੀ। ਉਹ ਕੱਲ ਇੱਕ ਹੋਰ ਸਿੰਘ ਦੇ ਨਾ ਮੈਂ ਗੱਲ ਕੀਤੀ ਸੀ ਉੱਥੇ, ਉਹਨਾਂ ਦਾ ਵੀ ਆਪਣਾ ਚੱਲ ਰਿਹਾ ਸੀਗਾ, ਸੁਖਵਿੰਦਰ ਸਿੰਘ ਆ ਸ਼ਾਇਦ ਕੋਈ ਏਦਾਂ ਕਰਕੇ, ਆਪਣੇ ਆਸਟ੍ਰੇਲੀਆ ਤੋਂ ਸਿੰਘ ਨੇ, ਉਹ ਵੀ ਏਦਾਂ ਲਾਈਵ ਕਰਦੇ ਹੁੰਦੇ। ਸੁਖਵਿੰਦਰ ਸਿੰਘ ਸਾਲਿਆ, ਹਾਂਜੀ, ਉਹ ਭਾਈ ਸਾਹਿਬ ਵੀ ਸੇਵਾ ਨਿਭਾ ਰਹੇ ਨੇ। ਹਾਂਜੀ ਹਾਂਜੀ, ਉਹ ਸੇਵਾ ਨਿਭਾ ਰਹੇ ਨਾ। ਜਦੋਂ ਉੱਥੇ ਵੀ ਉਹਨਾਂ ਦੇ ਨਾਲ ਇੱਕ ਨਾ ਇਹੋ ਜਿਹੀ, ਤੇ ਉਹ ਜਿਹੜਾ ਸਰੋਤਾ ਸੀਗਾ ਉਹ ਕਹਿੰਦਾ ਵੀ ਭਾਈ ਸਾਹਿਬ ਗੁਰਬਾਣੀ ਦਾ ਪ੍ਰਚਾਰ ਕਰਦੇ ਤੇ ਬੜੀ ਕ੍ਰਾਂਤੀ ਲਿਆ ਰਹੇ ਨੇ। ਜੀ ਜੀ, ਠੀਕ ਹੈ ਜੀ। ਮੈਂ ਉਹਨਾਂ ਨਾਲ ਮੈਂ ਉੱਥੇ ਗੱਲ ਕੀਤੀ, ਮੈਂ ਕਿਹਾ ਵੀ ਕਿਹੜੀ ਗੁਰਬਾਣੀ ਦਾ ਪ੍ਰਚਾਰ ਕਰਦੇ, ਮੈਨੂੰ ਉਹ ਗੁਰਬਾਣੀ ਲਿਆ ਕੇ ਦਿਖਾਓ ਜਿਹਦੇ ਵਿੱਚ ਮਹਾਰਾਜ ਨੇ ਕੁਦਰਤ ਨੂੰ ਬ੍ਰਹਮ ਕਿਹਾ ਹੋਵੇ। ਜੀ ਜੀ। ਮੈਂ ਕਿਹਾ ਵੀ ਕਿਹੜੀ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਵੀ ਹਾਲੇ ਤੱਕ ਇਹਨੂੰ ਅੱਜ ਤੱਕ ਇਹ ਨੀ ਪਤਾ ਲੱਗਾ ਵੀ ਕੁਦਰਤ ਬ੍ਰਹਮ ਹੈ ਜਾਂ ਰੱਬ ਵੀ ਹੈਗਾ ਜਾਂ ਕੁਦਰਤ ਰੱਬ ਹੈ। ਇਹ ਤਾਂ ਹਜੇ ਤੱਕ ਆਪ ਦੁਬਿਧਾ ਚ ਫਸਿਆ ਫਿਰਦਾ। ਭਾਈ ਸਾਹਿਬ ਜੀ, ਉਹ ਬਹੁਤ ਹੀ ਚਲਾਕੀ ਤੇ ਬਹੁਤ ਸਾਜ਼ਿਸ਼ ਅਧੀਨ ਜੋ ਕਰਦੇ ਆ, ਜਦੋਂ ਉਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਦੇ ਆ ਨਾ, ਉਹ ਸਾਰੀ ਪੌੜੀ ਪੜ੍ਹਦੇ ਆ, ਜਿੱਥੇ ਜਾ ਕੇ ਗੱਲ ਆਉਂਦੀ ਆ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਉਹਨੂੰ ਛੱਡ ਦਿੰਦੇ ਆ। ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਇਹ ਵਿਚਾਰ ਕਰਦਿਆਂ ਇਹ ਸਿਆਣਪਾਂ ਦੱਸੀਆਂ ਆ। ਤੇ ਜਿੱਥੇ ਉਹ ਕਹਿੰਦੇ ਵੀ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਇੱਥੇ ਤੱਕ ਗੱਲ ਕਰਕੇ ਉਦੋਂ ਅਗਲੀ ਗੱਲ ਜਿਹੜੀ ਆ ਬੰਦ ਕਰ ਦਿੰਦੇ ਆ, ਕਿਉਂਕਿ ਅੱਗੇ ਗੁਰੂ ਦੀ ਗੱਲ ਆ ਜਾਂਦੀ ਆ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਉਹ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜਾ ਉਹਦਾ ਹਜ਼ੂਰੀ 'ਚ ਬਹਿ ਕੇ ਵਿਰੋਧ ਕਰ ਰਹੇ ਨੇ। ਭਾਈ ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰੀਨ ਵਾਲੇ ਭਾਈ ਮਨਜੀਤ ਸਿੰਘ ਜੀ, ਮੈਨੂੰ ਪਤਾ ਤੁਸੀਂ ਲਾਈਵ ਸੁਣ ਰਹੇ ਸੀ, ਹੁਣੇ ਕਮੈਂਟ ਕੀਤਾ, ਜੇ ਅਗਰ ਸਮਾਂ ਲਿਖਿਆ ਤੇ ਮਹਾਰਾਜ ਤੁਸੀਂ ਕਿਰਪਾ ਕਰਕੇ ਜ਼ਰੂਰ ਫਤਿਹ ਦੀ ਸਾਂਝ ਪਾਇਓ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਕੰਟੀਨਿਊ ਕਰੋ ਗੱਲ। ਉਹ ਦੇਖੋ ਵੀ ਗੁਰਮੁਖ ਪਿਆਰੇ, ਮੈਂ ਇਹ ਗੱਲ ਕਰਦਾ ਸੀਗਾ ਵੀ ਇਹ ਜਿਹੜੀ ਗੱਲ ਕਰਦਾ ਵੀ ਇਹਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਜਦੋਂ ਆਪਾਂ ਨਾ ਦੇਖੋ ਗੁਰਬਾਣੀ ਹੈ ਜਿਹੜੀ ਆਰੰਭ ਕਿੱਥੋਂ ਹੁੰਦੀ ਹੈ ਜੀ। ਗੁਰਬਾਣੀ ਆਰੰਭ ਹੁੰਦੀ ਹੈ ਏਕੇ ਤੋਂ, ਹਨਾ ਜੀ। ਜੀ ਜੀ, ਏਕੇ ਤੋਂ ਹੀ ਆਰੰਭ ਹੁੰਦੀ ਹੈ ਨਾ, ਇੱਕ ਓੰਕਾਰ, ਹਨਾ। ਹਾਂਜੀ ਹਾਂਜੀ ਮਹਾਰਾਜ। ਇਹਦਾ ਮਤਲਬ ਮੇਰੇ ਮਨ ਦੇ ਵਿੱਚ ਇਹੀ ਖਿਆਲ ਆਉਂਦਾ ਹੁੰਦਾ ਵੀ ਉਹ ਜਿਹੜਾ ਏਕਾ ਲਾਇਆ ਨਾ, ਵੀ ਇਹ ਜਿਹੜਾ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਏਕੇ ਦੀ ਉਹ ਵਿਆਖਿਆ। ਜੀ ਜੀ, ਇਹ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਾ ਉਸ ਏਕੇ ਦੀ ਵਿਆਖਿਆ ਇਹ। ਤੇ ਹਲੇ ਤੱਕ ਇਹਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਵੀ ਬ੍ਰਹਮ ਕੀ ਹੈ, ਪਰਮਾਤਮਾ ਹੈਗਾ ਵੀ ਹੈ ਜਾਂ ਨਹੀਂ ਹੈਗਾ। ਕੁਦਰਤ ਨੂੰ ਰੱਬ ਬਣਾਈ ਜਾਂਦਾ। ਤੇ ਫਿਰ ਇੱਕ ਦਿਨ ਮੈਂ ਸੁਣ ਰਿਹਾ ਸੀ, ਨਿਰਭਉ ਨਿਰਵੈਰ ਕਹਿ ਰਿਹਾ ਸੀਗਾ ਵੀ ਨਿਰਭਉ ਕਹਿੰਦਾ ਜੀ ਕੁਦਰਤ ਦਾ ਜਿਹੜਾ ਨਿਯਮ ਆ ਉਹ ਨਿਰਵੈਰ ਹੈ, ਉਹ ਕਿਸੇ ਇੱਕ ਦੇ ਲਈ ਨਹੀਂ, ਭਾਵੇਂ ਰਾਗੀ ਹੋਵੇ ਭਾਵੇਂ ਕੋਈ ਹੋਵੇ, ਉਹਨੂੰ ਸਾਰਿਆਂ ਨੂੰ ਚਿੰਬੜ ਜਾਣਾ ਉਹਨੇ। ਕੀ ਬਾਤ ਹੈ ਬਾਬਾ ਜੀ। ਤਾਂਹੀਓ ਇਹ ਪ੍ਰੋਗਰਾਮ ਦਾ ਨਾਂ, ਅੱਜ ਪ੍ਰੋਗਰਾਮ ਦਾ ਨਾਂ ਰੱਖਿਆ ਵੇਲੀ ਰਨ ਗੱਪਾਂ ਜੋਗੀ। ਗੱਪ ਦਾ ਕੋਈ ਖਰਚਾ ਨਹੀਂ ਹੁੰਦਾ, ਜੋ ਮਰਜ਼ੀ ਭਰ ਦਿਓ। ਤੇ ਉਹ ਦੇਖ ਲਓ ਵੀ ਤੁਸੀਂ ਇਹ ਗੱਲ ਇਹ ਕਰ ਰਿਹਾ ਵੀ ਕੁਦਰਤ ਨਿਰਭਉ ਨਿਰਵੈਰ। ਇਹਨੂੰ ਮੂਰਖ ਨੂੰ ਇਹ ਪੁੱਛੇ ਵੀ ਕੁਦਰਤ ਨਿਰਭਉ ਨਿਰਵੈਰ ਕਿੱਦਾਂ ਹੈ ਜੀ। ਪਾਣੀ, ਹੁਣ ਇੱਕ ਪਾਸੇ ਪਾਣੀ ਹੈ ਜਿਹੜਾ ਕਬੀਰ ਜੀ ਨੂੰ ਡੋਬ ਨਹੀਂ ਰਿਹਾ, ਮੇਰੇ ਵਰਗਾ ਛਾਲ ਮਾਰੇ ਤੇ ਉਹਨੇ ਉੱਪਰ ਨਹੀਂ ਆਉਣ ਦੇਣਾ। ਫਿਰ ਠੀਕ ਹੈ ਨਾ ਜੀ। ਜੀ ਜੀ, ਇਹ ਨਿਰਵੈਰ ਕਿ ਹੁਣ ਭਗਤ ਪ੍ਰਹਿਲਾਦ ਨੂੰ ਅੱਗ ਸਾੜ ਨਹੀਂ ਰਹੀ, ਮਨਮੁਖ ਬੰਦੇ ਨੂੰ ਅੱਗ ਨੇ ਸਾੜ ਦਿੱਤਾ। ਭਾਵੇਂ ਚਲੋ ਜਿਵੇਂ ਮਰਜ਼ੀ ਹੈ, ਦੇਖੋ ਭਾਵੇਂ ਮੈਂ ਇੱਕ ਪੱਖ ਲੈ ਕੇ ਚੱਲ ਰਿਹਾ ਇਸ ਗੱਲ ਦਾ, ਠੀਕ ਹੈ ਨਾ ਜੀ। ਜੀ, ਮੈਂ ਸਿਰਫ ਇੱਕੋ ਪੱਖ ਲੈ ਕੇ ਚੱਲ ਰਿਹਾ ਵੀ ਉਹ ਨਿਰਵੈਰ ਕਿੱਥੋਂ ਹੋ ਗਈ। ਨਾਲੇ ਬਾਕੀ ਇੱਕ ਗੱਲ ਇਹ ਹੈ ਜੀ, ਸਤਿਗੁਰੂ ਸਾਹਿਬ ਦੇ ਬਚਨ ਨੇ, ਕੁਦਰਤ ਹੈ ਜਿਹੜੀ, ਹੁਣ ਜਿਵੇਂ ਆਪਾਂ ਕੁਦਰਤ ਦੇ ਵਿੱਚ ਕੀ ਮੰਨਦੇ ਆ, ਆਹ ਪੌਣ ਪਾਣੀ ਧਰਤੀ ਹਵਾ ਆਕਾਸ਼ ਆਦਿ ਕਿ ਕੁਦਰਤ ਦਾ ਹੀ ਰੂਪ ਹੈ ਨਾ। ਬਿਲਕੁਲ ਜੀ। ਹੁਣ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਮਹਾਰਾਜ ਕਹਿੰਦੇ ਆ ਜੀ, ਉਹ ਕਹਿੰਦੇ ਵੀ ਜੀ ਪੌਣ ਪਾਣੀ ਹੈ ਬੈਸੰਤਰ, ਮਾਇਆ ਮੋਹ ਵਰਤੈ ਸਭ ਅੰਤਰ, ਜਿਨ ਕੀਤੇ ਜਾਂ ਤਿਸੈ ਪਛਾਣੈ, ਮਾਇਆ ਮੋਹ ਚੁਕਾਏ ਦਾ, ਹਨਾ ਜੀ। ਮਹਾਰਾਜ ਕਹਿੰਦੇ ਆ ਜਿਹੜੀ ਪੌਣ ਪਾਣੀ ਹਵਾ ਹੈ, ਦੇਖੋ ਜੀ ਹਵਾ ਹੈਗੀ ਆ, ਪਾਣੀ ਹੈਗਾ, ਬੈਸੰਤਰ ਜਿਹੜੀ ਅੱਗ ਹੈ, ਇਹ ਸਭ ਮਾਇਆ ਦੇ ਮੋਹ ਚ ਵਰਤ ਰਹੇ ਆ। ਜੀ ਜੀ। ਤੇ ਮਹਾਰਾਜ ਕਹਿੰਦੇ ਇਹਨਾਂ ਦੀ ਪੂਜਾ ਥੋੜੀ ਕਰਨੀ ਆਪਾਂ ਨੇ, ਕੁਦਰਤ ਨੂੰ ਥੋੜੀ ਪੂਜਣਾ। ਮਹਾਰਾਜ ਕਹਿੰਦੇ ਜਿਨ ਕੀਤੇ ਜਾਂ ਤਿਸੈ ਪਛਾਣੈ, ਜਿਹਨੇ ਪੈਦਾ ਕੀਤੇ ਹੈ, ਜਿਹਨੇ ਅੱਗ ਬਣਾਈ ਹੈ, ਜਿਹਨੇ ਹਵਾ ਬਣਾਈ ਹੈ, ਜਿਹਨੇ ਪਾਣੀ ਬਣਾਇਆ,
ਮਹਾਰਾਜ ਕਹਿੰਦੇ ਉਹਨੂੰ ਪਛਾਣ ਵੀ ਇਹਨਾਂ ਨੂੰ ਬਣਾਉਣ ਵਾਲਾ ਰਚਣ ਵਾਲਾ ਵੀ ਇੱਕ ਹੈਗਾ ਬੈਠਾ। ਕੋਈ ਪਿੱਛੇ ਹੋਰ ਹਸਤੀ ਆ, ਕੋਈ ਹੋਰ ਮਹਾਰਾਜ ਕਹਿੰਦੇ ਸ਼ਕਤੀ ਦਾ ਵਰਤਾਰਾ ਆ ਜੀ। ਹਾਂਜੀ ਹਾਂਜੀ, ਉਹ ਕਹਿੰਦੇ ਜਾਂ ਜਿਨ ਕੀਤੇ ਜਾਂ ਤਿਸੈ ਪਛਾਣੈ ਮਾਇਆ ਮੋਹ ਚੁਕਾਏ ਦਾ। ਫਿਰ ਇਹਦੇ ਨਾਲੋਂ ਤਾਂ ਚੰਗੇ ਹੋਈ ਆ ਨਾ ਗੁਰਮੁਖੋ, ਫਿਰ ਜਿਹੜੇ ਸੂਰਜ ਨੂੰ ਪਾਣੀ ਦਿੰਦੇ, ਫਿਰ ਆਪਾਂ ਨੂੰ ਰੋਕ ਹੀ ਨਹੀਂ ਸਕਦੇ। ਜੇ ਕੁਦਰਤ ਨੂੰ ਮੰਨਣਾ, ਕੁਦਰਤ ਦੇ ਵਿੱਚ ਸੂਰਜ ਵੀ ਆ ਗਿਆ ਜੀ ਜੀ ਬਿਲਕੁਲ। ਫਿਰ ਤਾਂ ਜਿਹੜੇ ਟਾਲੀਆਂ ਪਿੱਪਲਾਂ ਨੂੰ ਪੂਜਣ ਵਾਲੇ, ਫਿਰ ਤਾਂ ਉਹ ਸਾਡੇ ਲਈ ਬਿਲਕੁਲ ਸਹੀ ਨੇ ਜੀ ਜੀ। ਇਹਨੂੰ ਕਹੋ ਵੀ ਇਹ, ਮੈਂ ਤਾਂ ਹੀ ਕਹਿਣਾ ਹੁੰਦਾ ਕੁਦਰਤ ਦਾ ਪੂਜਕ ਇਹ ਤਾਂ ਨਾ ਨਿਆਣਿਆਂ ਵਾਂਗੂ ਨਾ ਕਿਤੇ। ਅਸੀਂ ਨਾ ਜੀ ਬਚਪਨ ਚ ਜਦੋਂ ਸਾਨੂੰ ਫੋਟੋਗ੍ਰਾਫਰ ਕਹਿੰਦਾ ਹੁੰਦਾ ਸੀਗਾ, ਕਹਿੰਦਾ ਵੀ ਉਹ ਫੁੱਲ ਫੜ ਲਾ ਟਾਹਣੀ ਦੇ ਨਾਲ, ਫੇਰ ਫੋਟੋ ਖਿੱਚੂ ਮੈਂ ਤੇਰੀ ਜੀ। ਉਹ ਫੁੱਲ ਫਲ ਜੇ ਇਹ ਏਦਾਂ ਹੀ ਕਰਦਾ ਜੀ ਉੱਥੇ ਸਰਸੇ ਵਾਲੇ ਵਾਂਗੂ ਨਾ। ਇਹ ਕੀ ਕਰਦਾ ਜੀ, ਕਿਤੇ ਟਾਹਣੀਆਂ ਜੀਆਂ ਦੇ ਨਾਲ ਝੂਟਦਾ ਫਿਰਦਾ ਹੁੰਦਾ, ਚੁੰਨੀਆਂ ਜੀਆਂ ਸਵਾਰਦਾ ਹੋਇਆ, ਤੇ ਫਿਰ ਉਹਦੇ ਨਾਲ ਫੋਟੋਆਂ ਖਿਚਾਉਂਦਾ। ਉਹ ਕੈਮਰਾ ਘੁਮਾ ਘੁਮਾ ਕੇ ਦੀਆਂ ਫੋਟੋਆਂ ਪਾਉਂਦੇ ਆ। ਕਿਤੇ ਰੈਂਪ ਤੇ ਜਿਵੇਂ ਤੁਰਦੀ ਹੁੰਦੀ ਹੈ ਨਾ ਜਨਾਨੀ, ਕੈਟ ਵਾਕ ਕਰਦੀ, ਕੈਟ ਵਾਕ ਕਰਦਾ। ਇਹ ਕਰਦਾ ਤੁਸੀਂ ਹਿਸਾਬ ਲਾ। ਮੈਨੂੰ ਤਾਂ ਅੱਜ ਵੀ ਇਹਦੇ ਅੰਦਰ ਉਹੀ ਨਿਆਣਾ ਪਾਣੇ ਲੱਗਦਾ ਮੇਰੇ ਅੰਦਰ। ਇਹਦੇ ਕੋਈ ਸਿੰਸੀਅਰਟੀ ਤਾਂ ਲੱਗਦੀ ਨਹੀਂ ਇਹਦੇ ਅੰਦਰ। ਹਾਂਜੀ ਭਾਈ ਮਲਕੀਤ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਇੱਕ ਛੋਟੀ ਜਿਹੀ ਬੇਨਤੀ ਰੱਖਦਾ ਭਾਈ ਸਾਹਿਬ ਜੀ, ਆਪ ਦੋਨਾਂ ਜੀ ਦੇ ਅੱਗੇ ਵੀ ਤੇ ਸੰਗਤਾਂ ਦੇ ਅੱਗੇ ਵੀ, ਕਿ ਤੁਹਾਡੇ ਘਰ ਦੇ ਵਿੱਚ ਕੋਈ ਨਿਜ਼ਾਮ, ਕੋਈ ਪ੍ਰਬੰਧ ਚੱਲਦਾ ਆ ਘਰਾਂ ਦੇ ਵਿੱਚ, ਆਪਣਿਆਂ ਦੇ ਵਿੱਚ ਜੀ? ਆਪਣੇ ਘਰ ਜਿਹੜੇ ਹੈਗੇ ਬਿਨਾਂ ਕਿਸੇ ਨਿਜ਼ਾਮ ਤੋਂ, ਬਿਨਾਂ ਨਿਯਮਾਂ ਤੋਂ ਚੱਲ ਜਾਣਗੇ? ਨਾ ਜੀ ਬਿਲਕੁਲ ਨਹੀਂ ਚੱਲਦੇ ਜੀ, ਨਹੀਂ ਚੱਲਦੇ ਜੀ। ਉਹ ਨਿਯਮ ਬਣਾਏ ਕਿਹਨਾਂ ਨੇ? ਤੁਸੀਂ ਬਣਾਏ ਨਾ ਜੀ ਜੀ। ਹਾਂਜੀ। ਤੇ ਜੇ ਹੁਣ ਤੁਹਾਨੂੰ ਕੋਈ ਕਹੇ ਵੀ ਤੁਹਾਡਾ ਕੋਈ ਵਜੂਦ ਹੀ ਹੈ ਨਹੀਂ, ਇਕੱਲੇ ਨਿਯਮ ਹੀ ਆ, ਤੇ ਫਿਰ ਤੁਸੀਂ ਮੰਨ ਲਓਗੇ? ਤੇ ਉਹੀ ਦੇਖ ਲਓ, ਉਹੀ ਗੱਲ ਹੈ। ਬਸ ਗੱਲ ਸਮਝ ਆਉਂਦੀ। ਔਰ ਦੂਸਰੀ ਗੱਲ ਭਾਈ ਸਾਹਿਬ ਜੀ, ਇਹ ਅਸਲ ਦੇ ਵਿੱਚ ਗੱਲ ਪਤਾ ਕੀ ਹੁੰਦੀ ਆ? ਭਾਈ ਜਰਨੈਲ ਸਿੰਘ ਜੀ ਹੋਣਾ ਨੇ ਜਿਹੜਾ ਆਪਣੇ ਥੋੜੇ ਦਿਨ ਪਹਿਲਾਂ ਪ੍ਰੋਗਰਾਮ ਕੀਤਾ ਨਾ, ਬਹੁਤ ਰੀਜ਼ ਦੇ ਨਾਲ ਕੱਲੀ ਐਗਜ਼ਾਮਪਲ ਦੇ ਕੇ ਸਮਝਾਇਆ ਸੀ ਵੀ ਕਿਵੇਂ ਗੁਰਬਾਣੀ ਦੇ ਵਿੱਚੋਂ ਬਾਹਰ ਨਹੀਂ ਹੋ ਗਏ। ਸੋ ਵੀ ਕਿਵੇਂ ਜਿਹੜੀ ਕੁਦਰਤ ਆ ਨਾ ਜੀ, ਇਹ ਪਰਮਾਤਮਾ ਦੀ ਕਿਰਪਾ ਜ਼ਰੂਰ ਹੈ ਜੀ, ਪਰ ਕੁਦਰਤ ਜਿਹੜੀ ਉਹ ਪਰਮਾਤਮਾ ਨਹੀਂ ਆ। ਤੇ ਪਰ ਭਾਈ ਸਾਹਿਬ ਜੀ ਦਾ ਹਾਲਤ, ਉਹ ਮੈਂ ਮਾਫੀ ਚਾਹੁੰਦਾ ਇਹ ਲਫ਼ਜ਼ ਵਰਤਣ ਲੱਗਾ, ਉਹ ਬਾਂਦਰ ਵਾਲੀ ਆ ਜਿਹੜੀ ਇੱਕ ਰੁੱਖ ਤੋਂ ਛਾਲ ਮਾਰਦਾ ਦੂਜੀ ਤੇ। ਹੁਣ ਦੇਖੋ ਗੱਲ ਇਹ ਆ, ਕੱਲ ਤੱਕ ਇਹਨਾਂ ਦਾ ਕੁਦਰਤ ਜਿਹੜੀ ਸੀ ਉਹ ਸਭ ਕੁਝ ਸੀ, ਉਹ ਪਰਮਾਤਮਾ ਸੀ। ਅੱਜ ਭਾਈ ਸਾਹਿਬ ਜੀ ਕਹਿੰਦੇ ਜਿਹੜਾ ਨਿਯਮ ਚੱਲਦਾ, ਉਹਨਾਂ ਨੂੰ ਨਿਯਮ ਕਹਿਣਾ ਵੀ ਨਹੀਂ ਆਉਂਦਾ। ਉਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਹਿੰਦੇ ਨੇ, ਜਿਹੜਾ ਕਹਿੰਦੇ ਨਿਯਮ ਚੱਲਦਾ। ਨਿਯਮ ਬਣਾਉਣ ਵਾਲਾ ਕੌਣ ਆ ਜੀ? ਉਹਨੂੰ ਕਹਿੰਦੇ ਵਿਸਾਰ ਦੇਣਾ ਜੀ। ਤੇ ਫਿਰ ਪਰਮਾਤਮਾ ਫਿਰ ਜਦੋਂ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਗੁਰੂ ਦੀਆਂ ਦਾਤਾਂ ਨਾਲ ਪਿਆਰ ਪਾ ਲਿਆ ਤੇ ਗੁਰੂ ਨਾਲ ਤੇ ਪਿਆਰ ਪਾਏ ਨੇ, ਤੇ ਜੇ ਕੁਦਰਤ ਨਾਲ ਪਿਆਰ ਪਾ ਲਿਆ ਤੇ ਫਿਰ ਨਿਜ਼ਾਮ ਬਣਾਉਣ ਵਾਲੇ ਨਾਲ ਤੇ ਪਿਆਰ ਨਾ ਸਾਡਾ ਪਿਆ। ਨਾਲੇ ਦੇਖੋ ਜੀ, ਪਰਮਾਤਮਾ ਸਥਿਰ ਆ, ਉਹ ਨਿਹਚਲ ਆ, ਉਹ ਬਿਲਕੁਲ ਜਿਹੜਾ ਇਹ ਇੱਕ ਕਾਲ ਆ ਰਹੀ ਹੈ ਭਾਈ ਸਾਹਿਬ ਜੀ, ਮੈਂ ਤੁਹਾਨੂੰ ਵਾਪਸ ਲੈਣਾ। ਭਾਈ ਸਾਹਿਬ ਜੀ, ਜਿਹੜੇ ਵੀਰ ਜੀ ਤੁਸੀਂ ਸਿੰਘ ਸਾਹਿਬ ਕਾਲ ਕਰ ਰਹੇ ਹੋ, ਮੈਂ ਤੁਹਾਡਾ ਧੰਨਵਾਦ ਆ, ਤੇ ਮੈਨੂੰ ਲਾਈਨ ਜਿਹੜੀ ਆ ਹੋਰ ਲੈਣੀ ਪੈਣੀ ਆ, ਤੁਸੀਂ ਹੰਗ ਅਪ ਕਰ ਦਿਓ। ਹੁਣ ਦੇਖੋ ਜੀ, ਪਰਮਾਤਮਾ ਜਿਹੜੇ ਆ ਉਹ ਜਿਹੜੇ ਆ ਬਿਲਕੁਲ ਅਕਾਲ ਪੁਰਖ ਵਾਹਿਗੁਰੂ ਸਥਿਰ ਆ, ਬਿਲਕੁਲ ਨਿਹਚਲ ਆ। ਉਹ ਸੰਸਾਰ ਦੇ ਵਿੱਚ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੀ ਜਾਣੀ ਕਿ ਜਿਹੜੀ ਹਸਤੀ ਆ, ਉਹਨੂੰ ਕੋਈ ਚੀਜ਼ ਕੋ ਡੋਲ ਨਹੀਂ ਸਕਦੀ, ਉਹਨੂੰ ਕੋਈ ਹਿਲਾ ਨਹੀਂ ਸਕਦੀ। ਜਿਹੜੀ ਕੁਦਰਤ ਆ ਉਹਦੇ ਦੇ ਵਿੱਚ ਤੇ ਪਰਿਵਰਤਨ ਹੋ ਰਿਹਾ ਆ। ਇੱਕ ਬੀਜ ਆ, ਬੀਜ ਤੋਂ ਪੌਦਾ ਬਣਦਾ, ਪੌਦੇ ਤੋਂ ਦਰਖਤ ਬਣਦਾ, ਦਰਖਤ ਤੋਂ ਫਲ ਲੱਗਦੇ, ਫਲ ਦੇ ਜਿਹੜੇ ਵਿੱਚੋਂ ਫਿਰ ਬੀਜ ਨਿਕਲਦੇ, ਬੀਜ ਫਿਰ ਮਿੱਟੀ 'ਚ ਜਾਂਦੇ, ਫਿਰ ਉਹ ਅੱਗੇ ਵਿਚਰਦੇ ਆ। ਤੇ ਕੁਦਰਤ ਇੱਕ ਪਰਿਵਰਤਨਸ਼ੀਲ ਕਿਰਿਆ ਆ, ਜਿਹੜੀ ਸੜ ਵੀ ਜਾਂਦੀ ਆ, ਮੁੱਕ ਵੀ ਜਾਂਦੀ ਆ, ਟੁੱਟ ਵੀ ਜਾਂਦੀ। ਡਿਜ਼ਾਸਟਰ ਹੁੰਦੇ ਆ, ਬੜੀਆਂ ਪਹਾੜੀਆਂ ਢਹਿ ਜਾਂਦੀਆਂ ਆ, ਖਤਮ ਹੋ ਜਾਂਦੀ ਆ, ਦਰਖਤ ਨਸ਼ਟ ਹੋ ਜਾਂਦੇ ਆ, ਜੰਗਲ ਸੜ ਕੇ ਸੁਆਹ ਹੋ ਜਾਂਦੇ ਆ। ਇਹ ਪਸ਼ੂ ਪੰਛੀ ਇਸ ਕੁਦਰਤ ਦੇ ਵਰਤਾਰੇ ਦੇ ਵਿੱਚ ਆਉਂਦੇ ਆ ਕੇ ਚਲੇ ਜਾਂਦੇ ਨੇ। ਤੇ ਫਿਰ ਜੇ ਆਪਾਂ ਇਸ ਦ੍ਰਿਸ਼ਟੀਕੋਣ ਦੇ ਨਾਲ ਕੁਦਰਤ ਨੂੰ ਰੱਬ ਕਹਿਣਾ, ਤੇ ਇਹਦਾ ਮਤਲਬ ਫਿਰ ਰੱਬ ਵੀ ਆ ਜਾਂਦਾ ਆ, ਮਰ ਜਾਂਦਾ ਆ, ਚਲੇ ਜਾਂਦਾ, ਖਤਮ ਹੋ ਜਾਂਦਾ, ਖਾਣੀ ਗੱਲ ਆ। ਤੇ ਫਿਰ ਉਹ ਜਿਹੜਾ ਸਦਾ ਅਬਨਾਸੀ ਰਹਿਣ ਵਾਲਾ ਆ, ਜਿਹਦੀ ਗੱਲ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਦੇ ਆ, ਉਹ ਕੌਣ ਆ? ਸੋ ਇੱਕ ਫਿਰ ਬੇਨਤੀ ਕਰਾਂ ਸਰੋਤਿਆਂ ਨੂੰ, ਨਾਲ ਦੀ ਨਾਲ ਤੁਸੀਂ ਸ਼ੇਅਰ ਕਰ ਦਿਆ ਕਰੋ, ਤਾਂ ਜੋ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਹਾਜ਼ਰੀ ਭਰਨ ਤੇ ਫੋਨ ਕਾਲ ਕਰਕੇ ਜੇ ਅਗਰ ਆਪਣੀ ਗੱਲ ਰੱਖਣੀ ਚਾਹੁੰਦੇ ਤਾਂ ਜ਼ਰੂਰ ਰੱਖ ਸਕਦੇ ਨੇ। ਸਾਡੇ ਨਾਲ ਸਤਿਕਾਰਯੋਗ ਭਾਈ ਕਸ਼ਮੀਰ ਸਿੰਘ ਜੀ ਜੁੜੇ ਨੇ। ਤੇ ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਏਕ ਨੂਰ ਰੇਡੀਓ ਤੇ, ਜੀ ਆਇਆਂ ਨੂੰ ਜੀ। ਹੈਲੋ, ਮੇਰੇ ਖਿਆਲ ਹਾਂਜੀ ਭਾਈ ਕਸ਼ਮੀਰ ਸਿੰਘ ਜੀ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਭਾਈ ਸਾਹਿਬ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮਹਾਰਾਜ, ਹਾਂਜੀ ਕੀ ਰੱਖੋ ਜੀ ਬਚਨ ਮਹਾਰਾਜ। ਇਹ ਆਪਣੇ ਜੀ ਅੱਜ ਗਿਰਗੜ ਬਾਬੇ ਬਾਰੇ ਕਰ ਰਹੇ ਵਿਚਾਰ। ਨਾ ਉਹ ਏਦਾਂ ਕਾਹਨੂੰ ਤੁਸੀਂ ਕਰਦੇ, ਤੁਸੀਂ ਤਾਂ ਮਗਰ ਹੀ ਪੈ ਜਾਂਦੇ ਆ ਯਾਰ, ਏਦਾਂ ਨਾ ਕਰਿਆ ਕਰੋ। ਨਹੀਂ ਦੇਖੋ ਹੁਣ ਮਤਲਬ ਗਿਰਗੜ ਵੀ ਮੇਰੇ ਖਿਆਲ ਕਹਿੰਦੇ 6-7 ਰੰਗ ਬਦਲਦਾ ਹੈ। ਹੁਣ ਇਹਨੇ ਆਪਣੇ ਆਹ ਮੜੀਸ ਜਿਹੜਾ ਮਾਰ ਕੇ ਹੁਣ ਫੇਰ ਮੇਰੇ ਖਿਆਲ ਨਵਾਂ ਪੱਗ ਦਾ ਸਟਾਈਲ ਸ਼ੁਰੂ ਕਰ ਲਿਓ। ਨਾਰੀਅਲ ਵਾਲੀ ਪੱਗ ਲਾਤੀ ਮੈਨੂੰ ਲੱਗਦਾ ਹੁਣ ਇਹਨੇ। 12ਵੀਂ ਦਸਤਾਰ ਆ ਜੀ। 12ਵੀਂ ਦਸਤਾਰ ਆ ਜੀ। ਤੁਸੀਂ ਜੈਲਸ ਕਰਦੇ ਹੋ, ਤੁਹਾਡੇ ਕੋਲ ਇੰਨੀਆਂ ਬਦਲੀਆਂ ਨਹੀਂ ਗਈਆਂ, ਤੁਸੀਂ ਤਾਂ ਏਦਾਂ ਕਹਿੰਦੇ ਹੋ। ਨਹੀਂ ਅਸੀਂ ਜੈਲਸ ਹੀ ਕਰਦੇ, ਸਾਡੇ ਕੋਲ ਨਹੀਂ ਰੰਗ ਬਦਲ ਹੁੰਦੇ। ਹੁਣ ਮੈਨੂੰ ਇਹ ਡਰ ਆ ਜੀ ਕਿਤੇ ਮਤਲਬ ਜਿਹੜੀਆਂ ਭੇਡਾਂ ਹੁਣ ਜਿੰਨੇ ਜਿਹੜਾ ਨਿੰਦਕ ਲਾਣਾ ਸੀਗਾ, ਜਿੱਦਾਂ ਰਾਧਾ ਸਵਾਮੀ ਜਾਂ ਸਿਰਸੇ ਵਾਲੇ ਜਾਂ ਹੋਰ ਜਿੰਨੇ ਜਿਹੜੇ ਚਿੱਲੇ ਬਾਲ ਕੇ ਸੀਗੇ ਜਿਹੜੇ ਇਹਦੇ ਹੱਕ ਚ ਆਏ ਹੋ ਸੀਗੇ, ਕਿਤੇ ਹੁਣ ਇਹ ਜਥੇਦਾਰਾਂ ਨਾਲ ਕੋਈ ਰਲਮੀ ਮਿਲਮੀ ਕੋਈ ਜਾਣੀ ਕਿ ਸੁਲਾਹ ਦੇ ਨਾਲ ਕਿਤੇ ਯੂ ਟਰਨ ਮਾਰ ਕੇ ਹੁਣ ਦੁਬਾਰਾ ਦੂਜਾ ਪ੍ਰਚਾਰ ਨਾ ਫੇਰ ਸ਼ੁਰੂ ਕਰ ਲਵੇ ਕਿਤੇ ਇਹ, ਜਿਸ ਤਰ੍ਹਾਂ ਉਹਨਾਂ ਨੇ ਪੱਗ ਦਾ ਸਟਾਈਲ ਬਦਲਿਆ ਹੁਣ। ਹਾਂਜੀ, ਉਹਦੇ ਬਾਰੇ ਆਪਣਾ ਕੱਲ ਦਾ ਪ੍ਰੋਗਰਾਮ ਜਿਹੜਾ ਇਸੇ ਬਾਰੇ ਆ, ਉੱਥੇ ਆਪਾਂ ਸੰਗਤਾਂ ਨਾਲ ਜ਼ਰੂਰ ਸਾਂਝ ਪਾਵਾਂਗੇ ਵੀ ਕਿੱਦਾਂ ਕਰਕੇ ਜਿਹੜਾ ਹੈਗਾ ਯੂ ਟਰਨ ਦੀ ਤਿਆਰੀ ਕੀਤੀ ਜਾ ਰਹੀ ਆ। ਹਾਂਜੀ ਉਹਦੇ ਬਾਰੇ ਕੱਲ ਆਪਾਂ ਜ਼ਰੂਰ ਵਿਚਾਰਾਂਗੇ। ਹਾਂਜੀ ਬਿਲਕੁਲ। ਜਿਹੜੀ ਅੱਜ ਬਾਬਾ ਜੀ ਬੇਨਤੀ ਕਰ ਰਹੇ ਸੀ ਉਹ ਇਹ ਸੀ ਵੀ ਹਰ ਕਿਸੇ ਨੂੰ ਭੰਡ ਦੇਣਾ ਪਰ ਆਪ ਡੱਕਾ ਨਾ ਤੋੜਨਾ। ਮੇਰੇ ਚ 100 ਗੁਨਾਹ ਹੋਣਗੇ, ਮੰਨ ਲਓ ਮੇਰੇ ਚ 100 ਗੁਨਾਹ ਨੇ, ਤੇ ਉਹਦੇ ਨਾਲ ਤੁਹਾਨੂੰ ਇੱਕ ਗੁਨਾਹ ਕਰਨ ਦੀ ਇਜਾਜ਼ਤ ਕਿੱਦਾਂ ਮਿਲੇਗੀ? ਜੀ ਬਿਲਕੁਲ ਜੀ। ਆ ਬੇਨਤੀ ਆਪਾਂ ਕਰ ਰਹੇ ਸੀ ਵੀ ਜੇ ਮੇਰੇ ਚ 100 ਗੁਨਾਹ ਨੇ ਤੇ ਤੈਨੂੰ ਇੱਕ ਗੁਨਾਹ ਕਰਨ ਦੀ ਇਜਾਜ਼ਤ ਨਹੀਂ ਮਿਲ ਜਾਂਦੀ। ਬਿਲਕੁਲ। ਇਹ ਦੇਖੋ, ਇਹ ਇੱਕ ਸਟ੍ਰੈਟਜੀ ਹੁੰਦੀ ਆ ਦੁਨੀਆ ਦੇ ਵਿੱਚ ਚਲਾਕ ਲੋਕਾਂ ਦੇ। ਉਹ ਕਹਿੰਦਾ ਵੀ ਇੱਧਰ ਆ ਪੈਰ ਲੰਮਾ ਮਾਰੋ ਛੱਤਰ ਇਹਦੇ, ਕਹਿੰਦੇ ਕਿਉਂ? ਕਹਿੰਦੇ ਨੇ ਫਲਾਨਿਆਂ ਦੀ ਜਨਾਨੀ ਦੇ ਚੁੰਡੀ ਵੱਢ ਦਿੱਤੀ, ਤੇ ਉਹ ਕਹਿੰਦਾ ਲੈ ਮੈਂ ਚੁੰਡੀ ਵੱਢਤੀ, ਫਲਾਨਿਆਂ ਨੇ ਫਲਾਨਿਆਂ ਦੀ ਜਨਾਨੀ ਫੜ ਲਈ ਸੀਗੀ। ਹੁਣ ਉਹ ਕੀ ਕਰ ਰਿਹਾ ਆ ਕਿ ਆਪਣੇ ਚੁੰਡੀ ਵੱਡੇ ਦੇ ਗੁਨਾਹ ਨੂੰ ਕਿਸੇ ਹੋਰ ਬੰਦੇ ਦੇ ਗੁਨਾਹ ਦੇ ਥੱਲੇ ਛੋਟੇ ਰੂਪ ਵਿੱਚ ਦ੍ਰਿਸ਼ਟਮਾਨ ਕਰਕੇ ਆਪਣੇ ਗੁਨਾਹ ਤੋਂ ਮੁਨੱਕਰ ਹੋਣ ਦੀ ਕੋਸ਼ਿਸ਼ ਕਰ ਰਿਹਾ। ਆਹ ਕੰਮ ਚੱਲ ਰਿਹਾ। ਮੇਰੀ ਸਾਰੀ ਸੰਗਤ ਤੱਕ ਹੱਥ ਜੋੜ ਕੇ ਚਰਨਾਂ 'ਚ ਬੇਨਤੀ ਆ ਵੀ ਪੂਰਾ ਇਤਿਹਾਸ ਬੋਲੋ। ਜੈਸ ਤਰੀਕੇ ਦੇ ਨਾਲ ਬਕਵਾਸ ਇਹਨਾਂ ਨੇ ਕੀਤੀ ਆ, ਉਸ ਤਰੀਕੇ ਦੇ ਨਾਲ ਜੇ ਅੱਜ ਤੱਕ ਕਿਸੇ ਨੇ ਕੀਤੀ ਆ ਤਾਂ ਸੰਗਤ ਦੱਸ ਸਕਦੀ ਹੈ। ਪਹਿਲੀ ਵਾਰੀ ਇੱਥੋਂ ਤੱਕ ਹੋਈ ਔਰ ਪਹਿਲੀ ਵਾਰੀ ਇਹ ਜਲੀਲਤਾ ਸਾਨੂੰ ਸਹਿਣੀ ਪੈ ਰਹੀ ਆ ਕਿ ਸਾਡੇ ਜਿਹੜੇ, ਚਲੋ ਇੱਕ ਵਿਸ਼ਾ ਸਵੇਰ ਦਾ ਹੈ, ਮੈਂ ਇੱਥੇ ਸੰਕੋਚ ਕਰਦਾ ਕਿ ਸਾਡੇ ਜਥੇਦਾਰ ਬਰਦਾਸ਼ਤ ਕਰ ਰਹੇ ਨੇ। ਹਾਂਜੀ, ਕੱਲ ਨੂੰ ਆਪਾਂ ਸਾਰੇ ਸਰੋਤਿਆਂ ਨੂੰ ਬੇਨਤੀ ਆ, ਜਿਤਨੇ ਵੀ ਸਰੋਤੇ ਆ, ਕੱਲ ਨੂੰ ਆਪਣਾ ਵਿਸ਼ਾ ਆ ਕਿ ਇੰਨੀ ਨਰਾਦਰੀ ਗੁਰ ਇਤਿਹਾਸ, ਗੁਰ ਅਸਥਾਨ ਅਤੇ ਗੁਰੂ ਪੰਥ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਦੀਆਂ ਇਤਿਹਾਸ ਦੇ ਵਿੱਚ ਗੁਰੂ ਘਰ ਦੀਆਂ ਸਟੇਜਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਦੇ ਨਹੀਂ ਹੋਈ ਜਿੰਨੀ ਹੁਣ ਹੋਈ ਆ। ਉਹਦੇ ਬਾਵਜੂਦ ਜਿਹੜਾ ਹਜੇ ਵੀ ਸਾਡੇ ਜਿਹੜੇ ਆ ਜਥੇਦਾਰ ਸਾਹਿਬਾਨ ਜਿਹੜੇ ਆ ਉਹ ਕਿਉਂ ਚੁੱਪ ਕਰਕੇ ਬੈਠੇ ਆ, ਕਿਉਂ ਨਹੀਂ ਇਸ ਚੀਜ਼ ਦੀ ਸੰਜੀਦਗੀ ਨੂੰ ਜਿਹੜੇ ਆ ਉਹ ਕਿਉਂ ਨਹੀਂ ਲੈ ਰਹੇ? ਸੋ ਇਹ ਜਿਹੜਾ ਬਹੁਤ ਇੰਪੋਰਟੈਂਟ ਵਿਸ਼ਾ ਆ। ਭਾਈ ਮਲਕੀਤ ਸਿੰਘ ਜੀ ਤੁਸੀਂ ਕੰਟੀਨਿਊ ਗੱਲ ਕਰੋ ਜੀ, ਮੈਂ 1 ਮਿੰਟ 'ਚ ਵਾਪਸ ਆਇਆ। ਹਾਂਜੀ ਠੀਕ ਹੈ ਜੀ। ਬਸ ਹਾਂਜੀ ਆਪਣੇ ਜਿਸ ਤਰ੍ਹਾਂ ਆਪਣੇ ਮਲਕੀਤ ਸਿੰਘ ਜੀ, ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਫਰਮਾਨ ਹੈ ਨਾ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਭਗਤ ਸ਼ੇਖ ਫਰੀਦ ਜੀ ਦੀ ਜਿਹੜੀ ਬਾਣੀ ਹੈ ਜੀ, ਉਹਨਾਂ ਨੇ ਬੜੀ ਵਧੀਆ ਗੱਲ, ਮਤਲਬ ਵਧੀਆ, ਚਲੋ ਬਾਣੀ ਤਾਂ ਚਲੋ ਆਪਾਂ ਕਹਿ ਲਈਏ ਵੀ ਪਰਮੇਸ਼ਰ ਦਾ ਰੂਪ ਹੀ ਹੈ ਸਾਰਾ, ਮਤਲਬ ਤਾਂ ਕੋਈ ਐਸੀ ਗੱਲ ਨਹੀਂ, ਤ੍ਰੈ ਕਾਲ ਸੱਤ ਹੈ ਜਿਹੜੀ ਮਹਾਰਾਜ ਦੀ ਬਾਣੀ ਹੈ ਜੀ। ਹੁਣ ਮਤਲਬ ਬੜਾ ਵਧੀਆ ਫਰਮਾਨ ਹੈ ਮਹਾਰਾਜ ਦਾ ਵੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੇੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖਾਂ ਜੀ। ਬਿਲਕੁਲ। ਦੇਖੋ ਜੇ ਬੰਦਾ ਕਿਸੇ ਦੇ ਔਗਣ ਉਹ ਕੱਢੇ, ਬੰਦਾ ਜਿਹਦੇ ਵਿੱਚ ਖੁਦ ਨਾ ਹੋਣ, ਹਾਂਜੀ ਬਿਲਕੁਲ, ਨਾਲੇ ਧਰਮੀ ਬਣ ਕੇ, ਤੇ ਜਿੱਦਾਂ ਹੁਣ ਘੱਗਾ ਲੱਗਾ ਸੀ ਇੱਕ ਦਿਨ ਕਿਸੇ ਦੇ ਨਾਲ ਗੱਲਾਂ ਕਰਨ ਵੀ ਜੇ ਰੱਬ ਹੈਗਾ ਆ ਤਾਂ ਇਹ ਕੰਮ ਕਿਉਂ ਹੋ ਰਿਹਾ ਵੀ ਇਹ ਧਰਮ ਦਾ ਮੁਖੌਟਾ ਪਾ ਕੇ ਧਰਮ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ? ਜੇ ਤੁਸੀਂ ਨਾਸਤਕ ਆ, ਜੇ ਤੁਸੀਂ ਲੋਕ ਕਾਮਰੇਡ ਆ, ਤੇ ਤੁਸੀਂ ਖੁੱਲ ਕੇ ਉਹ ਪ੍ਰਚਾਰ ਕਰੋ ਵੀ ਰੱਬ ਹੈ ਨੀ ਗਾ ਕੁਛ ਵੀ। ਹਾਂਜੀ ਬਿਲਕੁਲ। ਉਹ ਗੈਸਾਂ ਵਾਲਾ ਰੱਬ ਆ, ਉਹ ਜੀ ਬ੍ਰੇਨ ਸਟ੍ਰੈਚ ਕਰਨਾ ਚਾਹੀਦਾ। ਹੁਣ ਇਹਨੇ ਚਵਲ ਮਾਰੀ ਢੱਕਦੀਆਂ ਨੇ, ਤਾਜੀ ਕਹਿੰਦਾ ਵੀ ਜਿਹੜਾ ਆਪਣਾ ਇਹਨੇ ਕਿਹਾ ਨਾ ਨੈਚੁਰਲ ਕੁਛ, ਹੁਕਮ ਜਿਹੜਾ ਕੀ ਆ ਉਹ ਜਿਹੜਾ ਨੈਚੁਰਲ ਆ ਕੁਛ, ਹਨਾ?
ਵੀ ਉਹਦੀ ਤਾਂ 10 ਸਾਲ ਦੀ ਪਤਾ ਆਪਾਂ ਨੂੰ ਉਹਦੀ ਹੁੰਦੀ ਆ ਵੀ ਨੈਚੁਰਲੀ ਆ ਹੁਕਮ ਹੁੰਦਾ, ਨੈਚੁਰਲ ਉਹਨੂੰ ਕਹਿੰਦੇ ਜਿਹੜਾ ਜੋ ਕੁਦਰਤ ਮਤਲਬ ਨੈਚੁਰਲ ਜਾਣੀ ਕਿ ਕੁਦਰਤੀ ਹੈ ਨਾ ਜੀ। ਤੇ ਹੁਣ ਮਹਾਰਾਜ ਦੀ ਬਾਣੀ ਚ ਕਹਿੰਦੀ ਵੀ ਆਪਣੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਕਿਸੇ ਉਹ ਪਰਮੇਸ਼ਵਰ ਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੁੰਦਾ। ਬਿਲਕੁਲ ਜੀ। ਹਾਂਜੀ, ਹੁਕਮ ਨਾਲ ਜਿੱਦਾਂ ਆਪਾਂ ਪੜ੍ਹਦੇ ਜੋਰ ਨਾਲ ਰਾਜ ਮਾਲ ਮਨਸੂਰ, ਜੋਰ ਨਾਲ ਸੁਰਤੀ ਗਿਆਨ ਵਿਚਾਰ, ਜੋਰ ਨਾਲ ਜੁਗਤੀ ਕੀਤੇ ਸੰਤਾਨ, ਜਿਸ ਹੱਥ ਜੋਰ ਕਰ ਕੁੱਤਮ ਨੀਚ ਨਾ ਕੋਈ, ਹਨਾ। ਜੀ ਜੀ। ਤੇ ਜਿਹੜੀਆਂ ਗੱਲਾਂ ਕਰਦਾ ਵੀ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਿਹੜੇ ਲੋਕ ਇਹਨੂੰ ਧਰਮੀ ਬੰਦਾ ਸਮਝ ਕੇ ਹਾਂਜੀ ਭਾਈ ਸਾਹਿਬ ਜੀ, 1 ਸੈਕਿੰਡ ਹੋਲਡ ਕਰੋ। ਭਾਈ ਸੁਖਵਿੰਦਰ ਸਿੰਘ ਜੀ ਹੁਣਾਂ ਦੀ ਕਾਲ ਆ ਰਹੀ ਆ ਤੇ ਕਈਆਂ ਦਿਨਾਂ ਤੋਂ ਹੋਈ, ਮੈਂ ਤੁਹਾਨੂੰ ਵਾਪਸ ਵਿੱਚ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਨਾਲ ਹੀ ਲੈਣ ਦੀ। ਉਹ ਕਾਫੀ ਦਿਨਾਂ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਅੱਜ ਰੱਬ ਤਵੱਕਲੀ ਉਹਨਾਂ ਦਾ ਸਮਾਂ ਲੱਗ ਗਿਆ, ਕਿਉਂਕਿ ਉਧਰ ਵੀ ਹੈ ਨਾ ਸਮੱਸਿਆ, ਜਿਹੜੇ ਮੁਲਕ ਵਿੱਚ ਰਹਿੰਦੇ ਉਹਨਾਂ ਦੇ ਨਾਲ ਟਾਈਮ ਦੀ ਮੈਚਿੰਗ ਆਪਣੀ ਬਹੁਤ ਘੱਟ ਆਉਂਦੀ ਆ ਤੇ ਡਿਊ ਟੂ ਦਾ ਕਰੋਨਾ ਵਾਇਰਸ ਮੈਂ ਵੀ ਫ੍ਰੀ ਸੀਗਾ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਹਾਂਜੀ ਜੀ ਆਇਆਂ ਨੂੰ ਜੀ ਮਹਾਰਾਜ, ਕੀ ਹਾਲ ਚਾਲ, ਠੀਕ ਠਾਕ ਹੋ ਜੀ? ਹਾਂਜੀ ਹਾਂਜੀ ਠੀਕ ਠਾਕ ਜੀ। ਤੇ ਆਪਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰੋਤਿਆਂ ਨੂੰ ਇੱਕ ਵਾਰੀ ਦੱਸ ਦੇਵਾਂ ਕਿ ਇਹ ਭਾਈ ਸੁਖਵਿੰਦਰ ਸਿੰਘ ਜੀ ਨੇ ਔਰ ਏਕ ਨੂਰ ਰੇਡੀਓ ਤੇ ਅਸੀਂ ਬਹੁਤ ਥੋੜੇ ਸਮੇਂ ਤੋਂ ਜਿਹੜਾ ਹੈ ਸੇਵਾ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਬਹੁਤ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਆ ਸੇਵਾਵਾਂ ਨਿਭਾ ਰਹੇ ਨੇ ਔਰ ਆਪਣੇ ਪੱਧਰ ਦੇ ਉੱਤੇ ਜਿਹੜੇ ਵੀ ਪੰਥ ਦੇ ਉੱਤੇ ਸਾਡੇ ਜਾਂ ਗ੍ਰੰਥਾਂ ਤੇ ਜਾਂ ਸਾਡੇ ਇਤਿਹਾਸਕ ਸਰੋਤਾਂ ਦੇ ਉੱਤੇ ਜਾਂ ਇਤਿਹਾਸਕ ਸਥਾਨਾਂ ਤੇ ਗੁਰੂ ਪੰਥ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਦੇ ਉੱਤੇ ਜਿਹੜੇ ਲੋਕ ਉਂਗਲੀਆਂ ਕਰਦੇ ਨੇ ਔਰ ਭਾਈ ਸਾਹਿਬ ਬੜੀ ਨਿਧੜਕ ਔਰ ਨਿਡਰਤਾ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਵਾਬ ਦਿੰਦੇ ਨੇ। ਸੋ ਭਾਈ ਸਾਹਿਬ ਜੀ ਸਾਡੇ ਨਾਲ ਲਾਈਨ ਦੇ ਉੱਤੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ। ਭਾਈ ਸਾਹਿਬ ਜੀ ਰੱਖੋ ਜੀ ਮਹਾਰਾਜ ਬਚਨ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਭਾਈ ਸਾਹਿਬ ਜੀ, ਧੰਨਵਾਦ ਜੀ ਜਿਹੜਾ ਤੁਸੀਂ ਆਪ ਜੀਆਂ ਨੇ ਮੇਰੀ ਵੀ ਕਾਲ ਲਈ ਵਿੱਚ, ਕਿਉਂਕਿ ਕਈ ਵਾਰੀ ਆਪ ਜੀ ਦਾ ਟਾਈਮ ਨਹੀਂ ਰਲਦਾ, ਤੁਹਾਡਾ ਪ੍ਰੋਗਰਾਮ ਜਿੱਦਾਂ ਕਿਸੇ ਇੱਥੇ ਲੇਟ ਹੋ ਜਾਂਦਾ, ਆਪਾਂ ਨਹੀਂ ਤੁਹਾਡਾ ਅਟੈਂਡ ਕਰ ਹੁੰਦਾ। ਬਾਕੀ ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ ਜੀ। ਇਸ ਚੀਜ਼ ਦੀ ਇਸ ਵੇਲੇ ਸਮੇਂ ਦਾ ਹਥਿਆਰ ਇਹੋ ਆ ਜੀ ਮੀਡੀਆ ਜੀ, ਕਿ ਕਿਉਂ ਇਸ ਹਥਿਆਰ ਦੇ ਨਾਲ ਆਪਾਂ ਜੋ ਅੱਜ ਕੱਲ ਕੂੜ ਪ੍ਰਚਾਰ ਸਾਡੇ ਪੰਥ ਦੋਖੀ ਕਰ ਰਹੇ ਨੇ ਜੀ, ਉਹਨਾਂ ਨੂੰ ਨੱਥ ਪਾਈ ਜਾ ਸਕਦੀ ਆ। ਕਿਉਂਕਿ ਇਹ ਸਿਰਫ ਇੱਕ ਮੀਡੀਆ ਦੇ ਜਰੀਏ ਹੀ ਨਹੀਂ ਆਪਣਾ ਜੋ ਇੰਨਾ ਖਲਾਰਾ ਪਸਾਰਾ ਕੀਤਾ ਸੀ, ਇਹਦੇ ਵਿੱਚ ਭਾਈ ਸਾਹਿਬ ਜੀ ਇਹ ਆ ਜੀ ਇਕੱਲਾ ਇਹਨਾਂ ਦਾ ਜੇ ਕਹਦੀ ਇਕੱਲਿਆਂ ਦਾ ਮੀਡੀਆ ਨਹੀਂ, ਇਹਦੇ ਨਾਲ ਸਾਡੇ ਜਿਹੜਾ ਪੰਜਾਬੀ ਸੱਭਿਆਚਾਰਕ ਮੀਡੀਆ ਵੀ ਕਹਿਣ ਵਾਲੇ ਨੇ ਨਾ ਚੈਨਲ ਚੱਲਦੇ ਜੀ, ਉਹ ਵੀ ਇਹਨਾਂ ਨੂੰ ਕਾਫੀ ਸਹਾਇਤਾ ਹੈਲਪ ਕਰਦੇ ਨੇ। ਕਈ ਵਾਰੀ ਤੁਸੀਂ ਦੇਖਿਓ ਜਿਹੜੀਆਂ ਗੱਲਾਂ ਇਹ ਸਟੇਜ ਤੋਂ ਕਰਨਗੇ ਤੇ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਵੀ ਹੁੰਦੀਆਂ ਤੇ ਉਹ ਫਿਰ ਜਾ ਕੇ ਇਹਨਾਂ ਦੇ ਅਸਥਾਨਾਂ ਤੇ ਜਿੱਥੇ ਇਹਨਾਂ ਦੇ ਡੇਰੇ ਹਨ ਉੱਥੇ ਜਾ ਕੇ ਵੀ ਇਹਨਾਂ ਦੀਆਂ ਇੰਟਰਵਿਊਜ਼ ਵੀ ਕਰਦੇ ਹਨ। ਕਿਉਂਕਿ ਉਹਨਾਂ ਦੇ ਮਗਰ ਜਿਹੜਾ ਪੰਜਾਬੀ ਸੱਭਿਆਚਾਰਕ ਦੇ ਮਗਰ ਸਾਡਾ ਜੂਥ ਬੜਾ ਲੱਗਾ ਹੋਇਆ ਤੇ ਉਹ ਫਿਰ ਇੱਕ ਗੱਲ ਨੂੰ ਜਿੱਥੇ ਤੱਕ ਕਹਿ ਦਿੰਦੇ ਨੇ ਉਹਨੂੰ ਸੱਚ ਮੰਨ ਲੈਂਦੇ ਨੇ। ਤੇ ਬਾਕੀ ਤੁਸੀਂ ਵੇਖਿਆ ਹੋਣਾ ਆਪਣੇ ਭਾਈ ਮਲਕੀਤ ਸਿੰਘ ਹੁਣ ਵੱਲੋਂ ਪਿਛਲੇ ਸਮੇਂ 'ਚ 2-4 ਕਾਲਾਂ ਕੀਤੀਆਂ ਇਹਨਾਂ ਦੇ ਜਿਹੜੇ ਫੋਲੋਵਰ ਨੇ, ਤੇ ਫਿਰ ਉਹ ਵਿਚਾਰੇ ਤੁਹਾਨੂੰ ਪਤਾ ਨਾ ਦੀ ਕੀ ਹਾਲਤ ਹੁੰਦੀ ਆ ਤੇ ਉਹ ਤੁਸੀਂ ਵੇਖ ਰਹੇ ਆ। ਹੁਣ ਇਹ ਤੁਹਾਡਾ ਮੈਂ ਤਾਂ ਕਹਿੰਦਾ ਇਹ ਹੁਣ ਬੇਨਤੀ ਇਹ ਆ ਆਪਾਂ ਵੱਧ ਤੋਂ ਵੱਧ ਆਪਾਂ ਇਹ ਨਾ ਕਰੀਏ ਵੀ ਚੈਨਲ ਹੀ ਬਣਾਈ ਜਾਈਏ, ਪਰ ਇੱਕ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਸਹਿਯੋਗ ਜ਼ਰੂਰ ਦਈਏ। ਇਹ ਮੈਂ ਬੇਨਤੀ ਤੁਹਾਡੇ ਇਸ ਮਾਧਿਅਮ ਦੇ ਰਾਹੀਂ ਜਿਹੜੇ ਸਾਡੇ ਪ੍ਰਚਾਰਕ ਵੀਰ ਵੀ ਨੇ ਉਹਨਾਂ ਦੇ ਵੀ ਚਰਨਾਂ ਵਿੱਚ ਬੇਨਤੀ ਕਰਦਾ, ਜੇਕਰ ਅਸੀਂ ਤੁਹਾਡੀਆਂ ਜੋ ਵੀ ਤੁਸੀਂ ਪ੍ਰੋਗਰਾਮ ਜਾਂ ਕੁਛ ਵੀ ਉਹਨਾਂ ਦੀਆਂ ਤੁਹਾਡੀ ਕੋਈ ਆਉਂਦਾ ਆਪਣੀ ਉਹ ਕਵਿਤਾ ਆਉਂਦੀ ਆ ਅਸੀਂ ਸਾਰੇ ਸ਼ੇਅਰ ਕਰਦੇ ਪੰਥ ਵਿੱਚ, ਤੇ ਇਹਨਾਂ ਨੂੰ ਚਾਹੀਦਾ ਜੇਕਰ ਹੁਣ ਤੁਸੀਂ ਦੇਖੋ ਕੋਈ ਇਸ ਮਾਧਿਅਮ ਤੋਂ ਕੋਈ ਕਮਾਈ ਨਹੀਂ ਕਰਨੀ, ਤੁਸੀਂ ਕਿਰਤੀ ਸਿੱਖਿਆ ਆਪਣੀ ਕਿਰਤ ਵਿੱਚ ਕਰਦੇ ਵਿੱਚੋਂ ਆਪਣਾ ਸਮੇਂ ਦਾ ਦਸਵੰਧ ਦੇਣ ਦਾ ਸਮਝਿਆ ਤੇ ਦਸਵੰਧ ਦੇ ਰਹੇ ਆ ਜੀ ਜੀ ਬਿਲਕੁਲ। ਤੇ ਇਸ ਜੋ ਮਾਧਿਅਮ ਦਾ ਤੁਸੀਂ ਆਪਾਂ ਜੋ ਲਾਹਾ ਲੈ ਕੇ ਜਿਹੜੇ ਇਸ ਮਾਧਿਅਮ ਦੇ ਰਾਹੀਂ ਇਹ ਲੋਕਾਂ ਨੇ ਆਪਣੇ ਜੋ ਪ੍ਰਚਾਰ ਜੋ ਕੂੜ ਪ੍ਰਚਾਰ ਇੱਕ ਸਾਡੇ ਯੂਥ ਤੱਕ ਪਹੁੰਚਾਇਆ ਤੇ ਉਹਨੂੰ ਥੱਲੇ ਲਾਉਣ ਦਾ ਇੱਕ ਇਹੋ ਹੀ ਸਾਧਨ ਆ। ਕਿਉਂਕਿ ਜੇਕਰ ਹੁਣ ਦੇਖੋ ਇਹ ਲੋਕ ਇਹਨਾਂ ਗੁਰਦੁਆਰਿਆਂ ਤੇ ਇੱਥੇ ਇਹਨਾਂ ਕੰਟਰੀਆਂ ਵਿੱਚ ਵੀ ਆਏ, ਉੱਥੇ ਜਾ ਕੇ
ਜੇਕਰ ਆਪਾਂ ਸ਼ਾਂਤਮਈ ਇਹਨਾਂ ਦਾ ਵਿਰੋਧ ਵੀ ਕੀਤਾ, ਪਰ ਇਹਨਾਂ ਦੇ ਸਮਰਥਕਾਂ ਵੱਲੋਂ ਪੂਰੀ ਕੋਸ਼ਿਸ਼ ਰਹੀ ਆ ਵੀ ਉੱਥੇ ਲੜਾਈ ਜ਼ਰੂਰ ਹੋਵੇ, ਉੱਥੇ ਝਗੜਾ ਜ਼ਰੂਰ ਹੋਵੇ। ਪਰ ਆਹ ਇੱਕ ਮਾਧਿਅਮ ਇੰਨਾ ਵਧੀਆ ਹੈ ਜੀ, ਇਹਦੇ ਰਾਹੀਂ ਤੁਸੀਂ ਘਰ ਬੈਠੇ ਆਪਣੀ ਗੱਲ ਸਾਰੇ ਸੰਸਾਰ ਵਿੱਚ ਬੈਠੇ ਜਿੰਨੇ ਵੀ ਗੁਰ ਨਾਨਕ ਲੇਵਾ ਸਿੱਖ ਹਨ, ਤੁਸੀਂ ਉੱਥੇ ਤਾਈਂ ਪਹੁੰਚਾ ਸਕਦੇ ਹੋ। ਕਾਫੀ ਹੱਦ ਤੱਕ ਭਾਈ ਸਾਹਿਬ ਜੀ ਫੋਨ ਆਉਂਦੇ ਨੇ। ਹੁਣ ਸਾਨੂੰ ਇੰਨਾ ਇਹ ਨਹੀਂ ਹੁੰਦਾ, ਸਾਨੂੰ ਕੋਈ ਕਮਾਈ ਦਾ ਨਹੀਂ। ਦੇਖੋ ਇੱਥੇ 22-24 ਸਾਲ ਹੋ ਗਏ ਨੇ, ਮਹਾਰਾਜ ਦੀ ਕਿਰਪਾ ਨਾਲ ਦਿੱਤੀ ਹੋਈ ਕਿਰਤ ਦੇ ਨਾਲ ਆਪਣਾ ਜੋ ਵੀ ਆਪਣਾ ਬਸਰ ਕਰਦੇ ਆ ਜੀ ਜੀ। ਪਰ ਜਦੋਂ ਖੁਸ਼ੀ ਹੁੰਦੀ ਆ ਜੀ, ਜਦੋਂ ਤੁਹਾਡੇ ਵਰਗੇ ਵੀਰ ਨਾਲ ਹੋਰ ਜੁੜ ਕੇ ਆਪਣੇ ਗੁਰੂ ਦੇ ਸਿਧਾਂਤ ਨੂੰ, ਗੁਰੂ ਦੇ ਜੋ ਸਾਨੂੰ ਇਤਿਹਾਸ ਆ ਉੱਤੇ ਪਹਿਰਾ ਦਿੰਦੇ ਆ, ਸਾਨੂੰ ਵੀ ਖੁਸ਼ੀ ਹੁੰਦੀ ਆ। ਪਰ ਭਾਵੇਂ ਸਾਡਾ ਇਹਦਾ ਵਿਰੋਧ ਸਾਡੇ ਆਪਣੇ ਬਹੁਤ ਨਜ਼ਦੀਕੀ ਵੀ ਕਰਦੇ ਆ, ਤੇ ਸਾਡੇ ਕਈ ਵਾਰ ਪਰਿਵਾਰਕ ਮੈਂਬਰ ਵੀ ਹੋ ਜਾਂਦੇ, ਪਰਿਵਾਰ ਦੇ ਮੈਂਬਰ ਵੀ ਕਹਿੰਦੇ ਕੀ ਤੁਸੀਂ ਰੋਜ਼ ਲੱਗੇ ਰਹਿੰਦੇ ਹੋ, ਕੀ ਗੱਲ ਆ। ਮੈਂ ਕਿਹਾ ਦੇਖੋ ਜੀ, ਸਾਡੇ ਕੋਲ ਇੰਨਾ ਇਤਿਹਾਸ ਹੋਣ ਦੇ ਬਾਵਜੂਦ ਵੀ ਅਸੀਂ ਬੋਲ ਨਹੀਂ ਸਕਦੇ ਤੇ ਉਹ ਝੂਠ ਨੂੰ ਲੈ ਕੇ। ਤੇ ਦੇਖੋ ਇੱਕ ਸਾਡੇ ਆਉਣ ਵਾਲੇ ਯੂਥ ਨੂੰ ਉਹ ਕਿਵੇਂ ਜੋ ਉਹਨਾਂ ਦੇ ਬ੍ਰੇਨ ਵਾਸ਼ ਕਰਦੇ ਨੇ। ਫਿਰ ਤਾਂ ਸਾਡੇ ਤੇ ਵੀ ਇਸ ਵੇਲੇ ਕਹਿ, ਮੈਂ ਤਾਂ ਸਿੱਧੀ ਮਾਫ ਕਰਨਾ ਜਿਹੜਾ ਮੈਂ ਸ਼ਬਦ ਬੋਲਣ ਲੱਗਾ, ਅਸੀਂ ਵੀ ਜੋ ਫਿਰ ਤਾਂ ਨਮਕ ਹਰਾਮ ਕਹਿ ਸਕਦੇ, ਜੇ ਗੁਰੂ ਦਾ ਦਿੱਤਾ ਖਾਂਦਾ ਖਾ ਕਰਕੇ ਵੀ ਅਸੀਂ ਉਹ ਘਰ ਬੈਠੇ ਚੁੱਪ ਕਰਕੇ ਬੈਠੇ ਰਹੀਏ, ਜਦ ਕਿ ਇਹ ਹਾਂਜੀ ਭਾਈ ਸਾਹਿਬ ਕੋਈ ਵਿੱਚ ਬੋਲਣਾ ਚਾਹੁੰਦਾ? ਮੈਨੂੰ ਆਵਾਜ਼ ਆ ਰਹੀ ਕਿਸੇ? ਨਹੀਂ ਜੀ, ਭਾਈ ਮਲਕੀਤ ਸਿੰਘ ਜੀ ਆ ਜੀ, ਉਘਾਰਾ ਦੇ ਰਹੇ ਸੀ ਤੁਹਾਨੂੰ ਜੀ। ਹਾਂਜੀ ਹਾਂਜੀ ਹਾਂਜੀ, ਭਾਈ ਮਲਕੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਹਾਂਜੀ ਜੀ ਜੀ। ਆਪ ਸਾਰੇ ਵੀਰਾਂ ਤੋਂ ਹਜੇ ਛੋਟਾ ਆ ਇਸ ਦੇ ਵਿੱਚ, ਪਰ ਮੈਂ ਇੱਕ ਬੇਨਤੀ ਜ਼ਰੂਰ ਰੱਖਣੀ ਚਾਹੂੰਗਾ ਆਪ ਜੀ ਦੀਆਂ ਗੱਲਾਂ ਦੇ ਉੱਤੇ ਜੀ, ਕਿ ਅੱਗੇ ਟਾਈਮ ਸੀ ਜਦੋਂ ਤੁਸੀਂ ਸਾਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਆਪਾਂ ਇੱਕ ਕਤਲੇਆਮ ਚੋਂ ਨਿਕਲੇ ਸੀ, ਤੇ ਤੁਸੀਂ ਜਦੋਂ ਸਾਨੂੰ ਜਿਹੜਾ ਅੱਜ ਦਾ ਯੂਥ ਹੈ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸੀ ਨਾ ਜੀ, ਉਸ ਸਮੇਂ ਦੇ ਵਿੱਚ ਚੋਰ ਮੋਰੀ ਲਾ ਗਏ ਜੀ ਜੀ, ਠੀਕ ਹੈ ਜੀ। ਔਰ ਇਹ ਲੋਕ ਬਿਲਕੁਲ ਉਹੀ ਲੜਾਈ ਥਾਪ ਦਿੱਤੀ ਜੋ ਮੈਂ ਆਪ ਜੀ ਨੂੰ ਇਤਿਹਾਸ ਵਿੱਚ ਲੈ ਕੇ ਜਾਵਾਂ, ਤੇ ਜਦੋਂ ਆਪਣੇ ਸਿੰਘ ਲੜਾਈ ਲੜਦੇ ਸੀ ਨਾ, ਤੇ ਦੁਸ਼ਮਣ ਦੇ ਕੋਲ ਹਥਿਆਰ ਬਹੁਤ ਭਾਰੀ ਸੀ ਤੇ ਸਿੱਖਾਂ ਦੇ ਕੋਲ ਬਿਲਕੁਲ ਨਾਰਮਲ ਹਥਿਆਰ ਸੀ ਜੀ ਜੀ। ਅੱਜ ਉਸੇ ਤਰੀਕੇ ਦੇ ਨਾਲ ਆ ਜਾਓ, ਇਹਨਾਂ ਪਾਪੀਆਂ ਨੇ ਵੱਡੇ ਕਰੋੜਾਂ ਰੁਪਏ ਲਾ ਕੇ ਬੇਸ਼ੱਕ ਮਹਿੰਗੇ ਕੈਮਰੇ, ਮਹਿੰਗੇ ਮੈਕ, ਸਭ ਕੁਝ ਜਿਹੜਾ ਉਹ ਕ੍ਰੀਏਟ ਕਰ ਲਿਆ। ਸਾਡੇ ਕੋਲ ਹਜੇ ਸਾਧਨ ਸੀਮਤ ਨੇ ਤੇ ਛੋਟੇ ਨੇ ਜੀ। ਉਸ ਸਮੇਂ ਦੇ ਜਿਹੜੇ ਆਪਾਂ ਦੇਖ ਲਓ, ਅਬਦਾਲੀ ਦੇ ਹਮਲੇ ਦੇਖ ਲਓ, ਔਰੰਗਜ਼ੇਬ ਦੇ ਦੇਖ ਲਓ, ਉਧਰਲੇ ਬੰਨੇ ਜਿਹੜੇ ਸੀ ਕਿ ਨਹੀਂ ਉਹ ਬਹੁਤ ਵੈਰੀ ਚੜ ਕੇ ਆਉਂਦੇ ਸੀ, ਤੇ ਇਧਰਲੇ ਬੰਨੇ ਸਿੰਘਾਂ ਦੀ ਗਿਣਤੀ ਸੀਮਤ ਸੀ ਜੀ। ਪਰ ਸਿੰਘਾਂ ਨੇ ਉਸ ਸਮੇਂ ਵੀ ਜਿਹੜੇ ਸੀ ਟਿੱਡੀ ਦਲ ਕਹਿ ਕੇ ਪੁਕਾਰਦੇ, ਤੇ ਅੱਜ ਅਸੀਂ ਇਹਨਾਂ ਨੂੰ ਭੇਡਾਂ ਕਹਿ ਕੇ ਪੁਕਾਰਦੇ। ਮੈਂ ਅੱਜ ਤੁਹਾਡੇ ਤੋਂ ਛੋਟਾ ਹੋਣ ਦਾ ਕਰਕੇ ਤੁਹਾਡੇ ਨਾਲ ਇੰਨਾ ਵਾਅਦਾ ਜ਼ਰੂਰ ਕਰਦਾ, ਚੋਰ ਮੋਰੀਆਂ ਜ਼ਰੂਰ ਲਾਗੇ ਨੇ ਪਰ ਕਦਾਚਿਤ ਵੀ ਸਫਲ ਨਾ ਹੋਣਗੇ। ਸਾਡਾ ਇਤਿਹਾਸ ਸਾਡੇ ਸਿਰਾਂ ਦੇ ਨਾਲ ਪਿੱਛੇ ਖੜਾ ਸੀ ਤੇ ਗਾਂਹ ਖੜਾ ਰਹੇਗਾ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਉਹ ਮਿਹਰ ਭਰਿਆ ਹੱਥ ਰੱਖ ਕੇ ਗੁੰਗਿਆਂ ਤੇ ਬੋਲਿਆਂ ਕੋ ਗੀਤਾ ਦੇ ਅਰਥ ਕਰਵਾ ਦਿੱਤੇ ਸੀ। ਉਸੇ ਤਰੀਕੇ ਦੇ ਨਾਲ ਅੱਜ ਬੇਸ਼ੱਕ ਭਾਈ ਸਾਹਿਬ ਜੀ ਅਸੀਂ ਗਿਆਨ 'ਚ ਬਹੁਤ ਹੀਣੇ ਆ ਤੁਹਾਡੇ ਨਾਲੋਂ, ਪਰ ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਸਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ। ਇਹ ਕਿਤੇ ਵੀ ਸਾਡੇ ਏਦਾਂ ਦੇ ਹਾਲਾਤ ਬਣਾ ਦਾਂਗੇ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਡੇ ਬੱਟਾ ਬੰਨੇ ਘਟਦੇ ਨੂੰ ਕਿਸੇ ਨੂੰ ਠਾਲ ਕੇ ਕਹਿਣਗੇ ਵਿਚਾਰ ਕਰ ਲਓ, ਉਹ ਵਿਚਾਰ ਕਰਨ ਲਈ ਪੱਟਾ ਦੇ ਥਾਪੀ ਮਾਰ ਕੇ ਆਊਗਾ ਤੇ ਇਹਨਾਂ ਨੂੰ ਭਾਜਦਿਆਂ ਨੂੰ ਰਾਹ ਨਹੀਂ ਲੱਭੂਗਾ। ਗੁਰੂ ਸਾਹਿਬ ਜੀ ਕਿਰਪਾ ਕਰਨ। ਜੇ 78 ਜੇ ਤੁਸੀਂ ਇੱਕ ਨਰਕੀ ਮੋੜਿਆ ਸੀ ਨਾ, ਤੇ ਅੱਜ ਜੇ 2 ਨਰਕੀ ਚੜ ਕੇ ਇਹਨਾਂ ਤੇ ਵਾਹਿਗੁਰੂ ਸਾਹਿਬ ਕਿਰਪਾ ਕਰਨ, ਇਹਨਾਂ ਨੂੰ ਜ਼ਰੂਰ ਪਿੱਛੇ ਮੋੜਾਂਗੇ। ਇਹ ਮੈਂ ਕਹਿੰਦਾ ਜੋ ਤੁਹਾਡੇ ਨਾਲ ਵਾਅਦਾ ਕਰ ਸਕਦਾ ਜੀ। ਬਿਲਕੁਲ ਜੀ। ਬਾਕੀ ਮਲਕੀਤ ਸਿੰਘ ਜੀ, ਤੁਸੀਂ ਇਹ ਨਹੀਂ ਕਹਿਣਾ ਵੀ ਗਿਆਨ ਦਾ ਤਾਂ ਐਸੀ ਕੋਈ ਗੱਲ ਨਹੀਂ ਹੈਗੀ। ਮੈਂ ਮਸਕੀਨ ਜੀ ਉਹਨਾਂ ਦੇ ਬਚਨ ਸੁਣਦਾ ਸੀ, ਉਹ ਕਹਿੰਦੇ ਜੀ ਗਿਆਨੀ ਸ਼ਾਇਦ ਉੱਥੇ ਤੱਕ ਨਾ ਪਹੁੰਚ ਸਕੇ ਜਿੱਥੇ ਤੱਕ ਸ਼ਰਧਾ ਵਾਲਾ ਪਹੁੰਚ ਸਕਦਾ। ਬਿਲਕੁਲ ਜਿਹੜੇ ਕਿ ਅੱਜ ਇਹ ਸ਼ਰਧਾ ਤੇ ਟੀਕਾ ਟਿੱਪਣੀਆਂ ਕਰਦੇ ਨੇ। ਹਾਂਜੀ, ਪਹਿਲੀ ਗੱਲ ਆ ਜਿਹੜਾ ਸ਼ਰਧਾ ਹੁੰਦੀ ਇੰਨੀ ਆ, ਹਾਂਜੀ, ਤੇ ਬਾਕੀ ਹੋਣੀ ਉੱਥੇ ਚਾਹੀਦੇ ਪੂਰੇ ਗੁਰੂ ਤੇ। ਜੀ ਜੀ, ਬਿਲਕੁਲ ਹਾਂਜੀ, ਪੂਰੇ ਗੁਰੂ ਸਾਡੇ ਗੁਰੂ ਦਸੇ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਪੂਰੇ ਨੇ। ਅਸੀਂ ਉਹਨਾਂ ਤੇ ਅੰਨਾ ਹੀ ਵਿਸ਼ਵਾਸ ਕਰਾਂਗੇ। ਇਹ ਜਿੰਨਾ ਮਰਜ਼ੀ ਉਹਨਾਂ ਤੇ ਕਿੰਤੂ ਸ਼ੱਕ ਪਾਉਣ ਲੱਗ ਦੇਣ, ਜਿਸ ਤਰ੍ਹਾਂ ਇਹ ਬਾਬਾ ਜੀ ਯੂਥ ਨੂੰ ਨਾ ਇਹ ਜਿਹੜਾ ਦਿੰਦੇ ਨੇ ਨਾ ਤਰਕ, ਇਹ ਤਰਕ ਨਹੀਂ ਦੇ ਰਹੇ, ਸ਼ੱਕ ਦੇ ਰਹੇ ਆ। ਇਹ ਜੇ ਸ਼ੱਕ ਦੇ ਘੇਰੇ 'ਚ ਪੈ ਗਿਆ ਜੀ ਬਾਬਾ ਜੀ, ਇਹ ਫੈਮਿਲੀ ਨਹੀਂ ਚਲਾ ਸਕਦੇ, ਘਰ ਬਰਬਾਦ ਹੋ ਜਾਣਗੇ। ਬਿਲਕੁਲ ਜੀ ਭਾਈ ਸਾਹਿਬ ਜੀ। ਦੇਖੋ ਗੱਲ ਏਦਾਂ ਹੁੰਦੀ ਆ, ਇਹਨਾਂ ਨੇ ਨਾ ਇੱਕ ਆਈਡੀਓਲੋਜੀ, ਅਸੀਂ ਅਸਲ ਦੇ ਵਿੱਚ ਗੱਲ ਹੋਈ ਇਹਨੂੰ ਅੱਜ ਢੰਡਰੀਆਂ ਵਾਲਾ ਜਿਹੜਾ ਹੈਗਾ ਨਾ,
ਇਹ ਅੱਜ ਅਸੀਂ ਇਹਨੂੰ ਮੂਹਰੇ ਤਦ ਕਰ ਲਿਆ, ਭੌਂਕੜ ਇਨਸਾਨ ਨੇ ਜੋ ਸਾਨੂੰ ਮਿੱਠਾ ਮਿੱਠਾ ਜ਼ਹਿਰ ਦੇ ਰਹੀ, ਇੱਕਦਮ ਸਾਡੇ ਮੂੰਹ 'ਚ ਪਾਤਾ, ਸਾਡੇ ਗਲੇ 'ਚ ਰੜਕ ਪੈ ਗਈ ਆ। ਨਹੀਂ ਤੇ ਜ਼ਹਿਰ ਤੇ ਸਾਨੂੰ 84 ਦੇ ਕਤਲੇਆਮ ਤੋਂ ਬਾਅਦ ਹੀ ਦੇਣਾ ਸ਼ੁਰੂ ਕਰ ਦਿੱਤਾ ਸੀ। ਬਿਲਕੁਲ ਜੀ। ਦੇਖੋ ਸਾਡੇ ਬੱਚਿਆਂ ਨੂੰ ਸਿਮਰਨ ਦੇ ਨਾਲੋਂ ਤੋੜ ਕੇ, ਬਾਣੀ ਦੇ ਨਾਲੋਂ ਤੋੜ ਕੇ ਉਹਨਾਂ ਨੂੰ ਸਿਰਫ ਇਹ ਗੱਲ ਕਹਿ ਦਿੱਤੀ ਗਈ ਵੀ ਕਰਾਮਾਤ ਨਹੀਂ ਵਰਤਦੀ, ਆ ਨਹੀਂ ਹੁੰਦਾ। ਜਦ ਕਿ ਐਟ ਆ ਸੇਮ ਟਾਈਮ ਚਾਹੇ ਉੱਥੇ ਤੁਸੀਂ ਕ੍ਰਿਸਚੈਨਿਟੀ ਦਾ ਦੇਖ ਲਓ, ਚਾਹੇ ਉੱਥੇ ਬਾਕੀ ਡੇਰੇ ਦੇਖ ਲਓ, ਜਿੰਨੇ ਵੀ ਪਖੰਡੀ ਬਣੇ ਨੇ, ਪਹਿਲੇ ਨੰਬਰ ਦੇ ਉੱਤੇ ਕੋਈ ਵੀ ਜਿਹੜੇ ਵੀਰ ਪਿਛਲੇ ਨੂੰ ਸੁਣਦੇ ਨੇ ਨਾ, ਮੈਨੂੰ ਕੋਈ ਵੀ ਵੀਰ ਬਾਈ ਦਲੀਲ ਇੱਥੇ ਕਮੈਂਟ 'ਚ ਪਾ ਦੇ, ਮੈਂ ਖਿਮਾ ਮੰਗੂਗਾ ਲਾਈਵ ਤੇ ਆਣ ਕੇ। ਸੰਗਤਾਂ ਸਰਵਣ ਕਰ ਰਹੀਆਂ, ਇਹਨਾਂ ਚੋਂ ਕਿਸੇ ਨੇ ਕਦੀ ਡੇਰਿਆਂ ਦਾ ਵਿਰੋਧ ਕੀਤਾ ਹੋਵੇ ਤਾਂ ਮੈਨੂੰ ਦੱਸੋ, ਜਿਹੜੇ ਡੇਰੇ ਪਖੰਡ ਦੇ ਨੇ। ਬਿਲਕੁਲ ਕਦਾਚਿਤ ਇਹਨਾਂ ਨੇ ਵਿਰੋਧ ਨਹੀਂ ਕੀਤਾ। ਅੱਛਾ, ਸਾਨੂੰ ਇਸ ਇਲਾਹੀ ਬਾਣੀ ਨਾਲੋਂ ਤੋੜ ਕੇ, ਇਲਾਹੀ ਜਾਪ ਨਾਲੋਂ ਤੋੜ ਕੇ ਸਾਨੂੰ ਦੂਰ ਕਰ ਦਿੱਤਾ ਗਿਆ। ਤੇ ਜਦੋਂ ਫਿਰ ਕ੍ਰਿਸਚੈਨਿਟੀ ਆਈ ਤੇ ਪਖੰਡੀ ਉਹਨਾਂ ਨੇ ਛੋਟੇ ਛੋਟੇ ਟੱਪੇ ਸੁਣਾਏ, ਤੇ ਸਾਡੇ ਬੱਚਿਆਂ ਨੂੰ ਜਦੋਂ ਮਾੜਾ ਜਿਹਾ ਉਹ ਇੱਕ ਆਨੰਦ ਹੁੰਦਾ, ਇੱਕ ਹੁੰਦਾ ਮਾੜਾ ਜਿਹਾ ਸੁੱਖ ਦਾ ਸਾਹ, ਉਹਨਾਂ ਨੂੰ ਛੋਟੇ ਛੋਟੇ ਉਹ ਸਵਾਹ ਦਵਾ ਕੇ ਤੇ ਉਹਨਾਂ ਨੇ ਆਪਣੇ ਮਗਰ ਲਾ ਲਿਆ ਜੀ। ਮੈਂ ਕਾਂਕੇ ਜੀ ਜ਼ੋਰ ਤੇ ਇਹ ਗੱਲ ਕਹਿਣਾ, ਜਿਹੜਾ ਬੰਦਾ ਕਹਿੰਦਾ ਮੈਨੂੰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਕੁਝ ਨਹੀਂ ਲੱਭ ਰਿਹਾ, ਉਹ ਵੀਰ ਨੂੰ ਮੇਰਾ ਖੁੱਲਾ ਸੱਦਾ ਹੈ, ਆ ਭਾਈ ਫੋਨ ਲਾ ਲਿਆ ਕਰਾਂਗੇ, ਤੂੰ ਟਾਈਮ ਕੱਢ, ਆਨੰਦ ਸਤਿਗੁਰੂ ਬਖਸ਼ਣਗੇ, ਮੇਰੇ ਨਾਲ ਲੈ, ਪੂਰੀ ਰਾਤ ਮੈਂ ਸਿਮਰਨ ਕਰਨਾ, ਪੂਰੀ ਰਾਤ ਤੂੰ ਸਿਮਰਨ ਕਰ, ਕੋਈ ਕਰਾਮਾਤ ਨਹੀਂ, ਕੋਈ ਕੁਛ ਨਹੀਂ, ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਦੋਨਾਂ ਸਿਰਾਂ ਤੇ ਮੇਰੇ ਭਰਿਆ ਹੱਥ ਰੱਖਣ, ਅਸੀਂ ਕਰਕੇ ਦਿਖਾਵਾਂਗੇ। ਜੀ ਜੀ ਬਿਲਕੁਲ ਜੀ। ਮਲਕੀਤ ਸਿੰਘ ਜੀ, ਗੱਲ ਇਹ ਆ ਜੀ, ਇਹ ਉਹੋ ਹੀ ਰੂਹਾਂ ਦੁਬਾਰਾ ਆਈਆਂ ਨੇ ਜਿਹੜੀਆਂ ਗੁਰੂ ਸਾਹਿਬ ਦੇ ਕਾਲ ਸਮੇਂ ਗੁਰੂ ਕਰਕੇ ਸਰੀਰ ਕਰਕੇ ਸੀਗੇ, ਉਦੋਂ ਜਦ ਪੁੱਛਦੇ ਹੁੰਦੇ ਸੀ ਨਾ ਮੁਗਲ ਕਰਾਮਾਤ ਵਿਖਾਓ ਜੀ। ਜੀ ਇਹ ਉਹੀ ਲੋਕ ਨੇ ਅੱਜ ਵੀ ਜਿਹੜੇ ਹੁਣ ਅੱਜ ਕਹਿੰਦੇ ਨੇ, ਜਿਸ ਤਰ੍ਹਾਂ ਇਹਨਾਂ ਦਾ ਕੀ ਪਰਮਜੀਤ, ਕਿ ਮੈਨੂੰ ਨਾਂ ਨਹੀਂ ਹੁਣ ਯਾਦ, ਉਹ ਜਿਹੜਾ ਐਨਕਾਂ ਲਾ ਕੇ ਬੜਾ ਹੁਣ ਵਿਦਵਾਨ ਬਣਦਾ, ਪਿਛਲੇ 3-4 ਦਿਨਾਂ ਤੋਂ 2 ਵੀਕਾਂ ਤੋਂ ਬੜੀਆਂ ਪੋਸਟਾਂ ਪਾਉਣ ਲੱਗ ਗਿਆ। ਹੁਣ ਇਹਨਾਂ ਦਾ ਕੋਈ ਇੱਕ ਹੈਗਾ ਉਹ, ਹਾਂਜੀ ਹਾਂਜੀ, ਬਹੁਤ ਫਰੇਮਾ ਹੋਇਆ ਉਹਨੂੰ ਵੀ, ਬਲੌਗ ਕਰਕੇ ਪਾ ਰਹੇ ਨੇ, ਬੰਦੇ ਨੂੰ ਬਲੌਗ ਕਰਕੇ ਵੀਡੀਓ ਪਾ ਦੋ, ਜਾਂ ਤਾਂ ਉਹਨੂੰ ਮੇਰਾ ਖੁੱਲਾ ਸੱਦਾ ਆ, ਉਹ ਦੱਸੇ ਕਿੱਥੇ ਵਿਚਾਰ ਕਰਨ ਲਈ ਬੈਠਦਾ, ਲਾਈਵ ਤੇ ਬੈਠਦਾ, ਫੋਨ ਤੇ ਬੈਠਦਾ, ਆਮਣੇ ਸਾਹਮਣੇ ਬੈਠਦਾ, ਦੱਸੇ ਉਹ। ਜੀ ਜੀ, ਤੇ ਹਨਾ ਉਹਨਾਂ ਨਾਲ ਇਹ ਉਹੀ ਬਾਬਾ ਜੀ ਰੂਹਾਂ ਮੁੜ ਕੇ ਆਈਆਂ ਨੇ ਜਿਹੜੀਆਂ ਗੁਰੂ ਸਾਹਿਬ ਦੇ ਸਮੇਂ ਉਦੋਂ ਉਹਨਾਂ ਨੂੰ ਪੁੱਛਦੇ ਸੀ, ਗੁਰੂ ਸਾਹਿਬ ਜੀ ਨੂੰ ਇਹੀ ਕੁਐਸਚਨ ਕਰਦੇ ਸੀ, ਕਰਾਮਾਤ ਵਿਖਾਓ ਜੀ। ਬਿਲਕੁਲ ਬਿਲਕੁਲ। ਇੰਨੀਆਂ ਕਰਾਮਾਤਾਂ ਵਿਖਾ ਕਰਕੇ ਵੀ ਹਨਾ 72 ਕਰਾਮਾਤਾਂ ਵਿਖਾਈਆਂ ਗਈਆਂ ਇਹਨਾਂ ਨੂੰ, ਇਹ ਫੇਰ ਹੀ ਇਹ ਆਪਣਾ ਇਹਨਾਂ ਨੂੰ ਉਹ ਜਿਹੜੀਆਂ ਲਿਖਤ ਇਤਿਹਾਸ ਵਿੱਚ 72 ਹੈ ਜੀ, ਬਾਕੀ ਦਾ ਕੁਛ ਕਿੰਨੇ ਮੈਂ ਇੱਕ ਦਿਨ ਵੇਖ ਰਿਹਾ ਸੀ ਕਿਤੇ, ਉਹ ਕਹਿੰਦੇ ਜੀ 72 ਵੈਸੇ ਜਿਹੜੀਆਂ ਪ੍ਰਚਲਿਤ ਨੇ ਉਹ ਤੋਂ ਬਾਹਰੀਆਂ ਵੀ ਕਈ ਵਿਖਾਈਆਂ ਨੇ। ਪਰ ਵੇਖੋ ਜਿੱਥੇ ਉਹ ਗੁਰਬਾਣੀ ਦੀ ਗੱਲ ਆ ਜਾਂਦੀ ਆ, ਕੋਈ ਇੱਕ ਪੰਕਤੀ ਦੇ ਵਿੱਚ ਹੇਰ ਫੇਰ ਕਰਨਾ, ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ ਹੁਣ ਤੁਸੀਂ ਸਾਡੇ ਮੱਥੇ ਨਹੀਂ ਲੱਗ ਸਕਦੇ, ਹਨਾ। ਇਹਨਾਂ ਨੂੰ ਵੇਖੋ, ਇਹ ਕਹਿੰਦੇ ਜੀ ਇੱਕ ਵਾਰੀ ਜੀ ਗਲਤੀ ਹੋ ਗਈ ਬੰਦੇ ਨਹੀਂ ਮੰਨ ਸਕਦੇ, ਆਪਾਂ ਵੀ ਹੁਣ ਬੋਲਦੇ ਆ, ਸਾਤੋਂ ਕਈ ਵਾਰੀ ਗਲਤੀ ਹੋ ਜਾਂਦੀ ਹੈ ਨਾ, ਆਪਾਂ ਕਹਿ ਸਕਦੇ ਹਾਂ ਬਈ ਬੋਲਦੇ ਆ ਕਿ ਗਲਤੀ ਹੋ ਗਈ। ਜਿਹੜੀ ਚੀਜ਼ ਨੂੰ ਪਹਿਲਾਂ ਇੱਕ ਵਾਰੀ ਦੀਵਾਨ 'ਚ ਬੋਲਣਾ, ਉਹਦਾ ਫਿਰ ਵਿੱਚੋਂ ਕਲਿੱਪ ਕੱਢਣਾ ਜੀ, ਉਹਨੂੰ ਫਿਰ ਦੁਬਾਰਾ ਵੱਖਰੇ ਜਿਹੜੇ ਇਹਨਾਂ ਦੇ 3-4 ਫੋਲੋਵਰ ਆ ਉਹਨਾਂ ਦੇ ਪੇਜਾਂ ਤੇ ਚਲਾਉਣਾ। ਇਹ ਦੱਸੋ ਗਲਤੀ ਆ ਕਿ ਹਰਾਮਜ਼ਾਦਗੀ ਆ ਇਹਨਾਂ ਦੀ? ਜਿਹੜੀਆਂ ਪਹਿਲਾਂ ਇਹ ਕਹਿੰਦਾ ਸੀ ਵੀ ਮੈਂ ਭਾਈ ਬਣ ਕੇ ਹਰਾਮਜ਼ਾਦੀਆਂ ਕਰਦਾ ਸੀ, ਭਾਈ ਕੰਮ ਉਹੀ ਇਹ ਕਰਦਾ, ਸਾਰੇ ਟੋਟਲੀ ਕੰਮ ਉਹਦੇ ਵੀ ਉਹੀ ਆ ਜਿਹੜੇ ਕਹਿੰਦਾ ਸੀ ਮੈਂ ਪਹਿਲੇ ਬੰਦ ਕਰਤੇ, ਬੰਦ ਨਹੀਂ ਕੀਤੇ, ਸਿਰਫ ਠੀਕ ਆ ਤੁਹਾਨੂੰ ਜਿਹੜਾ ਪਿੱਛੋਂ ਲਿਖਿਆ ਲਿਖਾਇਆ ਮਿਲਦਾ। ਇਹ ਜਿਹੜਾ ਭਾਈ ਸਾਹਿਬ ਇੱਕ ਤਾਂ ਚਲੋ ਚੰਗੀ ਗੱਲ ਇਹ ਵੀ ਹੋਈ ਆ ਨਾ, ਇਹ ਜਿਹੜੀ ਤੁਸੀਂ ਕਹਿੰਦੇ ਮਿੱਠਾ ਜ਼ਹਿਰ ਆਪਾਂ ਨੂੰ 84 ਤੋਂ ਦੇਣ ਲੱਗ ਗਏ ਸੀ ਜੀ, ਇਹ ਚੰਗਾ ਹੋਇਆ ਜੀ ਇਹਨੇ ਇੱਕ ਵਾਰੀ ਇਕੱਠਾ ਜ਼ਹਿਰ ਦੇ ਦਿੱਤਾ। ਉਹ ਜਿਹੜਾ ਜ਼ਹਿਰ ਦਾ ਸਟਾਕ ਸੀ ਇੱਕ ਵਾਰੀ ਉਹ ਸਾਰਾ ਕੁਝ ਨਿਖਰ ਕੇ ਬਾਹਰ ਆ ਗਿਆ, ਤੇ ਇਹ ਵੀ ਖਾਲੀ ਹੋ ਕੇ ਬਹਿ ਗਿਆ, ਤੇ ਇਹਦੇ ਨਾਲ ਦੇ ਵੀ ਜਿਹੜੇ ਹੁਣ ਦੱਸੋ ਖਾਲੀ ਹੋ ਕੇ ਬਹਿ ਗਏ। ਬਾਕੀ ਮੈਂ ਸੰਗਤ ਨੂੰ ਇਹ ਤੁਹਾਡੇ ਇਸ ਮਾਧਿਅਮ ਰਾਹੀਂ ਪੁੱਛਣਾ, ਬੇਨਤੀ ਕਰਨੀ ਚਾਹੁੰਦਾ ਤੇ ਜੇ ਕਹਿੰਦਾ ਪੁਜਾਰੀਆਂ ਦੇ ਗਲਤ ਸੀ ਸਾਰਿਆਂ ਦੇ, ਤੇ ਬਾਕੀਆਂ ਦੇ ਨਹੀਂ ਠੀਕ, ਸਾਰੇ ਸੰਪਰਦਾਵਾਂ ਨਹੀਂ ਠੀਕ, ਤੇ ਮਿਸ਼ਨਰੀ ਜਿਹੜੇ ਸੀਗੇ ਉਹਨਾਂ ਨਾਲ ਇਹਦੀ ਕਿਉਂ ਨਹੀਂ ਬਣੀ? ਹਾਂਜੀ ਭਾਈ ਸਾਹਿਬ ਵੀ ਹੁਣ ਨਿੰਦਦਾ। ਭਾਈ ਸਾਹਿਬ ਜੀ ਮੈਨੂੰ ਕਾਲਾਂ ਬਾਰ-ਬਾਰ ਆ ਰਹੀਆਂ 2-3, ਤੇ ਮੈਂ ਖਿਮਾ ਜਾਚਣਾ ਚਾਹੁੰਦਾ, ਮੈਂ ਉਹਨਾਂ ਵੀਰਾਂ ਨੂੰ ਜਿਹੜਾ ਉਹਨਾਂ ਦਾ ਮਨ ਨਹੀਂ ਤੋੜਨਾ ਚਾਹੁੰਦਾ, ਤੇ ਹਾਂਜੀ ਖੁਸ਼ੀਆਂ ਬਖਸ਼ੋ ਮਹਾਰਾਜ। ਹੈ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਡੇ ਨਾਲ ਮੇਰੇ ਖਿਆਲ ਨਾਲ ਸ਼ਾਇਦ ਮਲੇਸ਼ੀਆ ਤੋਂ ਲੱਗਦੇ ਆ ਕਿਸੇ ਕਾਲਰ ਇਹ ਸੀਗੇ ਭਾਈ ਸੁਖਵਿੰਦਰ ਸਿੰਘ ਜੀ ਸੱਲ, ਜਿਹੜੇ ਹੁਣੇ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਕੀਤੀ। ਭਾਈ ਸਾਹਿਬ ਜੀ ਏਕ ਨੂਰ ਰੇਡੀਓ ਤੇ ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੌਣ ਸਾਹਿਬ ਬੋਲ ਰਹੇ थे? ਬਾਬਾ ਜੀ ਮੈਂ ਤੁਹਾਡੀ, ਹਾਂਜੀ ਬਾਬਾ ਜੀ ਮੈਂ ਮਲੇਸ਼ੀਆ ਤੋਂ ਮਨਪ੍ਰੀਤ ਸਿੰਘ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਜੀ।
ਹਾਂਜੀ ਬਾਬਾ ਜੀ। ਬਾਬਾ ਜੀ ਇਹ ਸਿੱਖ ਕੌਮ ਦੇ ਵਿੱਚ ਵੱਖ-ਵੱਖ ਪ੍ਰਚਾਰ ਸੁਣ ਕੇ ਤੇ ਮੈਂ ਤੇ ਡਬਲ ਮਾਈਂਡਡ ਹੋ ਰਿਹਾ ਬਾਬਾ ਜੀ। ਅਜਿਹਾ ਤੁਹਾਨੂੰ ਕਿਉਂ ਫੀਲ ਹੋ ਰਿਹਾ ਆ? ਠੀਕ ਬਾਬਾ ਜੀ, ਪਹਿਲੀ ਗੱਲ ਤੇ ਭਾਈ ਸਾਹਿਬ ਦੇ ਪ੍ਰਚਾਰ ਮੈਂ ਸੁਣ ਰਿਹਾ ਸੀਗਾ ਜੀ। ਪੁਰਾਣੀਆਂ ਵੀਡੀਓ ਕੱਢ ਕੇ ਵੀ ਮੈਂ ਸੁਣੀਆਂ, ਹੁਣ ਦੀਆਂ ਵੀ ਸੁਣੀਆਂ। ਮੈਨੂੰ ਸਮਝ ਨਹੀਂ ਆ ਰਹੀ ਕਿ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਇਹ ਤੇ ਜੀ ਭਾਈ ਸਾਹਿਬ ਨੂੰ ਵੀ ਨਹੀਂ ਸਮਝ ਆਈ ਬਾਬਾ ਜੀ ਅਜੇ ਤੱਕ। ਉਹਨਾਂ ਨੂੰ ਕਹਿਣ ਵਾਲਿਆਂ ਨੂੰ ਨਹੀਂ ਪਤਾ ਲੱਗਾ ਵੀ ਕੀ ਕਹਿ ਰਹੇ, ਤੁਹਾਨੂੰ ਸੁਣਨ ਵਾਲਿਆਂ ਨੂੰ ਕੀ ਪਤਾ ਲੱਗੇਗਾ? ਦੇਖੋ, ਜੇ ਇਹ ਇਹੀ ਗੱਲਾਂ ਕਹਿ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਇੱਕ ਇਨਸਾਨ ਸੀਗੇ, ਉਹ ਸਾਡੇ ਵਰਗੇ ਸੀਗੇ, ਜੀ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵਰਗੇ ਸੀਗੇ, ਤੇ ਤੁਸੀਂ ਆਪਣੀ ਕੌਮ ਵਾਸਤੇ ਕੀ ਕਰ ਸਕਦੇ? ਆਪ ਤਾਂ ਇੱਕ, ਚਲੋ ਮੈਂ ਛੋਟਾ ਮੂੰਹ ਵੱਡੀ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ, ਕਿ ਇਹ ਆਪਣੀ ਜਾਨ ਕੁਰਬਾਨ ਕਰ ਸਕਦੇ ਨੇ ਆਪਣੀ ਸਿੱਖ ਕੌਮ ਦੇ ਉੱਪਰੋਂ ਜੀ? ਭਾਈ ਜੀ, ਉਹ 2 ਪ੍ਰਸ਼ਾਦੇ ਨਹੀਂ ਦਾਨ ਕਰ ਸਕਦੇ ਤੇ ਤੁਸੀਂ ਉਹਨਾਂ ਕੋਲ ਸਿਰਾਂ ਦੀ ਮੰਗ ਕਰ ਰਹੇ ਹੋ। ਹਾਂਜੀ ਹਾਂਜੀ ਬਾਬਾ ਜੀ, ਮੈਂ ਮਾਫੀ ਚਾਹੁੰਦਾ ਹਾਂ ਕਿ ਇਹ ਬੱਚੇ ਸੱਚਾਈਆਂ ਨੇ ਜੀ, ਕਿ 2 ਪ੍ਰਸ਼ਾਦੇ ਵੀ ਉੱਥੋਂ ਕਿਸੇ ਨੂੰ ਦੇ ਨਹੀਂ ਸਕੇ। ਬਿਲਕੁਲ ਬਿਲਕੁਲ ਸਹੀ ਗੱਲ ਬਾਬਾ ਜੀ। ਦੇਖੋ, ਕੋਈ ਵੀ ਇਨਸਾਨ ਆ, ਉਹ ਫਿਜ਼ੀਕਲੀ ਆਪਾਂ ਦੇਖ ਸਕਦੇ, ਉਹਨੂੰ ਫਿਜ਼ੀਕਲੀ ਬੰਦਾ ਗੈਸ ਕਰ ਸਕਦਾ ਹੈ ਉਸ ਇਨਸਾਨ ਨੂੰ ਕਿ ਕਿਵੇਂ ਦਾ ਇਨਸਾਨ ਹੈਗਾ। ਭਾਈ ਸਾਹਿਬ ਦੇ ਤੁਹਾਨੂੰ ਪਹਿਰਾਵੇ ਤੋਂ ਵੀ ਦੇਖ ਸਕਦਾ ਹੈ ਕਿ ਭਾਈ ਸਾਹਿਬ ਨਹੀਂ ਇਸ ਸਿਚੁਏਸ਼ਨ ਤੋਂ ਸਮਝ ਸਕਦੇ ਤੁਸੀਂ ਬਾਬਾ ਜੀ। ਜੀ ਜੀ ਜੀ। ਬਾਕੀ ਮੈਨੂੰ ਬਹੁਤ ਅਫਸੋਸ ਹੋਇਆ ਬਾਬਾ ਜੀ ਸੁਣ ਕੇ ਗੱਲਾਂ। ਜਦੋਂ ਸੁਣਦਾ ਆ ਮੈਂ ਦੇਖੀ ਵੀਡੀਓ ਦੇਖ ਰਿਹਾ ਸੀ, ਇੱਕ ਉਹ ਫੋਰਨ ਤੋਂ ਸੀਗਾ ਕੋਈ, ਉਹ ਵੀ ਕਹਿ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਤਲ ਹੋ ਗਿਆ, ਐਵੇਂ ਹੋਇਆ, ਜੇ ਹੋਇਆ। ਮੈਂ ਸੁਣ ਕੇ ਬਾਬਾ ਜੀ ਬਹੁਤ ਦੁੱਖ ਲੱਗਦਾ ਇਹੋ ਜਿਹੀਆਂ ਚੀਜ਼ਾਂ, ਕਿ ਸਾਡੀ ਸਿੱਖ ਕੌਮ ਦੇ ਵਿੱਚ ਕੋਈ ਇਹੋ ਜਿਹਾ ਪ੍ਰਬੰਧਕ ਕਮੇਟੀ ਨਹੀਂ ਹੈਗੀ ਜਿਹੜਾ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਲੈ ਸਕੇ। ਉਹ ਬਾਬਾ ਜੀ, ਉਹਨਾਂ ਦੇ ਭਾਈ ਉਹ ਹਰਿੰਦਰ ਸਿੰਘ ਆ ਜੀ, ਇੰਗਲੈਂਡ ਤੋਂ। ਉਹਨੇ ਤੇ ਉਹ ਖੇਡ ਖੇਡੀ, ਕਹਿੰਦੇ ਇੱਕ ਘਰ ਡੁੱਬਿਆ ਆਪਣਾ ਤੇ ਦੂਜਾ ਡੁੱਬਿਆ ਮਹੀਵਾਲ। ਉਹ ਆਪ ਤੇ ਡੁੱਬਿਆ ਸੀ, ਉਹ ਇੰਗਲੈਂਡ ਚੋਂ ਬੈਨ ਕਰਾਇਆ ਸੀ ਉਹਨੇ। ਭਾਈ ਸਾਹਿਬ ਦੀ ਵੀ ਫੱਟੀ ਪੋਚਦੀ, ਉੱਥੋਂ ਕੀ ਕਰੇ ਸਾਰੇ ਯੂਰਪ ਤੋਂ ਹੀ ਪਹੁੰਚਵਾਤੀ। ਇਹ ਉਹ ਗੱਲ ਹੁੰਦੀ ਆ ਵੀ ਉਹ ਬੰਦੇ ਦੇ ਜਿਹੜੇ ਬਚਨ ਸੀਗੇ, ਉਹ ਕਹਿੰਦੇ ਇੱਕ ਪਿੰਡ ਦੇ ਵਿੱਚ ਛੜਾ ਬੰਦਾ ਤੁਰਿਆ ਫਿਰਦਾ ਸੀਗਾ, ਤੇ ਉਹਨੇ ਲਿਆ ਕੇ ਕਿਸੇ ਦੇ ਘਰੋਂ ਗੁੜ ਮੰਗਿਆ, ਤੇ ਕਿਸੇ ਦੇ ਮੰਗਿਆ ਕਿਸੇ ਘਿਓ, ਤੇ ਕਿਸੇ ਬੀਬੀ ਨੂੰ ਫੜਾਇਆ। ਕਹਿੰਦਾ ਜੀ ਸਿਆਲੂ ਦਿਨ ਆ, ਤੇ ਬੀਬੀ ਆਟਾ ਕੋਲੋਂ ਪਾ ਕੇ ਪਿੰਨੀਆਂ ਬਣਾ ਦੇਈ। ਉਹ ਕਹਿੰਦੀ ਬਣਾ ਦਿੰਨੀ ਆ। ਉਹ 4-5 ਦਿਨ ਜਾ ਕੇ ਕਹਿੰਦਾ ਬਣਾਈਆਂ ਨਹੀਂ। ਉਹ ਕਹਿੰਦੀ ਵੀ ਬਈ ਮੈਂ ਥੋੜੀ ਜਿਹੀ ਬਿਜੀ ਸੀ, ਕਣਕ ਬੀਜਦੇ ਆ, ਤੇ ਨਹੀਂ ਬਣਾਈਆਂ ਗਈਆਂ। 3-4 ਦਿਨ ਫੇਰ ਗਿਆ, ਜਾ ਕੇ ਥੋੜਾ ਜਿਹਾ ਔਖਾ ਬੋਲਿਆ, ਬੀਬੀ ਨੇ ਫੇਰ ਮੋੜਤਾ। ਜਦੋਂ ਚੌਥੇ ਕੁ ਦਿਨ ਗਿਆ ਤੇ ਬੀਬੀ ਕਿਤੇ ਘਾਣਾ ਪਾ ਕੇ ਬੈਠੀ ਸੀਗੀ, ਆਟੇ ਘਿਓ ਦਾ ਤੇ ਪਿੰਨੀਆਂ ਰਲਾਉਣ ਦੇ ਚੱਕਰ ਦੇ ਵਿੱਚ ਖੁਰਚਣਾ ਫੇਰਦੀ ਸੀਗੀ। ਤੇ ਜਾ ਕੇ ਉੱਥੇ ਕਹਿੰਦਾ ਵੀ ਤੂੰ ਅੰਨੀ ਦੀ ਆ, ਤੈਨੂੰ ਸ਼ਰਮ ਨਹੀਂ ਆਉਂਦੀ? ਕਿੰਨੇ ਦਿਨ ਹੋ ਗਿਆ ਤੈਨੂੰ ਫੜਾ ਕੇ ਗਿਆ, ਹਜੇ ਤੱਕ ਬਣਾਇਆ ਨਹੀਂ ਹੈ? ਸਿਆਲ ਨੰਗੇ ਤਾਂ ਮੈਨੂੰ ਖਾਣ ਨੂੰ ਦੇਣਾ। ਤੇ ਬੀਬੀ ਕਹਿੰਦੀ ਬਾਪੂ ਕਰ ਝੋਲੀ। ਜਦੋਂ ਝੋਲੀ ਅੱਡੀ ਤੇ ਉਹਨੇ ਚੱਕ ਕੇ ਲਿਆ ਕੇ ਉਹ ਬਲਦੀ ਅੱਗ ਦੇ ਤੋਂ ਕੜਾਈ ਜਿਹੜੀ ਸੀਗੀ, ਉਹ ਵਿੱਚੇ ਘਿਓ ਤੇ ਵਿੱਚੇ ਆਟਾ ਤੇ ਵਿੱਚੇ ਗੁੜ ਸਭ ਕੁਝ ਉਹਦੀ ਝੋਲੀ 'ਚ ਪਾਤਾ। ਕਹਿੰਦੀ ਹੁਣ ਦਫਾ ਹੋ ਜਾ। ਤੇ ਰਾਹ 'ਚ ਤੁਰਿਆ ਜਾਂਦਾ, ਕਹਿੰਦਾ ਵੀ ਲੋਕਾਂ ਨੂੰ ਪੁੱਛਦਾ ਆ ਵੀ ਲੋਕੀ ਕਹਿੰਦੇ ਉਹ ਆ ਕੀ ਭਾਈਆ ਚੋਣ ਡਿਆ? ਕਹਿੰਦਾ ਜ਼ੁਬਾਨ ਦਾ ਰਸ ਚੋਣ ਡਿਆ ਆ। ਉਹ ਜਿਹੜਾ ਹਰਿੰਦਰ ਸਿੰਘ ਕਹਿੰਦਾ ਸੀਗਾ, ਪਤਾ ਨਹੀਂ ਕਿੱਥੇ, ਜਿੱਦਾਂ ਲਾਈਕ ਮੈਂ ਨਾ ਕਾਦਾਂ, ਜਿੱਦਾਂ ਲਾਈਕ ਪਤਾ ਨਹੀਂ ਕਿੱਦਾਂ ਹੋ ਗਿਆ, ਜਿੱਦਾਂ ਗੁਰੂ ਸਾਹਿਬ ਜਿੱਦਾਂ ਉਹ ਕਰਦਾ ਨਾ, ਜਿੱਦਾਂ ਜੀਭ ਨੂੰ ਜਿੱਦਾਂ ਊਠ ਗਾਲੀ ਕਰਦਾ ਹੁੰਦਾ ਆ, ਉਹ ਜਿੱਦਾਂ ਪਤਾ ਨਹੀਂ ਕਿੱਦਾਂ ਉਹਨਾਂ ਮਾਂ ਦਾ ਪੁੱਤ ਜਿਹੜਾ ਪਤਾ ਨਹੀਂ ਕਿੱਥੇ ਰੱਖ ਦਿੱਤਾ ਹੋਊਗਾ, ਜਿੱਦਾਂ ਪਤਾ ਨਹੀਂ ਕੀ ਉਹਨਾਂ ਨੂੰ ਖਰੇ ਉਹਦੀ ਡੈਡ ਬੋਡੀ ਜਿੱਦਾਂ ਉਹ ਜਿੱਦਾਂ ਊਠ ਗਾਲੀ ਕਰਦਾ ਹੈ ਨਾ, ਉਹ ਏਦਾਂ ਕਰਦਾ ਆ। ਤੇ ਉਹ ਕਹਿ ਬੈਠਾ, ਤੇ ਉਹਦੀ ਕਰਤੂਤ ਨੂੰ ਉਹਨੇ ਭਾਈ ਸਾਹਿਬ ਦੇ ਵੀ ਜਿੰਦੇ ਲਵਾ ਦਿੱਤੇ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਜੀ। ਮੈਂ ਦੇਖ ਰਿਹਾ ਸੀ ਵੀਡੀਓ ਤੇ। ਬਾਕੀ ਬਾਬਾ ਜੀ, ਸੋਸ਼ਲ ਮੀਡੀਆ ਨੇ ਨਾ ਸਾਡੇ ਸਿੱਖ ਪ੍ਰਚਾਰ ਦੇ ਵਿੱਚ ਆ ਫਰੀਡਮ ਆਫ ਜਿਹੜਾ ਪ੍ਰਚਾਰ ਕਰਦੇ ਆ ਨਾ, ਫਰੀਡਮ ਪ੍ਰਚਾਰ, ਇਹ ਬਾਬਾ ਜੀ ਸਾਡੇ ਨਾਲ ਵੈਸੇ ਹੋਣਾ ਨਹੀਂ ਚਾਹੀਦਾ। ਜੀ ਜੀ। ਜਿੱਦਾਂ ਕਿ ਆਪਾਂ ਹਰ ਕੋਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜੋ ਕੁਛ ਮਰਜ਼ੀ ਕਹਿ ਦਿੰਦਾ ਆ, ਇਹ ਸੁਣ ਕੇ ਫਿਰ ਬਾਬਾ ਜੀ ਬੜਾ ਗੁੱਸਾ ਚੜਦਾ ਆ। ਨਹੀਂ ਭਾਈ ਸਾਹਿਬ ਜੀ, ਮੇਰੇ ਖਿਆਲ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਐਕਟਿਵ ਹੋਣਾ ਚਾਹੀਦਾ ਆ। ਤੁਸੀਂ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤ ਬੈਠੀ ਆ, ਕੋਈ ਵੀ ਬੰਦਾ ਗੱਲਬਾਤ ਕਰਦਾ ਆ, ਸਾਨੂੰ ਜ਼ਿੰਮੇਵਾਰੀ ਦੇ ਨਾਲ
ਉਹਨਾਂ ਦੇ ਨਾਲ ਵਿਚਾਰ ਕਰਨੀ ਚਾਹੀਦੀ ਆ। ਤੁਸੀਂ ਵੀ ਕੋਸ਼ਿਸ਼ ਕਰੋ, ਜੇ ਕੋਈ ਬੰਦਾ ਤੁਹਾਡੇ ਨਾਲ ਗੱਲਬਾਤ ਕਰਦਾ ਉਹਦੀ ਰਿਕਾਰਡਿੰਗ ਕਰੋ, ਸਾਨੂੰ ਰਿਕਾਰਡਿੰਗ ਭੇਜੋ, ਅਸੀਂ ਇੱਕ ਨੂੰ ਰੇਡੀਓ ਦੇ ਉੱਤੇ ਨਸ਼ਰ ਕਰਾਂਗੇ। ਸੋ ਜਿਹੜੀਆਂ ਇਹਨਾਂ ਦਾ ਪੈਮਾਨਾ ਚੈੱਕ ਕਰੋ, ਕਿਉਂਕਿ ਜਿਹੋ ਜਿਹਾ ਸਮਾਂ ਹੋਵੇ, ਸਿਆਣੇ ਕਹਿੰਦੇ ਹਥਿਆਰ ਉਹ ਜਿਹੜਾ ਟਾਈਮ ਸਿਰ ਚੱਲੇ, ਜਿਹੜਾ ਟਾਈਮ ਸਿਰ ਚੱਲਿਆ ਨਹੀਂ ਹਥਿਆਰ ਕਾਹਦਾ। ਸੋ ਇਸ ਵੇਲੇ ਜਿਹੋ ਜਿਹਾ ਨਿੰਦਕ ਲੋਕ ਵਿਰੋਧਤਾ ਕਰ ਰਹੇ ਆ, ਉਸ ਤਰੀਕੇ ਨਾਲ ਗੁਰੂ ਦੇ ਥਾਪੜੇ ਤੇ ਆਸ਼ੇ ਮੁਤਾਬਕ ਤੁਸੀਂ ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿਓ। ਆਪ ਜੇ ਗੁਰਮੁਖ ਉੱਠ ਕੇ ਤੇ ਆਪੇ ਹੀ ਜਿਹੜਾ ਨੱਥ ਪੈ ਜਾਂਦੀ। ਜਦੋਂ ਆਪਾਂ ਮੋਰੇ ਬੋਲਣਾ ਕੁਛ ਨਹੀਂ, ਅਗਲੇ ਸਟੇਜ ਤੋਂ ਬਕਵਾਸ ਕਰਕੇ ਚੱਲ ਜਾਂਦੇ ਤੇ ਫਿਰ ਖਲਾਰਾ ਏਦਾਂ ਹੀ ਪੈਣਾ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਤੁਹਾਡੀ। ਮੇਰੀ ਸਾਰੀ ਸੰਗਤ ਨੂੰ ਇੱਥੇ ਇੱਕ ਬਾਬਾ ਜੀ ਬੇਨਤੀ ਹੈ ਕਿ ਕੁਝ ਜ਼ਿਆਦਾ ਨਹੀਂ, ਜਪਜੀ ਸਾਹਿਬ ਦੀ ਪਹਿਲੀ ਪੌੜੀ ਕੰਠ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਤਰਕ ਦੇ ਉੱਤੇ ਇਹਨਾਂ ਨੂੰ ਨਾ ਕਾਲ ਕਰਕੇ ਰਿਕਾਰਡਿੰਗ ਤੇ ਫੋਨ ਲਾ ਲਿਓ ਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਇਹਨਾਂ ਦੇ ਅੱਗੇ ਰੱਖ ਦਿਆ ਕਰੋ। ਤੁਹਾਨੂੰ ਕਹੋ ਦੱਸੋ ਤੁਹਾਡਾ ਤਰਕ ਕਿੱਥੇ ਗਿਆ, ਬਸ ਪਹਿਲੀ ਪੌੜੀ ਅੱਗੇ ਰੱਖ ਦਿਆ ਕਰੋ। ਜੀ ਜੀ ਬਿਲਕੁਲ। ਨਹੀਂ ਬਾਬਾ ਜੀ, ਇਹੀ ਤੇ ਗੱਲ ਚਲੋ ਮੈਂ ਸੋਚਦਾ ਸੀਗਾ ਕਿ ਕਹਿ ਰਹੇ ਨੇ, ਚਲੋ ਇਹ ਦੱਸ ਰਹੇ ਨੇ ਪ੍ਰਚਾਰ ਦੇ ਵਿੱਚ ਕਿ ਗਿਆਨ ਹੀ ਸਭ ਤੋਂ ਵੱਡਾ, ਮਤਲਬ ਬ੍ਰਹਮ ਗਿਆਨੀ ਕੋਈ ਨਹੀਂ ਹੈਗਾ। ਜਿਵੇਂ ਦੇ ਬ੍ਰਹਮ ਗਿਆਨੀ ਆ, ਸਾਧੂ ਨੇ, ਸਾਰੇ ਸਾਡੇ ਵਰਗੇ ਸੀਗੇ। ਇਹੀ ਗੱਲ ਕਹਿਣ ਦਾ ਭਾਵ ਇਹੀ ਆ ਬਾਬਾ ਜੀ। ਤੇ ਫਿਰ ਜੇ ਫਿਰ ਭਾਈ ਸਾਹਿਬ ਜੀ, ਜੇ ਉਹ ਸਾਡੇ ਵਰਗੇ ਸੀਗੇ ਤੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 4 ਪੁੱਤ ਸ਼ਹੀਦ ਹੋ ਗਏ, ਲੱਖੀ ਜੰਗਲ ਤੋਂ ਬਾਹਰ ਨਿਕਲ ਗਏ। ਬਾਅਦ ਚ ਭਾਈ ਸਾਹਿਬ ਭਾਈ ਬਾਬਾ ਦਇਆ ਸਿੰਘ ਜੀ ਹੁਣੀ ਕਹਿੰਦੇ ਵੀ ਮਹਾਰਾਜ ਇਹ ਤੇ ਬਹੁਤ ਵੱਡਾ ਧੱਕਾ ਹੋ ਗਿਆ। ਮਹਾਰਾਜ ਕਹਿੰਦੇ 5 ਲਕੀਰਾਂ ਖਿੱਚ, 4 ਲਕੀਰਾਂ ਖਿੱਚ। ਜਦੋਂ ਖਿੱਚੀਆਂ ਕਹਿੰਦੇ ਹੁਣ ਢਾਹ ਦੇ, ਢਾਹ ਦਿੱਤੀਆਂ। ਕਹਿੰਦੇ 4 ਫੇਰ ਖਿੱਚ ਦਿੱਤੀਆਂ, ਫਿਰ ਢਾਹ ਦੇ, ਢਾਹ ਦਿੱਤੀਆਂ। ਕਹਿੰਦੇ ਜਦੋਂ ਲਕੀਰਾਂ ਖਿੱਚੀਆਂ ਸੀ ਤੁਹਾਨੂੰ ਕੋਈ ਚਾਅ ਹੋਇਆ? ਕਹਿੰਦੇ ਨਹੀਂ। ਜਦੋਂ ਢਾਈਆਂ ਕਹਿੰਦੇ ਕੋਈ ਦੁੱਖ ਹੋਇਆ? ਕਹਿੰਦੇ ਨਹੀਂ। ਕਹਿੰਦੇ ਇਸੇ ਤਰੀਕੇ ਦੇ ਨਾਲ ਚਾਰੇ ਸਾਹਿਬਜ਼ਾਦੇ ਮਾਲਕ ਦੇ ਹੁਕਮ ਚ ਆਏ ਸੀ ਤੇ ਮੁਲਕ ਹੁਕਮ ਚ ਚਲ ਗਏ। ਨਾ ਸਾਨੂੰ ਉਹਨਾਂ ਦੇ ਆਉਣ ਦੀਆਂ ਖੁਸ਼ੀਆਂ ਸੀ, ਨਾ ਜਾਣ ਦੇ ਦੁੱਖ ਸੀ। ਤੇ ਜੇ ਅਸੀਂ ਭਾਈ ਇਹ ਗੱਲ ਕਹੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਵਰਗੇ ਆ ਤੇ ਸਾਡੇ ਦੇ ਨਾਲ ਕੀਰਤਨ ਕਰਨ ਵਾਲਾ, ਢੋਲਕੀ ਵਜਾਉਣ ਵਾਲੇ ਬੰਦੇ ਦੇ ਪੁੜਪੁੜੀ ਚ ਗੋਲੀ ਵੱਜੀ ਆ, ਉਹ ਬੰਦਾ ਮਰ ਗਿਆ ਤੇ ਅਸੀਂ ਸਟੇਜਾਂ ਦੇ ਉੱਤੇ ਅਮਰੀਕਾ ਕੈਨੇਡਾ ਦੀਆਂ ਤੇ ਰੋ ਕੇ ਮੈਕ ਗਿੱਲੇ ਕਰ ਦਿੱਤੇ। ਤੇ ਜੇ ਸਾਡੇ ਚ ਤੇ ਕਲਗੀਧਰ ਵਿੱਚ ਫਰਕ ਨਹੀਂ ਸੀਗਾ ਤੇ ਫਿਰ ਉਹ ਕੀਰਨੇ ਕਾਹਦੇ ਵਾਸਤੇ? ਲੋਕਾਂ ਤੋਂ ਪੈਸੇ ਇਕੱਠੇ ਕਰਨ ਵਾਸਤੇ ਸੀਗੇ। ਬਿਲਕੁਲ ਬਾਬਾ ਜੀ, ਮੈਂ ਚਲੋ ਮਾਫ ਕਰਿਓ, ਜਦੋਂ ਮੈਂ ਪਹਿਲਾਂ ਇਹਨਾਂ ਦੇ ਪ੍ਰਚਾਰ ਸੁਣਦਾ ਸੀ ਨਾ ਭਾਈ ਸਾਹਿਬ ਦੇ, ਮੈਂ ਇਹਨਾਂ ਨੂੰ ਬਹੁਤ ਮੰਨਦਾ ਸੀਗਾ ਕਿ ਇੱਕ ਵਧੀਆ ਸ਼ਖਸੀਅਤ ਦੇ ਮਾਲਕ ਨੇ, ਚਲੋ ਗਿਆਨ ਹੈਗਾ ਆ। ਪਰ ਜਦੋਂ ਹੁਣ ਬਾਬਾ ਜੀ ਸੁਣਦਾ ਆ ਨਾ, ਫਿਰ ਜਦੋਂ ਮੈਂ ਬਹੁਤ ਦੁੱਖ ਹੁੰਦਾ ਆ ਇਹ ਚੀਜ਼ਾਂ ਸੁਣ ਕੇ ਕਿ ਸਾਡੇ ਗੁਰੂ ਨੂੰ ਕੋਈ ਏਦਾਂ ਕਹਿ ਰਿਹਾ ਉਹ ਵੀ ਆਪ ਦਾ ਸਿੱਖ ਹੋ ਕੇ। ਭਾਈ ਸਾਹਿਬ ਜੀ, ਹਾਂਜੀ ਮੈਂ ਇੱਕ ਬੇਨਤੀ ਕਰ ਦੇਵਾਂ ਸਤਿਕਾਰਯੋਗ ਸਰੋਤਿਆਂ ਨੂੰ ਵੀ, 1 ਘੰਟਾ 7 ਮਿੰਟ ਹੋ ਗਏ ਆ ਤੇ ਇਹਨਾਂ 1 ਘੰਟਾ 7 ਮਿੰਟ ਸਾਡੇ ਕੋਲ 8 ਮਿੰਟ ਹੋ ਰਿਹਾ। ਆਪਾਂ ਪ੍ਰੋਗਰਾਮ ਚਲਾਉਣਾ 1.25 ਘੰਟੇ ਦਾ ਹੀ ਆ ਤੇ ਉਸ ਤੋਂ ਬਾਅਦ ਸਮਾਪਤੀ ਕਰ ਦੇਣੀ ਆ। ਇੱਕ ਕਾਲ ਆ ਰਹੀ ਹੈ ਭਾਈ ਸਾਹਿਬ ਜੀ, ਮੈਨੂੰ ਕਾਲ ਲੈ ਲੈਣ ਦਿਓ, ਮੈਂ ਤੁਹਾਨੂੰ ਵਾਪਸ ਲੈਣਾ ਹੈ। ਮੈਂ ਤੁਹਾਨੂੰ ਵਾਪਸ ਲੈਣਾ ਭਾਈ ਮਲਕੀਤ ਸਿੰਘ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਏਕ ਨੂਰ ਰੇਡੀਓ ਦੇ ਉੱਤੇ ਆਪ ਜੀ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ। ਧੰਨਵਾਦ ਜੀ ਤੁਹਾਡਾ, ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ। ਚਲੋ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਆਪ ਸੰਗਤਾਂ ਦੀ ਅਸੀਸ ਸਦਕਾ ਹੀ ਕੋਸ਼ਿਸ਼ ਕਰ ਰਹੇ ਹਾਂ ਜੀ। ਬਿਲਕੁਲ ਜੀ, ਬਿਲਕੁਲ। ਹਾਂਜੀ ਬਿਲਕੁਲ ਜੀ, ਗੱਲ ਚੱਲ ਰਹੀ ਆ ਜਿੱਦਾਂ ਇਹ ਕਹਿੰਦੇ ਕੁਦਰਤ ਰੱਬ ਆ ਜੀ। ਜੀ ਮਹਾਰਾਜ ਦੀ ਬਾਣੀ ਕਹਿੰਦੀ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਜੀ ਜੀ ਬਿਲਕੁਲ। ਤੇ ਪ੍ਰਮਾਤਮਾ ਤਾਂ ਮਹਾਰਾਜ ਕਹਿੰਦੇ ਆਦ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਜਿਸ ਸਮੇਂ ਦੀ ਗੱਲ ਗੁਰੂ ਸਾਹਿਬ ਕਰਦੇ ਅਰਬਦ ਨਰਬਦ ਧੁੰਦੂ ਕਾਰਾ, ਫਿਰ ਤਾਂ ਉਦੋਂ ਇਹਨਾਂ ਦਾ ਰੱਬ ਹੈ ਹੀ ਨਹੀਂ ਸੀ। ਜੀ ਜੀ। ਕੁਦਰਤ ਸਦਾ ਸਥਿਰ ਰਹਿਣ ਵਾਲੀ ਨਹੀਂ ਜੀ। ਕੋਈ ਸਮਾਂ ਐਸਾ ਆ ਸਕਦਾ ਦੁਨੀਆ ਦਾ ਸਭ ਕੁਝ ਜਿਹੜਾ ਉਹ ਮਲੀਆ ਮੇਟ ਹੋ ਸਕਦਾ। ਜੀ ਜੀ। ਉਦੋਂ ਇਹਦਾ ਨਾ ਰੱਬ ਕਿੱਥੇ ਜਾਵੇਗਾ? ਬਿਲਕੁਲ ਜੀ, ਬਿਲਕੁਲ ਬਿਲਕੁਲ। ਉਦੋਂ ਰੱਬ ਨੂੰ ਕਿੱਥੋਂ ਲੈਣਗੇ ਇਹ? ਜੀ। ਪਰਮੇਸ਼ਰ ਜਿਹੜਾ ਉਹ ਕਦੇ ਖਤਮ ਹੋਣ ਵਾਲਾ ਨਹੀਂ। ਆਦ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ।
ਜੀ 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 ਬਿਲਕੁਲ ਕੁਦਰਤ ਦਰਖਤਾਂ ਦੇ ਵਿੱਚ ਆ, ਦਰਖਤ ਖਤਮ ਹੋ ਸਕਦੇ ਆ, ਦਰਿਆਵਾਂ ਸਾਗਰਾਂ ਦੀ ਕੁਦਰਤ ਵਾ, ਸਾਰਾ ਕੁਝ ਕੁਦਰਤ ਦੇ ਵਿੱਚ ਆਉਂਦਾ। ਜੀ ਜੀ ਕਿਸੇ ਦਿਨ ਇਹ ਵੀ ਖਤਮ ਹੋ ਸਕਦੇ। ਇੱਥੇ ਮੈਨੂੰ ਇੱਕ ਵਿਦਵਾਨ ਦੀਆਂ ਲਿਖੀਆਂ ਸਤਰਾਂ ਯਾਦ ਆਉਂਦੀਆਂ। ਉਹ ਲਿਖਦਾ, ਸਾਗਰ ਸੁੱਕ ਜਾਂਦੇ ਗਰਮੀ ਜਦ ਬਹੁਤ ਪੈਂਦੀ, ਕੀ ਬਾਤ ਹੈ। ਪਰ ਸਾਗਰ ਗੁਰਬਾਣੀ ਦਾ ਸੁੱਕਦਾ ਨਹੀਂ। ਵਾਹ ਜੀ ਵਾਹ। ਹੁਣ ਚੰਦ ਸੂਰਜ ਵੀ ਕੁਦਰਤ ਦੇ ਵਿੱਚ ਆਉਂਦੇ ਆ। ਜੀ ਜੀ ਕਿ ਉਹਨੇ ਲਿਖਿਆ, ਚੰਦ ਸੂਰਜ ਚੜ ਕੇ ਛੁਪ ਜਾਂਦੇ, ਪਰ ਗੁਰਬਾਣੀ ਦਾ ਚਾਨਣਾ ਛੁਪਦਾ ਨਹੀਂ। ਕੀ ਬਾਤ ਹੈ, ਕੀ ਬਾਤ ਹੈ। ਲੱਖਾਂ ਦੌਲਤ ਖਜ਼ਾਨੇ ਮੁੱਕ ਜਾਂਦੇ, ਬਾਣੀ ਰੂਪ ਭੰਡਾਰ ਕਦੇ ਮੁੱਕਦਾ ਨਹੀਂ। ਮਨੋ ਕਾਮਨਾ ਪੂਰੀਆਂ ਹੋਣ ਸਭੇ, ਬਾਣੀ ਪੜ੍ਹਦਿਆਂ ਸੁਣਦਿਆਂ ਪਾਪ ਨੇੜੇ ਟੁੱਕਦਾ ਨਹੀਂ। ਕੀ ਬਾਤ ਹੈ, ਕੀ ਬਾਤ ਹੈ ਭਾਈ ਸਾਹਿਬ ਜੀ, ਬਾਕਮਾਲ। ਭਾਈ ਸਾਹਿਬ ਜੀ ਇਹ ਗੱਲਾਂ ਕਰਦੇ ਪ੍ਰੈਕਟੀਕਲ ਦੀਆਂ। ਮੇਰਾ ਪ੍ਰੈਕਟੀਕਲ ਤਜਰਬਾ ਜੀ, ਜਿੰਨੀ ਆਪਾਂ ਗੁਰਬਾਣੀ ਵੱਧ ਪੜਾਂਗੇ, ਮੇਰਾ ਪ੍ਰੈਕਟੀਕਲ ਨਿੱਜੀ ਤਜਰਬਾ ਜੀ, ਜਿੰਨਾ ਨਿਤਨੇਮ ਵਧਾਵਾਂਗੇ ਉਹਨਾਂ ਮਨ ਵਿਸ਼ਿਆਂ ਵਿਕਾਰਾਂ ਵੱਲ ਘੱਟ ਦੌੜਦਾ, ਮਨ ਕਾਬੂ ਦੇ ਵਿੱਚ ਆਉਂਦਾ। ਬਾਕਮਾਲ ਬਚਨ ਹੈ ਜੀ, ਸਹਿਮਤ ਹੈ। ਹਾਂਜੀ, ਤੇ ਇਹ ਕਹਿੰਦੇ ਆ ਵੀ ਬਸ ਗਿਆਨ ਗੁਰੂ ਆ। ਰਾਤੀ ਭਾਈ ਨੰਦ ਲਾਲ ਜੀ ਦੀ ਗੱਲ ਚੱਲ ਰਹੀ ਸੀ ਜੀ, ਗਿਆਨੀ ਸਰਜੀਤ ਸਿੰਘ ਜੀ ਖੰਡੇ ਵਾਲੇ, ਉਹ ਗੱਲ ਹੋ ਰਹੀ ਸੀ ਜੀ ਜੀ। ਗਿਆਨਵਾਨ ਹੋ ਜਾਣਾ ਉਹ ਪਰਮਾਤਮਾ ਨੂੰ ਹੋ ਸਕਦਾ। ਜਿਹੜਾ ਗਿਆਨਵਾਨ ਆ ਉਹ ਗਿਆਨ ਬਹੁਤ ਵੱਡੇ ਵੱਡੇ ਰਾਵਣ ਵਰਗੇ ਵੀ ਆਏ। ਜੀ ਜੀ। ਭਾਈ ਨੰਦ ਲਾਲ ਜੀ ਨੂੰ ਅਨੇਕਾਂ ਭਾਸ਼ਾਵਾਂ ਦਾ ਗਿਆਨ ਸੀ, ਬੜੇ ਵੱਡੇ ਵਿਦਵਾਨ ਸਨ। ਜੀ ਜੀ ਬਿਲਕੁਲ ਜੀ। ਪਰ ਜੇ ਗਿਆਨ ਗੁਰੂ ਹੁੰਦਾ, ਜਦੋਂ ਔਰੰਗਜ਼ੇਬ ਨੇ ਆਖਿਆ ਕਿ ਏਡਾ ਵੱਡਾ ਵਿਦਵਾਨ ਤੇ ਹਿੰਦੂ ਹੋਵੇ ਜੀ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਵੇ ਜਾਂ ਇਹਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਵੇ। ਜੀ ਜੀ। ਉਸ ਵੇਲੇ ਭਾਈ ਨੰਦ ਲਾਲ ਡਰਿਆ ਜੀ। ਬਹੁਤ ਵੱਡਾ ਵਿਦਵਾਨ ਸੀ। ਜ਼ਰੂਰੀ ਨਹੀਂ ਕਿ ਵਿਦਵਾਨ ਹੋਵੇ ਕਿ ਉਹਦੇ ਅੰਦਰ ਮਨ ਦਾ ਮੌਤ ਦਾ ਡਰ ਨਾ ਹੋਵੇ। ਜੀ ਜੀ। ਗਿਆਨਵਾਨ ਵੀ ਮੌਤ ਤੋਂ ਡਰਦਾ। ਜੀ। ਉਹ ਡਰਿਆ। ਉਹਨੇ ਬਹਾਦਰ ਸ਼ਾਹ ਨੂੰ ਪੁੱਛਿਆ, ਕਹਿੰਦਾ ਇਹੋ ਜਿਹੀ ਕਿਹੜੀ ਜਗ੍ਹਾ ਵਾ ਜੀ ਜਿੱਥੇ ਜਾ ਕੇ ਮੇਰਾ ਵੀ ਮਹਿਫੂਜ਼ ਰਹਿ ਸਕੇ ਤੇ ਮੇਰੀ ਜਾਨ ਵੀ ਬਚ ਸਕੇ। ਜੀ। ਬਹਾਦਰ ਸ਼ਾਹ ਹੁਣ ਉਹਦੇ ਕੋਲ ਵਿਦਿਆ ਪੜ੍ਹਦਾ ਸੀ। ਉਹ ਕਹਿਣ ਲੱਗਾ, ਜੀ ਇਹੋ ਜਿਹੀ ਥਾਂ ਹੈ ਤੇ ਉਹ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਜੀ ਦਾ ਦਰਬਾਰ ਆ, ਆਨੰਦਪੁਰ ਦੀ ਧਰਤੀ ਤੇ ਚਲਿਆ ਜਾ, ਉੱਥੇ ਤੇਰਾ ਧਰਮ ਵੀ ਬਚ ਸਕਦਾ ਤੇ ਤੇਰੀ ਜਾਨ ਵੀ ਬਚ ਸਕਦੀ ਹੈ। ਵਾਹ ਜੀ ਵਾਹ, ਬਿਲਕੁਲ ਜੀ, ਠੀਕ ਹੈ ਜੀ, ਦੁਰਸਤ ਫਰਮਾਇਆ ਜੀ। ਬਹੁਤ ਵੱਡਾ ਵਿਦਵਾਨ ਸੀ ਜੀ, ਪਰ ਉਹ ਮੌਤ ਤੋਂ ਡਰਦਾ। ਮੌਤ ਦਾ ਡਰ ਦੂਰ ਕਦੋਂ ਹੋਇਆ? ਉਹਦਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਾ ਕੇ ਸੇਵਾ ਕਰਕੇ। ਜੀ ਜੀ। ਮਹਾਰਾਜ ਨੇ ਭਾਂਡੇ ਮੰਜਾਏ ਉਹਦੇ, ਕਿਉਂਕਿ ਇਹਦੇ ਮਨ ਦੇ ਵਿੱਚ ਜਿਹੜਾ ਹੰਕਾਰ ਆ ਵਿਦਵਤਾ ਦਾ, ਗਿਆਨ ਦਾ, ਜੀ, ਉਹ ਦੂਰ ਹੋ ਸਕੇ। ਬਿਲਕੁਲ ਜੀ। ਮੈਨੂੰ ਇਹਦੇ ਨਾਲ ਸੰਬੰਧਿਤ ਇੱਕ ਬਚਨ ਭਾਈ ਸਾਹਿਬ ਜੀ ਯਾਦ ਆ ਗਿਆ। ਇੱਧਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਮਹਾਂਪੁਰਖ ਹੋਏ ਆ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਭਰੋਸਾ ਇਸ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲੇ, ਉਹਨਾਂ ਦੇ ਨਾਲ ਇਹ 5-7 ਪੰਡਤ ਇਕੱਠੇ ਹੋ ਕੇ ਚਰਚਾ ਕਰਨ ਲੱਗ ਪਏ। ਬੋਹੜ ਦੇ ਦਰਖਤ ਦੇ ਥੱਲੇ ਬੈਠੇ ਤੇ ਚਰਚਾ ਇਹ ਲਾਈ ਵੀ ਕੋਈ ਜਾਣੀ ਕਿ ਬੰਦਗੀ ਕਰਨ ਦੀ ਲੋੜ ਨਹੀਂ, ਵੀ ਸਾਡਾ ਜਿਹੜਾ ਵਿਦਵਤਾ ਵਿਦਾਂਤ ਤੇ ਗਿਆਨ ਦੇ ਨਾਲ ਹੀ ਤੁਸੀਂ ਜਿਹੜਾ ਆ ਉਸ ਪ੍ਰਮਾਤਮਾ ਦੀ ਪਹਿਚਾਣ ਕਰ ਸਕਦੇ ਹੋ, ਸ਼ਬਦ ਦਾ ਅਭਿਆਸ ਕਰਨ ਦੀ ਲੋੜ ਨਹੀਂ ਹੈਗੀ। ਤੇ ਉਹ ਜਿਹੜੇ ਪੂਰਨ ਅਵਸਥਾ ਵਾਲੇ ਮਹਾਂਪੁਰਖ ਹੁੰਦੇ, ਤ੍ਰੈਕਾਲੀ ਹੁੰਦੇ, ਉਹ ਕਦੇ ਕਦੇ ਖੇਡਾਂ ਵੀ ਵਰਤਾ ਦਿੰਦੇ ਆ। ਇਹ ਬਚਨ ਜਿਹੜੇ ਆ ਭਾਈ ਸਾਹਿਬ ਦੇ ਚੇਲਿਆਂ ਵਾਸਤੇ ਨਹੀਂ ਗੇ, ਜਿਹੜੀ ਪਿਆਰ ਵਾਲੀ ਸੰਗਤ ਆ ਉਹਦੇ ਕਰਕੇ ਮੈਂ ਸਾਂਝੇ ਕਰਨ ਲੱਗਾ ਆ। ਤੇ ਉਹ ਮਹਾਂਪੁਰਖ ਕਹਿੰਦੇ ਜੀ 2 ਮਿੰਟ ਦਿਓ, ਮੈਂ ਆਇਆ ਮੜ ਜਾ। ਤੇ ਮਹਾਰਾਜ ਉਹ ਪਿਆਰਿਓ ਮਹਾਂਪੁਰਖ ਥੋੜ੍ਹਾ ਸਾਈਡ ਨੂੰ ਹੋਏ ਤੇ ਉਹ ਬੋਰਡ ਦੇ ਥੱਲੇ ਜਿੱਥੇ ਬੈਠੇ ਚਰਚਾ ਚੱਲਦੇ ਸੀਗੇ ਤੇ ਉਹ ਬਚਨ ਬਲਾਸ ਕਰ ਰਹੇ ਸੀਗੇ ਵੀ ਮੌਤ ਤੋਂ ਡਰਨ ਦੀ ਲੋੜ ਨਹੀਂ ਗੀ, ਗਿਆਨ ਕਰਕੇ ਹੀ ਤੁਹਾਨੂੰ ਮੌਤ ਦਾ ਡਰ ਤੁਹਾਡੇ ਅੰਦਰੋਂ ਨਿਕਲ ਜਾਂਦਾ ਆ। ਤੇ ਤੁਹਾਨੂੰ ਕੋਈ ਅਭਿਆਸ ਕਰਨ ਦੀ ਲੋੜ ਜਾਂ ਉਹਦੇ ਨਾਲ ਅਭਿਆਸ ਨਾਲ ਇਹ ਸਰੀਰ ਤੋਂ ਪਾਰ ਹੋਣ ਦੀ ਲੋੜ ਨਹੀਂ। ਤੁਸੀਂ ਜਾਣੀ ਕਿ ਉਹ ਕੋਈ ਖੇਡ ਨਹੀਂ ਜ਼ਿੰਦਗੀ 'ਚ, ਪਹਿਲਾਂ ਜਾਣੀ ਕਿ ਗਿਆਨ ਹੀ ਸਭ ਕੁਝ ਆ। ਤੇ ਉਹ ਕਿਤੇ ਉੱਥੇ ਜਦੋਂ ਮਹਾਂਪੁਰਖ ਮੜ ਜਾ ਕਹਿੰਦੇ 2 ਮਿੰਟ ਬੈਠੋ, ਮੈਂ ਆਇਆ। ਤੇ ਉਹ ਉੱਪਰੋਂ ਕਿਤੇ ਬਾਬਾ ਗੁੱਗਾ ਜੀ ਆ ਗਏ। ਜਦੋਂ ਮਾਰਿਆ ਉਹਨਾਂ ਨੇ ਫਰਾਟਾ ਤੇ ਪੰਡਤ ਧੋਤੀਆਂ ਫੜੀਆਂ, ਕਿਸੇ ਦੀਆਂ ਪੱਤਰੀਆਂ ਗਵਾਚ ਗਈਆਂ, ਕਿਸੇ ਦੀ ਜੁੱਤੀ ਗਵਾਚ ਗਈ, ਕੋਈ ਚੋਟੀ ਫੜਦਾ ਫਿਰੇ। ਤੇ ਜਦੋਂ ਮਹਾਂਪੁਰਖ ਆਏ ਉਹ ਕਹਿੰਦੇ ਕੀ? ਕਹਿੰਦੇ ਇੱਥੇ ਤੇ ਬਾਬਾ ਜੀ ਆ ਗਏ ਸੀਗੇ। ਤੇ ਮਹਾਂਪੁਰਖ ਕਹਿੰਦੇ ਫੇਰ ਕੀ ਹੋਇਆ? ਤੁਹਾਡਾ ਗਿਆਨ ਅਨੁਭਵੀ ਗਿਆਨ ਨਹੀਂ ਸੀਗਾ, ਤੁਸੀਂ ਮੌਤ ਤੋਂ ਡਰੇ ਕਿਉਂ? ਬਹਿ ਜਾਂਦੇ। ਸੋ ਇਸ ਕਰਕੇ ਭਾਈ ਸਾਹਿਬ ਜੀ ਬੇਨਤੀ ਇਸ ਤਰ੍ਹਾਂ ਆ ਬਈ ਜਿਹੜੀ ਇਹ ਮਾਨਸਿਕਤਾ ਆ ਨਾ, ਜਿਹੜੀ ਇਹ ਲੋਕ ਕਹਿੰਦੇ ਆ, ਮੇਰੇ ਖਿਆਲ ਨਾਲ ਰੀਕਨੈਕਟਿੰਗ ਹੋ ਰਿਹਾ ਭਾਈ ਸਾਹਿਬ ਹੁਣੀ, ਜਿਹੜੀ ਇਹ ਲੋਕ ਗੱਲ ਕਹਿੰਦੇ ਆ ਗੱਲਾਂ ਦਾ ਗਿਆਨ ਜਿਹੜਾ ਕੋਈ ਹੋਰ ਗੱਲ ਹੁੰਦਾ, ਜਿਹੜਾ ਅਨੁਭਵੀ ਗਿਆਨ ਆ
ਉਹ ਗਿਆਨ ਹੋਰ ਹੁੰਦਾ, ਜਿਹੜਾ ਅਨੁਭਵੀ ਗਿਆਨ ਆ ਉਹ ਮੌਤ ਤੋਂ ਡਰਦਾ ਨਹੀਂਗਾ, ਤੇ ਉਹ ਗੱਡੀ ਦੀਆਂ ਬ੍ਰੇਕਾਂ ਲਾ ਕੇ ਫਿਰ ਛਾਤੀ ਤਾਣ ਕੇ ਧਰੂ ਕੇ ਮਿਆਨ ਦੇ ਵਿੱਚ ਉਹ ਤੇਗਾ ਛੱਡ ਕੇ ਬੋਲੇ ਸੋ ਨਾਲ ਦਾ ਜਕਾਰਾ, ਉਹ ਫਿਰ ਮੈਦਾਨ ਦੇ ਵਿੱਚ ਡਟ ਜਾਂਦਾ ਆ, ਉਹਨੂੰ ਫਿਰ ਰਿੰਮਾਂ ਤੇ ਦੜਾਉਣ ਦੀ ਲੋੜ ਨਹੀਂ ਪੈਂਦੀ। ਸੋ ਮੇਰੇ ਖਿਆਲ ਨਾਲ ਭਾਈ ਸਾਹਿਬ ਉਹਨਾਂ ਦਾ ਫੋਨ ਦੁਬਾਰਾ ਆ ਰਿਹਾ, ਮੈਂ ਦੁਬਾਰਾ ਉਹਨਾਂ ਨੂੰ ਲੈਣਾ ਕਨੈਕਟ ਕਰਨ ਦੀ। ਹਾਂਜੀ ਭਾਈ ਸਾਹਿਬ ਜੀ, ਤੁਹਾਡੀ ਆਵਾਜ਼ ਜਿਹੜੀ ਆ ਮੇਰੇ ਖਿਆਲ ਨਾਲ ਸ਼ਾਇਦ ਸਿਗਨਲ ਘੱਟ ਸੀਗਾ। ਆਪਣੇ ਕੋਲ ਥੋੜ੍ਹੇ ਮਿੰਟ ਆ ਭਾਈ ਸਾਹਿਬ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਤੁਸੀਂ ਬਹੁਤ ਹੀ ਸੁੰਦਰ ਤੇ ਵਧੀਆ ਤਰੀਕੇ ਦੇ ਨਾਲ ਬਚਨ ਰੱਖੇ, ਤੇ ਆਪਣਾ ਸ਼ੁਭ ਨਾਮ ਤੇ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਜਰੂਰ ਸੰਗਤ ਦੇ ਨਾਲ ਸਾਂਝ ਪਾਓ। ਤਾਰ ਸਿੰਘ ਨਲ ਲੋਹੀਆਂ ਏਰੀਆ ਜੀ। ਅੱਛਾ ਜੀ, ਲੋਹੀਆਂ ਤੋਂ। ਅੱਛੀ ਹੈ ਜਗਤਾਰ ਸਿੰਘ ਨਾਲ। ਹਾਂਜੀ ਹਾਂਜੀ ਠੀਕ ਹੈ ਜੀ। ਦੁਨਿਆਵੀ ਗਿਆਨ ਜਿੰਨਾ ਮਰਜ਼ੀ ਭਾਈ ਸਾਹਿਬ ਇਕੱਠਾ ਕਰ ਲਓ, ਕਦੇ ਆਨੰਦ ਮਨ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਜੀ ਜੀ ਬਿਲਕੁਲ ਜੀ, ਠੀਕ ਹੈ ਜੀ, ਦਰੁਸਤ ਹੈ। ਸਤਿਗੁਰੂ ਮਹਾਰਾਜ ਦਾ ਗੌੜੀ ਰਾਗ ਦੇ ਅੰਦਰ ਪ੍ਰਮਾਣ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਜੀ। ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਏ। ਜੀ ਜੀ। ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੇ, ਕਿਹੜੀ ਵਿਧੀ ਨਾਲ ਮਿਲ ਸਕਦਾ ਜੀ। ਮਹਾਰਾਜ ਕਹਿੰਦੇ ਹੋ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੇ ਜੀ। ਰਹਾਉ ਕਰ ਕਿਰਪਾ ਹਰ ਮੇਲਿਆ, ਮੇਰਾ ਸਤਿਗੁਰ ਪੂਰਾ ਐਚ ਪੁੰਨੀ ਜਨ ਕੇਰੀਆ ਲਈ ਸਤਿਗੁਰ ਧੂਰਾ। ਕੀ ਬਾਤ ਹੈ ਜੀ। ਇਸ ਕਰਕੇ ਪੂਰੇ ਗੁਰੂ ਦੇ ਨਾਲ ਮਿਲ ਕੇ, ਪੂਰੇ ਗੁਰੂ ਦੀ ਬਾਣੀ ਪੜ੍ਹ ਕੇ, ਕਿਉਂਕਿ ਬਾਣੀ ਨਿਰੰਕਾਰ ਹੈ ਜੀ ਜੀ, ਤਾਂ ਹੀ ਆਨੰਦ ਪ੍ਰਾਪਤ ਹੋ ਸਕਦਾ। ਮਹਾਰਾਜ ਸਤਿਗੁਰੂ ਜੀ ਕਹਿੰਦੇ ਰਾਮਕਲੀ ਸਿੱਧ ਗੋਸ਼ਟ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਫਰਮਾਨ ਆ, ਬਿਨ ਗੁਰ ਭਰਮੈ ਆਵੇ ਜਾਏ, ਬਿਨ ਗੁਰ ਘਾਲ ਨਾ ਪਵਈ ਥਾਏ। ਜੀ ਜੀ। ਬਿਨ ਗੁਰ ਮਨੂਆ ਤਖਤ ਡੁਲਾਏ। ਮਨ ਜਿਹੜਾ ਉਹ ਗੁਰੂ ਤੋਂ ਬਿਨਾਂ ਡੋਲਦਾ ਹੀ ਰਹਿੰਦਾ, ਜਿੰਨਾ ਮਰਜ਼ੀ ਗਿਆਨ ਇਕੱਠਾ ਕਰ ਲਓ ਦੁਨੀਆ ਦਾ। ਜੀ ਜੀ। ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਜੀ। ਬਿਨ ਗੁਰ ਬਿਸਿਅਰ ਡਸੈ ਮਰਵਾਟ, ਨਾਨਕ ਗੁਰ ਬਿਨ ਘਾਟੇ ਘਾਟ। ਜੀ ਜੀ। ਗੁਰ ਕੁੰਜੀ ਪਾਹੂ ਨਿਬਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਤੇ ਕੁੰਜੀ ਜਿਹੜੀ ਹੈ ਗੁਰੂ ਕੋਲ ਹੈ, ਦੂਸਰੇ ਕਿਸੇ ਕੋਲ ਨਹੀਂ। ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ, ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨ ਜਨਮ ਗਵਾਏ। ਜਿਹੜਾ ਗੁਰੂ ਦਾ ਗਿਆਨ ਹੈ ਉਹ ਸਾਨੂੰ ਮੁਕਤੀ ਦੇ ਸਕਦਾ, ਉਹ ਸਾਡਾ ਮੌਤ ਦਾ ਡਰ ਦੂਰ ਕਰ ਸਕਦਾ। ਜਿਹੜਾ ਦੁਨੀਆ ਦਾ ਗਿਆਨ ਹੈ ਨਾ ਤਾਂ ਉਹ ਸਾਡੇ ਮਨ ਦੇ ਵਿੱਚੋਂ ਮੌਤ ਦਾ, ਨਾ ਦੁਨੀਆ ਦਾ ਭੈ ਜਿਹੜਾ ਨਿਰਭਉ ਜਪੈ ਸਗਲ ਭਉ ਮਿਟੈ। ਜੇ ਨਿਰਭਉ ਨੂੰ ਜਪਾਂਗੇ ਤਾਂ ਹੀ ਸਾਡੇ ਮਨ ਦੇ ਜਿਹੜੇ ਭੈ ਆ ਉਹ ਦੂਰ ਹੋ ਸਕਦੇ ਆ। ਹਾਂ ਬਿਲਕੁਲ ਭਾਈ ਸਾਹਿਬ ਜੀ, ਇਹ ਗੁਰਬਾਣੀ ਦੇ ਨਾਲੋਂ ਵੀ ਤੋੜ ਰਹੇ ਆ। ਪਤਾ ਨਹੀਂ ਉਹ ਲੋਕਾਂ ਦਾ ਇਹਨਾਂ ਨੇ ਦਿਮਾਗ ਵਾਸ਼ ਕਰ ਦਿੱਤਾ ਵਾ। ਇਹੋ ਜਿਹੇ ਬੰਦੇ ਵੀ ਹੈਗੇ ਮੈਂ ਵੇਖੇ ਆ, ਜਿਹੜੇ ਇਹਨੂੰ ਸੁਣਨ ਵਾਲੇ ਇਹਨਾਂ ਨੂੰ ਮੱਸਿਆ ਸੰਗਰਾਂਦ ਵੀ ਕਰੇ ਗੁਰੂ ਘਰ ਮੱਥਾ ਟੇਕਣ ਵਾਸਤੇ ਨਹੀਂ ਗਏ। ਬਿਲਕੁਲ ਜੀ, ਉਹ ਤਾਂ ਡੀਜੇ ਡੂਜੇ ਸੁਣਨ ਜਾਂਦੇ ਆ ਜੀ ਬਾਬਾ ਜੀ, ਜਿਹੜੀਆਂ ਢੋਲਕੀਆਂ ਛੈਣੇ ਕੁੱਟਦੇ ਆ ਜੀ ਉਹ ਸੁਣਨ ਜਾਂਦੇ ਆ। ਤੇ ਮੇਰੇ ਖਿਆਲ ਨਾਲ ਹੋਰ ਕੋਈ ਇਹੋ ਜਿਹਾ ਚੱਕਰ ਨਹੀਂਗਾ ਉੱਥੇ, ਜਾਣੀ ਕਿ ਜੇ ਅਗਰ ਗੁਰਬਾਣੀ ਨਾਲੋਂ ਵੀ ਤੋੜ ਰਹੇ, ਹਾਂਜੀ, ਤੇ ਇਤਿਹਾਸ ਨਾਲੋਂ ਵੀ ਤੋੜ ਰਹੇ ਆ। ਤੁਸੀਂ ਦੇਖੋ ਪਿਛਲੇ ਦਿਨੀ ਮੈਂ ਇਹਨਾਂ ਦੇ ਵਿਚਾਰ ਸਰਵਣ ਕਰ ਰਿਹਾ ਸੀਗਾ, ਤੇ ਵਿਚਾਰ ਸਰਵਣ ਕਰਦੇ ਕਰਦੇ ਇਹਨਾਂ ਨੇ ਗਿਆਨ ਦੀ ਕਰੀ ਕਰਕੇ ਤੇ ਅਖੀਰ ਨੂੰ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਇੱਥੇ ਲਿਆ ਕੇ ਇਹਨਾਂ ਨੇ ਫੁੱਲ ਸਟਾਪ ਲਾਤਾ, ਗਾਂ ਗੱਲ ਹੀ ਨਹੀਂ ਕੀਤੀ। ਹਾਂਜੀ ਹਾਂਜੀ। ਉਹ ਬੜੀ ਚਲਾਕੀ ਦੇ ਨਾਲ ਜਿਹੜੀ ਆਮ ਸੰਗਤ ਆ, ਜਿਹੜੀ ਹੁਣ ਜਿਵੇਂ ਆਪ ਜੀ ਪ੍ਰਚਾਰਕ ਹੋ ਖੁਦ, ਇਹ ਜਿਹੜੀ ਆਮ ਸੰਗਤ ਆ ਉਹਨਾਂ ਦੇ ਵਿੱਚ ਐਨਾਲਿਸਿਸ ਕਰਨ ਦੀ ਜਿਹੜੀ ਕੈਪੇਬਿਲਿਟੀ ਨਹੀਂ ਹੁੰਦੀ ਕਿ ਉਹ ਇਹ ਗੱਲ ਨੂੰ ਸਮਝ ਸਕਣ। ਤੇ ਜਿਹੜੇ ਹੁਣ ਆਮ ਸੰਗਤ ਆ, ਨਾ ਇਤਿਹਾਸ ਤੋਂ ਜਾਣੀ ਆ ਨਾ ਬਾਣੀ ਤੋਂ ਜਾਣੂ ਆ, ਉਹਨਾਂ ਨੂੰ ਏਦਾਂ ਲੱਗਦਾ ਕਿ ਜੋ ਬਾਬਾ ਜੀ ਨੇ ਬਚਨ ਕਰਤਾ ਬਸ ਦਰਗਾਹੀ ਫਰਮਾਨ ਆ। ਹਾਂਜੀ ਹਾਂਜੀ। ਹਾਂ, ਮਹਾਰਾਜ ਕਹਿੰਦੇ ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਵਾਹ ਜੀ ਵਾਹ। ਗੁਰੂ ਦੀ ਕਿਰਪਾ ਦੇ ਨਾਲ ਇਹ ਪ੍ਰਾਪਤੀ ਹੋਣੀ ਆ, ਤੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ ਜੀ। ਜੀ। ਇਹ ਗੁਰਬਾਣੀ ਦੇ ਨਾਲੋਂ ਵੀ ਤੋੜ ਰਿਹਾ, ਇਤਿਹਾਸ ਤੇ ਕਿੰਤੂ ਕਰ ਰਿਹਾ, ਇਤਿਹਾਸ ਦੇ ਨਾਲੋਂ ਵੀ ਤੋੜ ਰਿਹਾ। ਜੀ ਜੀ। ਇੱਥੇ ਸਰਦਾਰ ਕਰਨੈਲ ਸਿੰਘ ਪਾਰਸਰਾਮੂ ਵਾਲੀ ਦੀਆਂ ਸਤਰਾਂ ਮੈਨੂੰ ਯਾਦ ਆਉਂਦੀਆਂ ਜਦੋਂ ਇਹ ਇਤਿਹਾਸ ਦੇ ਨਾਲੋਂ ਤੋੜਦੇ ਆ। ਉਹਨਾਂ ਨੇ ਲਿਖਿਆ, ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਵਾਹ ਜੀ ਵਾਹ। ਬਿਨਾਂ ਮਾਲੀ ਦੇ ਬਾਗ ਵਿਰਾਨ ਹੋ ਜਾਏ, ਬਿਨਾਂ ਪਾਣੀ ਦੀ ਫਸਲ ਵੀ ਹੁੱਲ ਜਾਵੇ। ਜੀ। ਨਾਲ ਮੰਤਰਾਂ ਨਹੀਂ ਮਸਾਲ ਜਗਦੀ, ਤੇਲ ਮੁੱਕੇ ਤੋਂ ਦੀਵਾ ਹੋ ਗੁੱਲ ਜਾਵੇ।
ਜੀ ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ। ਕੀ ਬਾਤ ਹੈ। ਕੌਮ ਮਾਰਿਆ ਕੋਈ ਨਹੀਂ ਮੁੱਕ ਸਕਦੀ, ਭਾਵੇਂ ਝੱਖੜ ਜਹਾਨ ਦਾ ਝੁੱਲ ਜਾਵੇ। ਪਾਰ ਸਮਿਟ ਜਾਂਦੀ ਹਰਫ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਆਪ ਤਾਂ ਭੁੱਲੇ ਹੀ ਆ ਤੇ ਹੋਰ ਨਾ ਸੰਗਤਾਂ ਨੂੰ ਵੀ ਗੁਰਬਾਣੀ ਤੇ ਇਤਿਹਾਸ ਦੇ ਨਾਲੋਂ ਤੋੜ ਰਹੇ ਆ। ਇਹ ਦੇਖੋ ਮੈਂ ਸਤਿਕਾਰਯੋਗ ਭਾਈ ਸਾਹਿਬ ਜੀ, ਮੈਂ ਬੇਨਤੀ ਕਰਾਂਗਾ ਤੁਹਾਨੂੰ 1 ਅੱਧੇ ਮਿੰਟ ਦੇ ਵਿੱਚ ਮੈਂ ਫਤਿਹ ਦੀ ਸਾਂਝ ਕਰਨੀ ਪੈਣੀ ਆ। ਮੈਂ ਮਾਫੀ ਚਾਹੁੰਦਾ। ਪਹਿਲਾਂ ਬਹੁਤ ਧੰਨਵਾਦ ਆ। ਤੇ ਤੁਸੀਂ ਮਹਾਰਾਜ ਨਿਗਾਹ 'ਚ ਰੱਖਿਓ ਸਾਨੂੰ, ਹੁਣ ਇੰਨੀ ਕਿ ਕਿਰਪਾ ਰੱਖਿਓ ਮਹਾਰਾਜ। ਠੀਕ ਹੈ ਜੀ, ਕੋਈ ਗੱਲ ਨਹੀਂ, ਮੇਰੀ ਭਾਈ ਮਲਕੀਤ ਸਿੰਘ ਨਾਲ ਹੁੰਦੀ ਰਹਿੰਦੀ ਗੱਲ, ਕੋਈ ਗੱਲ ਨਹੀਂ ਜੀ। ਹਾਂਜੀ ਹਾਂਜੀ, ਦ੍ਰਿਸ਼ਟੀ ਰੱਖਿਓ ਮਹਾਰਾਜ, ਤੁਹਾਡੇ ਵਰਗੇ ਗੁਰਮੁਖਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਕੋਈ ਗੱਲ ਨਹੀਂ, ਧੰਨਵਾਦ, ਬਹੁਤ ਉਪਰਾਲਾ ਬਹੁਤ ਵਧੀਆ ਤੁਸੀਂ ਕੀਤਾ ਜੀ, ਇਹ ਲੋੜ ਸੀ ਸਮੇਂ ਦੀ। ਹਾਂਜੀ, ਅਸੀਸ ਰੱਖਿਓ। ਇਹਨਾਂ ਨਿੰਦਕਾਂ ਨੂੰ ਜਵਾਬ ਦੇਣ ਵਾਸਤੇ ਪਲੇਟਫਾਰਮ ਮਿਲ ਗਿਆ ਸਾਨੂੰ, ਬਹੁਤ ਬਹੁਤ ਧੰਨਵਾਦ ਸਾਰਾ ਏਕ ਨੂਰ ਰੇਡੀਓ ਦੀ ਟੀਮ ਦਾ, ਗੁਰਸਿੱਖਾਂ ਦਾ, ਸਾਰੇ ਵੀਰਾਂ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ। ਇਹ ਸਨ ਭਾਈ ਜਗਤਾਰ ਸਿੰਘ ਨਲ ਕਿਹਾ ਜੀ ਤੁਸੀਂ, ਹੈ ਨਾ? ਹਾਂਜੀ ਹਾਂਜੀ, ਜਗਤਾਰ ਸਿੰਘ ਨਲ ਕਵੀਸ਼ਰ ਆ ਤੇ ਬਹੁਤ ਸੁੰਦਰ ਤਰੀਕੇ ਦੇ ਨਾਲ ਗੁਰੂ ਦੀ ਮਹਾਨਤਾ, ਗੁਰੂ ਦੀ ਅਗੰਮੀ ਹਸਤੀ ਦੇ ਪ੍ਰਥਾਏ ਬਚਨ ਜਿਹੜੇ ਆਪ ਸੰਗਤਾਂ ਨਾਲ ਸਾਂਝੇ ਕੀਤੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਹੁਣਾਂ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਜਿਹੜੀਆਂ ਵਿਚਾਰਾਂ ਦੀ ਸਾਂਝ ਕੀਤੀ ਆ। ਤੇ ਮੇਰੇ ਖਿਆਲ ਦੇ ਨਾਲ ਸਾਡੇ ਨਾਲ ਇੱਕ ਹੋਰ ਗੁਰਮੁਖ ਪਿਆਰੇ ਜਿਹੜੇ ਆ ਜੁੜ ਰਹੇ ਨੇ, ਲਾਡਲੀਆਂ ਫੌਜਾਂ ਨੇ ਗੁਰੂ ਕੀਆਂ। ਤੇ ਭਾਈ ਸਾਹਿਬ ਜੀ, ਏਕ ਨੂਰ ਰੇਡੀਓ ਤੇ ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਚੜ੍ਹਦੀ ਕਲਾ। ਹਾਂਜੀ ਮਹਾਰਾਜ, ਕਿਰਪਾ। ਤੁਸੀਂ ਸੁਣਾਓ, ਕਿੱਦਾਂ? ਠੀਕ ਠਾਕ ਹੋ ਜੀ? ਆਨੰਦ ਮਹਾਰਾਜ, ਚੜ੍ਹਦੀ ਕਲਾ। ਮੈਂ ਵਚਨ ਸੁਣ ਰਿਹਾ ਸੀ, ਬੜੇ ਸੁੰਦਰ ਵਚਨ ਕੀਤੇ ਸਿੰਘ ਸਾਹਿਬ ਨੇ, ਕਿਆ ਬਾਤ ਹੈ। ਇਹ ਤਾਂ ਅੱਖਾਂ ਖੋਲਦੇ ਵਚਨ। ਹਾਂਜੀ ਹਾਂਜੀ ਜੀ। ਦੇਖੋ ਜੀ, ਗੁਰੂ ਕੀ ਬਾਣੀ ਆਪਣੇ ਆਪ ਅੰਦਰ ਇੱਕ ਇਤਨੀ ਵੱਡੀ ਰੋਸ਼ਨੀ ਆ ਕਿ ਜਦੋਂ ਇਹ ਕਿਸੇ ਦੇ ਮੁਖ ਦੇ ਵਿੱਚੋਂ ਬਚਨ ਨਿਕਲਦੇ ਤੇ ਏਦਾਂ ਲੱਗਦੇ ਆ ਵੀ ਜਿਵੇਂ ਜਿੱਥੇ ਆਵਾਜ਼ ਜਾ ਰਹੀ ਹੈ ਵੀ ਸਭ ਕੁਝ ਰਸ਼ਨਾਈ ਤੁਰਿਆ ਜਾ ਰਿਹਾ ਆ। ਮੈਂ ਕਿਹਾ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਹੀ ਸ਼ੁਰੂ ਹੁੰਦੀ ਆ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪਰੇ ਕਰ ਦਈਏ ਵੀ ਹੁਣ ਅਸੀਂ ਆਹ ਪੰਕਤੀ ਲੈ ਲਈ ਆ, ਹੁਣ ਗੁਰੂ ਗ੍ਰੰਥ ਸਾਹਿਬ ਕੋਈ ਮਤਲਬ ਹੀ ਨਹੀਂ ਹੈਗਾ, ਫਿਰ ਉੱਥੇ ਗੱਲ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ। ਜੀ ਜੀ। ਦੇਖੋ, ਮੈਂ ਦੋ ਕੁ ਗੱਲਾਂ ਸਿੰਘ ਸਾਹਿਬ ਨਾਲ ਕਰਨੀਆਂ, ਮੈਂ ਸੁਣੀ ਜਾਂਦਾ, ਤੁਹਾਡਾ ਟਾਈਮ ਵੀ ਪੂਰਾ ਹੋਣੇ ਵਾਲਾ ਹੀ ਆ। ਮੈਂ ਦੋ ਕੁ ਗੱਲਾਂ ਕਰਨੀਆਂ। ਇੱਕ ਤਾਂ ਗੱਲ ਇਹ ਆ, ਮੈਂ ਇਹਨਾਂ ਦੇ ਭਾਈ ਸਾਹਿਬ ਦਾ ਦੀਵਾਨ ਸੁਣਦਾ, ਭਾਈ ਰਣਜੀਤ ਸਿੰਘ ਜੀ ਦਾ। ਉਹ ਦੀਵਾਨ ਤੋਂ ਬਾਅਦ ਸਮਾਪਤੀ ਹੁੰਦੀ ਆ, ਸਮਾਪਤੀ 'ਚ ਅਰਦਾਸ ਕਰਦੇ ਆ। ਅਰਦਾਸ ਕਹਿੰਦੇ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ। ਦੇਖੋ, ਸਾਰੇ ਦੀਵਾਨ 'ਚ ਵਿਰੋਧ ਕਰ ਦੇਣਾ, ਸਾਰੇ ਦੀਵਾਨ ਦੇ ਵਿੱਚ ਵਿਰੋਧ ਕਰ ਦੇਣਾ ਤੇ ਬਾਅਦ ਵਿੱਚ ਉਸ ਹੀ ਗੁਰੂ ਪਾਤਸ਼ਾਹ ਦੇ ਸਥਾਨ ਦੇ ਦਰਸ਼ਨਾਂ ਦੀ ਮੰਗ ਕਰਨੀ। ਦੱਸੋ ਕਿੱਡੀ ਹਾਦਸੋਈ ਗੱਲ ਹੈ। ਮੈਂ ਹੈਰਾਨ ਹਾਂ ਵੀ ਸੰਗਤ, ਦੇਖੋ ਸੰਗਤ ਵੀ ਇਹ ਗੱਲ ਸੁਣ ਵੀ ਸਾਰੇ ਦੀਵਾਨ 'ਚ ਵਿਰੋਧ, ਸਰੋਵਰਾਂ ਦਾ, ਦਰਬਾਰ ਦਾ, ਇਤਿਹਾਸ ਦਾ, ਤੇ ਜਦੋਂ ਬਾਅਦ ਚੋਂ ਅਰਦਾਸ ਹੁੰਦੀ ਹੈ ਉਹੀ ਇਤਿਹਾਸ ਦੁਹਰਾਇਆ ਜਾਂਦਾ, ਜਿਹਨਾਂ ਸਿੰਘ ਨੇ ਧਰਮ ਸੀ ਤੇ ਬੰਦ ਕਟਵਾਏ। ਦੇਖੋ ਤੁਸੀਂ ਕਿੱਡੀ ਵੱਡੀ ਮੂਰਖਤਾ ਹੈ ਇਹਦੀ ਗੱਲ ਦੇ ਵਿੱਚ। ਦੇਖੋ ਜੀ, ਉਹ ਪਿਛਲੇ ਦਿਨੀ ਇੱਕ ਆਡੀਓ ਲੀਕ ਹੋਈ ਸੀਗੀ, ਜਿਹੜਾ ਹਰਪ੍ਰੀਤ ਸਿੰਘ ਮਖੂ ਆ, ਉਹ ਨੇਕੀ ਨਿਊਜ਼ੀਲੈਂਡ ਵਾਲੇ ਨਾਲ ਗੱਲਬਾਤ ਕਰ ਰਿਹਾ ਸੀ। ਉਹ ਕਹਿੰਦਾ ਵੀ ਆਪਾਂ ਜੇ ਇਸ ਤਰ੍ਹਾਂ ਕਰੀਏ ਵੀ ਨਿਤਨੇਮ ਦੀਆਂ ਬਾਣੀਆਂ ਦਾ ਕੋਈ ਵੀ ਪ੍ਰਚਾਰਕ ਵਿਰੋਧ ਨਾ ਕਰੋ, ਜੇ ਅਗਰ ਇਹਦਾ ਵਿਰੋਧ ਕਰਦੇ ਤਾਂ ਆਪਣੇ ਕੋਲ ਸਿੱਧੇ ਰੂਪ ਵਿੱਚ ਸਟੇਜਾਂ ਖੁੱਸ ਜਾਣੀਆਂ। ਹਜੇ ਤੁਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਕੀ ਸਾਰੀ ਬਾਣੀ ਦਾ ਵਿਰੋਧ ਕਰੋ, ਨਿਤਨੇਮ ਦੀਆਂ ਬਾਣੀਆਂ ਤੋਂ ਮੁਨੱਕਰ ਨਾ ਹੋਵੋ। ਜਦੋਂ ਉਧਰਲੇ ਪਾਸਿਓਂ ਨੱਥ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੰਟਰੋਲ ਵਿੱਚ ਕਰ ਲਿਆ, ਉਦੋਂ ਬਾਅਦ ਵਿੱਚ ਫਿਰ ਆਪਾਂ ਇਹ ਨਿਤਨੇਮ ਵਾਲੀਆਂ ਜਿਹੜੀਆਂ ਇਹ ਵੀ ਤੜਵਾ ਦੇਵਾਂਗੇ। ਹਰਪ੍ਰੀਤ ਸਿੰਘ ਮਖੂ ਦੀ ਆਡੀਓ ਲੀਕ ਆਊਟ ਹੋਈ ਆ। ਹਰਨੇਕ ਉਸੇ ਹੀ ਸੰਦਰਭ ਦੇ ਵਿੱਚ ਜਦੋਂ ਸਾਨੂੰ ਇਤਿਹਾਸ ਨੂੰ ਭੁੱਲਣ ਦੀ ਗੱਲ ਕੀਤੀ ਜਾ ਰਹੀ ਆ, ਜਦੋਂ ਸਾਨੂੰ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਜਿਉਣ ਦੀ ਜਿਹੜੀ ਆ ਗੱਲ ਆ ਉਹ ਤੋਂ ਦੂਰ ਪ੍ਰੈਕਟੀਕਲ ਲਾਈਫ ਜਿਹੜੀ ਹੁਣ ਅੱਜ ਸਿੰਘ ਸਿਰਾਂ ਤੇ ਖੱਫੜ ਬੰਨ੍ਹ ਕੇ ਗਲੀਆਂ ਵਿੱਚ ਲੰਗਰ ਪ੍ਰਸ਼ਾਦੇ ਵਰਤਾ ਰਹੇ ਆ ਤੀਜੀ ਵਿਸ਼ਵ ਯੁੱਧ ਦੇ ਵਿੱਚ, ਉਹਨਾਂ ਤੋਂ ਮੁਨੱਕਰ ਹੋਣ ਦੀ ਗੱਲ ਕੀਤੀ ਜਾ ਰਹੀ ਆ। ਉਦੋਂ ਬੇਸਿਕਲੀ ਜਿਹੜੀ ਕਲਗੀਧਰ ਪਾਤਸ਼ਾਹ ਨੇ 4 ਪੁੱਤ, ਮਾਮੇ ਭੂਆ ਦੇ ਪੁੱਤ, ਆਰ ਸਰਬੰਸ ਬਾਰ ਕੇ ਇੱਕ ਜਿਹੜਾ ਸਾਨੂੰ ਨਿਆਰਾਪਨ ਦਿੱਤਾ ਆ, ਉਹ ਖੋਣ ਦੀ ਗੱਲ ਹੋ ਰਹੀ ਆ। ਉਹ ਅਸਿੱਧੇ ਸ਼ਬਦਾਂ 'ਚ ਉਹਨੂੰ ਖੋਣ ਦੀ ਗੱਲ ਹੋ ਰਹੀ ਹੈ ਜੀ। ਜੀ ਬਿਲਕੁਲ ਮਹਾਰਾਜ, ਬਿਲਕੁਲ ਖਾਲਸਾ, ਬਿਲਕੁਲ ਮਹਾਰਾਜ ਨੇ ਦੇਖੋ ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੀ ਆ, ਆਪਾਂ ਇਹ ਤੋਂ ਮੁੱਕਰ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਲਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो पिंड प्राण, आत्म रस जो जाने सो है खालस देव, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਨਾ ਭੇਵ। ਕਿੰਨੀਆਂ ਗੱਲਾਂ ਹੋਰ ਆਪਾਂ ਕਹਿ ਦਈਏ, ਇੱਥੇ ਕੋਈ ਕਹਿਣ ਦੀ ਗੱਲ ਨਹੀਂ ਹੈਗੀ। ਮਹਾਰਾਜ ਨੇ ਖਾਲਸੇ ਨੂੰ ਬਹੁਤ ਵੱਡੀਆਂ ਪਾਵਰਾਂ ਦੇ ਕੇ ਨਿਵਾਜਿਆ ਆ। ਇਹ ਗੁਰੂ ਕਾ ਖਾਲਸਾ ਕੋਈ ਆਮ ਚੀਜ਼ ਨਹੀਂ ਜਿਹਦਾ ਵਿਰੋਧ ਹੋ ਰਿਹਾ। ਦੇਖੋ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਇਹ ਆ, ਮੈਂ ਇਹਨਾਂ ਦੇ ਪ੍ਰਚਾਰ ਨੂੰ ਸੁਣ ਰਿਹਾ ਵੀ ਇਹ ਕਿੰਨਾ ਪ੍ਰਚਾਰ ਮਤਲਬ ਕਿ ਸੰਗਤ ਨੂੰ ਗੁੰਮਰਾਹ ਕਰ ਰਿਹਾ। ਦੇਖੋ ਤੁਸੀਂ ਸੰਗਤ ਆਪ ਇਹ ਸ਼ਬਦ ਪੜ੍ਹ ਸਕਦੀ ਆ, ਜਿਹੜਾ ਮੈਂ ਸ਼ਬਦ ਸੰਗਤ ਨਾਲ ਸਾਂਝਾ ਕਰਨ ਜਾ ਰਿਹਾ ਤੁਹਾਡੇ ਮਾਧਿਅਮ ਰਾਹੀਂ ਜੀ। ਸੰਗਤ ਆਪ ਇਹ ਸ਼ਬਦ ਪੜ੍ਹ ਸਕਦੀ ਆ, ਪੜ੍ਹ ਕੇ ਵਿਸ਼ਵਾਸ ਕਰ ਸਕਦੀ ਆ। ਮਹਾਰਾਜ ਨੇ ਗੱਲ ਨਿਬੇੜ ਦਿੱਤੀ, ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਗੁਰੂ ਆ। ਮਹਾਰਾਜ ਨੇ ਲਿਖਿਆ ਗੁਰਬਾਣੀ ਵਿੱਚ, ਮਹਾਰਾਜ ਕਹਿੰਦੇ ਬਾਣੀ ਗੁਰੂ, ਇੱਕ ਵਾਰ ਲਿਖਿਆ ਨਾ ਬਾਣੀ ਗੁਰੂ। ਮਹਾਰਾਜ ਨੇ ਕਿਹਾ ਬਾਣੀ ਗੁਰੂ ਹੈ ਭਾਈ, ਜੇ ਨਹੀਂ ਯਕੀਨ ਆਉਂਦਾ ਫਿਰ ਸੁਣ ਗੁਰੂ ਹੈ ਬਾਣੀ। ਫਿਰ ਗੱਲ ਦਾ ਜਵਾਬ ਦੇ ਦਿੱਤਾ, ਦੂਜੀ ਵਾਰੀ ਫੇਰ ਕਹਿਤਾ। ਮਹਾਰਾਜ ਏਦਾਂ ਕੱਲਾ ਲਿਖ ਕੇ ਵੀ ਜਾ ਸਕਦੇ ਸੀ। ਮਹਾਰਾਜ ਨੂੰ ਪਤਾ ਮੈਂ ਕੱਲਾ ਲਿਖਦਾ, ਲੋਕਾਂ ਨੇ ਸ਼ੰਕਾ ਕਰਨ ਲੱਗ ਪੈਣਾ ਖਰੇ ਬਾਣੀ ਜਿਹੜੀ ਅਸੀਂ ਮੂੰਹ ਜੋਗ ਬੋਲਦੇ ਇਸ ਬਾਣੀ ਦੀ ਗੱਲ ਕਰਦੇ ਲੋਕ। ਮਹਾਰਾਜ ਨੇ ਸ਼ੰਕਾ ਮਿਟਾ ਦਿੱਤਾ ਇੱਥੇ ਹੀ, ਕਹਿੰਦੇ ਬਾਣੀ ਗੁਰੂ ਹੈ ਬਾਣੀ, ਗੁਰੂ ਹੈ ਬਾਣੀ। ਇੱਥੇ ਬਸ ਨਹੀਂ, ਮਹਾਰਾਜ ਕਹਿੰਦੇ ਵਿੱਚ ਬਾਣੀ ਅੰਮ੍ਰਿਤ ਸਾਰੇ, ਕਹਿੰਦੇ ਜਿਹੜਾ ਅੰਮ੍ਰਿਤ ਤੂੰ ਲੱਭਦਾ ਫਿਰਦਾ ਹੈ, ਅੰਤਰ ਆਤਮਾ ਦਾ ਰਸ ਲੱਭਦਾ, ਉਹ ਸਾਰਾ ਬਾਣੀ ਦੇ ਵਿੱਚ ਵਾ। ਜੀ ਜੀ ਬਿਲਕੁਲ ਬਿਲਕੁਲ ਜੀ, ਬਹੁਤ ਸੁੰਦਰ ਬਚਨ ਜੀ। ਔਰ ਮਹਾਰਾਜ ਨੇ ਅੱਗੇ ਮਹਾਰਾਜ ਨੇ ਫਿਰ ਢਿੱਲ ਨਹੀਂ ਛੱਡੀ। ਮਹਾਰਾਜ ਕਹਿੰਦੇ ਇਹ ਨਾ ਸੋਚ ਲੈਣ ਲੋਕ ਖਰੇ ਮੈਂ ਸੰਸਾਰ ਦੀ ਬਾਣੀ ਦੀ, ਜਿਹੜੇ ਲੋਕ ਬਾਣੀ ਬੋਲਦੇ ਇਹਦੀ ਗੱਲ ਕਰਦਾ। ਫਿਰ ਮਹਾਰਾਜ ਕਹਿੰਦੇ ਭਲਿਓ ਲੋਕੋ ਅਗਲੀ ਗੱਲ ਸੁਣੋ, ਕਹਿੰਦੇ ਗੁਰਬਾਣੀ ਕਹੇ, ਕਹਿੰਦੇ ਇਹ ਗੁਰਬਾਣੀ ਦੀ ਗੱਲ ਕਰ ਰਿਹਾ। ਆਹ ਗੁਰਬਾਣੀ ਜਿਹੜੇ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਆ, ਇਹ ਬਾਣੀ ਦੀ ਗੱਲ ਹੋ ਰਹੀ ਆ ਜੀ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਕਹਿੰਦੇ ਗੁਰਬਾਣੀ ਕਹਿ ਰਹੀ ਆ ਸਿੱਖ ਸੇਵਕ ਸੱਤ ਕਰਕੇ ਮੰਨਣ ਕੀ, ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ। ਦੱਸੋ ਇਸ ਵੇਲੇ ਦਾ ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਹੈਗੇ ਤਾਂ ਹੋਰ ਕੌਣ ਆ? ਦੱਸੋ ਸਾਬਤ ਕਰਨ ਗੱਲ ਇਹ। ਉਹ ਤੇ ਜੀ ਹੁਣ ਆਪ ਹੀ ਗੁਰੂ ਬਣ ਨੂੰ ਫਿਰਦਾ, ਦੇਖਿਓ ਜਿੱਦਾਂ ਲਾਗਾ ਲੱਗਾ ਹੁੰਦਾ ਆ, ਲੱਤਾਂ 2-2 ਫੁੱਟ ਚੌੜੀਆਂ ਕਰਕੇ ਤੁਰਦਾ ਸਿਰਸੇ ਬਣੇ। ਮਤਲਬ ਇਹ ਆ ਵੀ ਸਿੱਖ ਸੰਗਤਾਂ ਆਪ ਵੀ ਸਮਝਣ ਵੀ ਸੱਚ ਕੀ ਆ ਝੂਠ ਕੀ ਆ। ਐਵੇਂ ਕਿਸੇ ਬੰਦੇ ਨੂੰ ਦੇਖ ਉਹਦੇ ਮਗਰ ਲੱਗਣ ਦਾ ਕੀ ਕੰਮ। ਇਹ ਸਮੱਸਿਆ ਬਹੁਤ ਵੱਡੀ ਆ, ਕਿਉਂਕਿ ਆਮ ਸੰਗਤ ਜਿਹੜੀ ਆ ਗੁਰ ਇਤਿਹਾਸ ਤੇ ਗੁਰਬਾਣੀ ਤੋਂ ਜਿਹੜੀ ਸਪੈਸ਼ਲੀ ਮਿਲੇਨੀਅਮ ਜਨਰੇਸ਼ਨ ਆ, ਇਹਨਾਂ ਦੇ ਵਿੱਚ ਪੜ੍ਹਨ ਦਾ ਸ਼ੌਂਕ ਬਹੁਤ ਘਟ ਗਿਆ। ਜ਼ਿਆਦਾਤਰ ਇਹਨਾਂ ਨੂੰ ਤੁਸੀਂ ਸੁਣੋਗੇ ਗੱਡੀਆਂ ਦੇ ਵਿੱਚ, ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਕੰਨਾਂ ਨੂੰ ਟੂਟੀਆਂ ਲਾਈਆਂ ਗੀਤ ਹੀ ਸੁਣੇ ਜਾ ਰਹੇ ਆ। ਔਰ ਜਿਹੜੇ ਬੰਦੇ ਇਹਨਾਂ ਜਿਹੋ ਜਿਹੇ ਸਿੰਗਰਾਂ ਨੂੰ ਸੁਣਦੇ ਆ, ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਗੀਤ ਆ ਰਹੇ ਮਾਰਕੀਟ 'ਚ, ਇਹ ਤਕਰੀਬਨ ਮੰਦਬੁੱਧੀ ਵਾਲੀ ਪ੍ਰਵਿਰਤੀ ਹੁੰਦੀ ਆ। ਇਹਨਾਂ ਵਿੱਚ ਇੰਨੇ ਐਨਾਲਿਸਿਸ ਕਰਨ ਦੀ ਕੈਪੇਬਿਲਿਟੀ ਨਹੀਂ ਹੁੰਦੀ ਕਿ ਉਹ ਗੁਰ ਇਤਿਹਾਸ ਤੇ ਗੁਰਬਾਣੀ ਦੇ ਐਨਾਲਿਸਿਸ ਕਰਨ। ਮੈਂ ਇਹਦੇ ਵਿੱਚ ਇਹ ਨਹੀਂ ਕਹਾਂਗਾ ਕਿ ਸਾਰੇ ਹੀ ਨੌਜਵਾਨ ਪੀੜ੍ਹੀ ਇਹੋ ਜਿਹੀ ਆ, ਪਰ ਬਹੁਤਾਤ ਜਿਹੜੀ ਆ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਜੋ ਗੰਦ ਪਰੋਸ ਕੇ ਆਪਣੇ ਪੰਜਾਬੀ ਨੌਜਵਾਨ ਸਿੱਖ ਨੌਜਵਾਨ ਪੀੜ੍ਹੀ ਨੂੰ ਛਕਾਇਆ ਜਾ ਕਰ ਰਿਹਾ, ਉਹਨਾਂ ਨੇ ਇੰਟੈਲੈਕਚੁਅਲ ਪਾਵਰ ਨੂੰ ਪੈਰਾਲਾਈਜ਼ ਕਰ ਦਿੱਤਾ ਹੈ ਜੀ। ਬਿਲਕੁਲ ਜੀ, ਤੁਸੀਂ ਬਿਲਕੁਲ। ਅੱਛਾ ਭਾਈ ਸਾਹਿਬ ਜੀ, ਹੁਣ ਹੈ ਨਾ ਅਸੀਂ ਸਮਾਪਤੀ ਵੱਲ ਨੂੰ ਵੱਧ ਰਹੇ ਹਾਂ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂਗੀ, ਆਪ ਜੀ ਨੇ ਇਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਪਿਆਰ ਤੇ ਦ੍ਰਿਸ਼ਟੀ ਰੱਖਣੀ ਸਾਡੇ ਉੱਤੇ, ਤੇ ਸਾਡੀ ਕਿਤੇ ਗਲਤੀ ਹੋਵੇ ਤਾਂ ਸਾਨੂੰ ਤਾੜਨਾ ਵੀ ਜ਼ਰੂਰ ਕਰਨੀ ਆ। ਨਹੀਂ, ਜਿੱਥੇ ਗਲਤੀ ਲੱਗੂਗੀ ਆਪਾਂ ਦੇਖੋ, ਜਿੱਥੇ ਆਪਾਂ ਨੂੰ ਲੱਗੂਗਾ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਮੈਂ ਸਿਰਫ ਇੱਕ ਗੱਲ ਹੁਣ ਆਪਣੀ ਮੁਕਾਣ ਲੱਗਾ, ਇੱਕੋ ਗੱਲ ਕਰਕੇ। ਮੈਂ ਹੁਣ ਫਤਿਹ ਤੁਹਾਨੂੰ ਫਤਿਹ ਗਜਾਣੀ ਆ ਸਿਰਫ ਇੱਕੋ ਗੱਲ ਕਰਕੇ। ਜੀ ਜੀ ਦੇਖੋ ਕੁਦਰਤ ਦਾ ਰੌਲਾ ਪਾਉਣ ਲੱਗੇ ਸਾਰੇ, ਕੁਦਰਤ ਮਹਾਰਾਜ ਨੇ ਬਹੁਤ ਵਾਰ ਗੁਰਬਾਣੀ 'ਚ ਲਿਖਿਆ, ਤੁਸੀਂ ਸ਼ਬਦ ਆਸਥਾ ਦੀ ਆਵਾਜ਼ 'ਚ ਪੜ੍ਹਿਆ ਹੋਣਾ, ਕੁਦਰਤ ਦਿਸਾ ਕੁਦਰਤ ਸੁਣੀਆ ਕੁਦਰਤ ਭੌਸ ਪੁਕਸਾਰ। ਜਦੋਂ ਆਖਰੀ ਪੰਕਤੀ ਇਹਦੀਆਂ ਆਉਂਦੀਆਂ, ਕੁਦਰਤ ਪਾਉਣ ਪਾਣੀ ਬੈਸੰਤ ਕੁਦਰਤ ਧਰਤੀ ਖਾਕ, ਹਨਾ, ਇਹ ਸਾਰਾ ਬਾਰੇ ਕੁਦਰਤ ਵਿੱਚ ਗਿਣਦਾ। ਪਰ ਆਖਰੀ ਪੰਕਤੀ 'ਚ ਮਹਾਰਾਜ ਨੇ ਫੈਸਲਾ ਕੀਤਾ, ਪਰ ਇਹ ਲੋਕ ਉਹ ਨਹੀਂ ਪੜ੍ਹਦੇ ਪਏ, ਸਾਰੀ ਸੰਗਤ ਇਹ ਗੱਲ ਪੜ੍ਹੇ, ਸਭ ਤੇਰੀ ਕੁਦਰਤ। ਇੱਥੇ ਗੱਲ ਹੋ ਰਹੀ ਕਿਸੇ ਦੀ ਵੀ ਤੇਰੀ ਆ, ਇੱਥੇ ਆਪਣੇ ਆਪ ਦੀ ਗੱਲ ਨਹੀਂ ਹੋ ਰਹੀ ਕਿਸੇ ਦੀ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਤੂੰ ਇਹਨੂੰ ਕਰਨ ਵਾਲਾ, ਕਾਦਰ ਕਰਤਾ ਇਹ ਕੁਦਰਤ ਨੂੰ ਕਰਨ ਵਾਲਾ। ਜੀ ਜੀ, ਨਾ ਕਿ ਕੁਦਰਤ ਵਿੱਚ ਪ੍ਰਮਾਤਮਾ ਸਮਾਇਆ, ਕੁਦਰਤ ਪ੍ਰਮਾਤਮਾ 'ਚ ਸਮਾਈ ਹੋਈ ਆ। ਇਹ ਵੀ ਵਹਿਮ ਆ ਸਾਨੂੰ ਸਾਰਿਆਂ ਨੂੰ। ਇਹ ਕੁਦਰਤ ਪ੍ਰਮਾਤਮਾ 'ਚ ਸਮਾਈ ਹੋਈ ਆ, ਕੁਦਰਤ। ਜੀ ਜੀ ਜੀ, ਜਦੋਂ ਕੁਦਰਤ ਨਾਸ ਹੋ ਜਾਣੀ ਆ, ਪ੍ਰਮਾਤਮਾ ਫਿਰ ਵੀ ਰਹਿਣਾ ਆ। ਪਹਿਲਾਂ ਵੀ ਸੀ, ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਸੁਣਿਆ, ਅਰਬਤ ਨਰਬਤ ਧੰਦੂ ਕਾਰਾ ਧਰਨਾ ਗਗਨਾ ਰਹਿਣ ਪਰ ਸਾਰਾ ਮਹਾਰਾਜ ਕਿੰਨਾ ਗੁਰਬਾਣੀ ਗਿਆਨ ਹੀ ਆਉਂਦਾ ਆ ਵੀ ਜਦੋਂ ਕੋਈ ਨਹੀਂ ਸੀ ਉਦੋਂ ਵੀ ਪ੍ਰਮਾਤਮਾ ਦੀ ਹੋਂਦ ਸੀ। ਇਸ ਕਰਕੇ ਕੁਦਰਤ ਨਾਸ਼ਵਾਨ, ਘਟਾਂਤ ਰੂਪੰ ਘਟਾਂਤ ਦੀਪੰ ਘਟਾਂਤ ਰਵ ਸਸਰ ਨਖਤਰ ਗਗਨੰ। ਦੇਖੋ ਮਹਾਰਾਜ ਨੇ ਸਭ ਕੁਝ ਲਿਖਤਾ, ਸਭ ਕੁਝ ਘਟਦਾ ਜਾ ਰਿਹਾ ਤੇ ਘਟਦਾ ਜਾ ਰਿਹਾ। ਜੀ ਜੀ ਜੀ,
ਪਰ ਪ੍ਰਮਾਤਮਾ ਦਾ ਨਾਮ ਨਹੀਂ ਕਦੇ ਘਟਦਾ, ਨਾ ਉਹਦੀ ਕਦੇ ਸ਼ਕਤੀ ਘਟਦੀ ਆ। ਉਹ ਇੱਕੋ ਆ ਸਹਿਪੰ, ਇੱਕੋ ਰਸ ਵਿੱਚ ਚੱਲਦਾ ਹੈ, ਇੱਕੋ ਰਸ ਦੇ ਵਿੱਚ। ਕੀ ਬਾਤ ਹੈ, ਕੀ ਬਾਤ ਹੈ। ਆਪਣੇ ਆਪ ਤੋਂ ਮਹਾਰਾਜ ਤੇ ਹੁਣ ਇੱਥੇ ਕੋਈ ਕੁਦਰਤ ਦੀ ਗੱਲ ਰਹਿ ਨਹੀਂ ਗਈ ਹੈਗੀ। ਮੇਰੀ ਬੇਨਤੀ ਸੰਗਤ ਨੂੰ ਸਾਰੀ ਨੂੰ ਵੀ ਆਪ ਸਮਝੋ, ਅਸੀਂ ਬਾਣੀ ਪੜ੍ਹਨੀ ਛੱਡਤੀ ਤੇ ਏਦਾਂ ਲੋਕ ਸਾਡੇ ਸਿਰਾਂ ਤੇ ਆ ਕੇ ਬਹਿ ਗਏ। ਜਦੋਂ ਅਸੀਂ ਬਾਣੀ ਪੜ੍ਹਨ ਲੱਗ ਪਏ, ਵਿਚਾਰਨ ਲੱਗ ਪਏ, ਤਾਂ ਕਿਸੇ ਦੀ ਜ਼ਰੂਰਤ ਨਹੀਂ ਕਿ ਸਾਡੇ ਮੋਹਰੇ ਕੋਈ ਗਲਤ ਗੱਲ ਕਰ ਜਾਏ। ਜਿੰਨੇ ਮੋਹਰੇ ਬੈਠੇ ਇਹਨਾਂ ਨੇ ਸੁਣਨ ਵਾਲੇ ਨਾ ਹਜ਼ਾਰਾਂ ਲੱਖਾਂ ਲੋਕ, ਮੈਂ ਦਾਅਵੇ ਨਾਲ ਗੱਲ ਕਰਦਾ, ਇਹਨਾਂ ਨੇ ਬਾਣੀ ਪੜ੍ਹੀ ਨਹੀਂ, ਨਾ ਇਹ ਬਾਣੀ ਪੜ੍ਹਦੇ ਆ। ਕੁਝ ਗੱਲਾਂ ਲੈ ਕੇ ਉਹਨਾਂ ਦਾ ਪ੍ਰਚਾਰ ਕਰਨ ਤੁਰਿਓ ਆ। ਏਦਾਂ ਕਦੇ ਸੱਚ ਨਹੀਂ ਸਾਹਮਣੇ ਆਉਂਦਾ ਹੁੰਦਾ ਜ਼ਿੰਦਗੀ 'ਚ। ਮਹਾਰਾਜ ਏਡਾ ਪੰਪ ਨਾ ਮਾਰੋ, ਹਜ਼ਾਰਾਂ ਲੱਖਾਂ ਨਾ ਕਹੋ, ਹੁਣ ਤੇ ਸੈਂਕੜਿਆਂ ਵਿੱਚ ਰਹਿ ਗਏ, ਬਹੁਤ ਘਟ ਗਏ। ਉਹਨੇ ਕੱਲ ਨੂੰ ਫੇਰ ਲੱਤਾਂ ਚੌੜੀਆਂ ਕਰਕੇ ਤੁਹਾਨੂੰ ਲੱਗ ਪੈਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ ਕਥਾਵਾਚਕ ਦਾਸ ਦੇ ਮਿੱਤਰ ਨੇ ਜੀ, ਉਹ ਵੀ ਇਸ ਵੇਲੇ ਵਾਚ ਕਰ ਰਹੇ। ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਆਪਣਾ ਮਹਾਰਾਜ ਆਪਣਾ ਸ਼ੁਭ ਨਾਮ ਭਾਈ ਸਾਹਿਬ ਜੀ, ਤੇ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਕੀਤ ਸਿੰਘ ਜੀ, ਇਹਨਾਂ ਦਾ ਨੰਬਰ ਜਿਹੜਾ ਹੈ ਤੁਸੀਂ ਸੇਵ ਕਰ ਲਿਓ, ਤੇ ਆਪਾਂ ਜਿਹੜੇ ਪਹਿਲੇ ਭਾਈ ਸਾਹਿਬ ਸੀ ਉਹਨਾਂ ਦਾ ਵੀ ਤੇ ਇਹਨਾਂ ਦਾ ਵੀ, ਤਾਂ ਜੋ ਫਿਰ ਆਪਾਂ ਭਵਿੱਖ ਦੇ ਵਿੱਚ ਇਹਨਾਂ ਨਾਲ ਸਟੇ ਇਨ ਕਨੈਕਟਡ ਰਹੀਏ। ਤੇ ਮੇਰੇ ਖਿਆਲ ਨਾਲ ਹੁਣ ਆਪਾਂ ਸਮਾਪਤੀ ਵੱਲ ਚੱਲੀਏ ਭਾਈ ਸਾਹਿਬ ਜੀ। ਤਕਰੀਬਨ ਇੱਕ ਆਪਣੇ ਪਿਆਰ ਵਾਲੇ ਗੁਰਸਿੱਖ ਵੀਰ ਨੇ ਭਾਈ ਹਰਜੀਤ ਸਿੰਘ ਜੀ, ਆਪਾਂ 1 ਮਿੰਟ ਉਹਨਾਂ ਨੂੰ ਜਿਹੜਾ ਲੈ ਲਈਏ ਕਾਲ ਤੇ, ਥੋੜਾ ਜਿਹਾ ਜੇ ਤੁਸੀਂ ਇਜਾਜ਼ਤ ਬਖਸ਼ੋ। ਹਾਂ ਨਹੀਂ ਕੋਈ ਗੱਲ ਨਹੀਂ ਜੀ, ਠੀਕ ਹੈ, ਕੋਈ ਗੱਲ ਨਹੀਂ। ਆਪਣੇ ਕੋਲ 1.5 ਘੰਟਾ ਹੋ ਗਿਆ, ਕੋਈ ਗੱਲ ਨਹੀਂ। ਆਪਾਂ ਭਾਈ ਹਰਜੀਤ ਸਿੰਘ, ਹਾਂਜੀ ਮਹਾਰਾਜ, ਠੀਕ ਹੈ ਜੀ, 7 ਹੋ ਗਿਆ ਜੀ। ਸੋ ਇਹ ਲਾਡਲੀਆਂ ਫੌਜਾਂ ਸਨ ਜਿਨ੍ਹਾਂ ਨੇ ਕੁਦਰਤ ਦੇ ਪ੍ਰਥਾਏ, ਜਿਹੜੇ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿਰੋਧ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਔਰ ਉਸ ਇਲਾਹੀ ਦਰਗਾਹੀ ਅਕਾਲ ਪੁਰਖ ਵਾਹਿਗੁਰੂ ਜਿਹੜੇ ਇਸ ਸ੍ਰਿਸ਼ਟੀ ਦੇ ਮਾਲਕ ਨੇ, ਉਹਨਾਂ ਦਾ ਖੰਡਨ ਕੀਤਾ ਜਾ ਰਿਹਾ। ਤੇ ਇਹ ਦਰਖਤਾਂ ਨੂੰ, ਟਾਹਲੀਆਂ, ਪਹਾੜੀਆਂ ਨੂੰ ਰੱਬ ਆਖਿਆ ਜਾ ਰਿਹਾ ਆ। ਸੋ ਉਹਦੇ ਪ੍ਰਥਾਏ ਲਾਡਲੀਆਂ ਫੌਜਾਂ ਬਚਨ ਕਰਕੇ ਗਏ। ਹਾਂਜੀ ਭਾਈ ਸਾਹਿਬ ਜੀ, ਕਿੱਦਾਂ ਮਿਲਿਆ ਨੰਬਰ ਉਹਨਾਂ ਦਾ ਕਿ ਨਹੀਂ ਜੀ? ਨਹੀਂ, ਉਹਨਾਂ ਦਾ ਆਪਣੇ ਹੋ ਗਿਆ, ਉਹਨਾਂ ਨੇ ਮੇਰੇ ਖਿਆਲ ਨਾਲ ਡਿਸਕਨੈਕਟ ਹੋ ਗਿਆ ਜੀ, ਜੁੜੀ ਨਹੀਂ ਕਾਲ ਨੈਟ ਤੋਂ ਬਾਅਦ। ਠੀਕ ਹੈ ਜੀ। ਹਾਂਜੀ, ਤੁਸੀਂ ਮੇਰੇ ਖਿਆਲ ਨਾਲ ਕੋਈ ਬਚਨ ਰੱਖਣਾ ਤੇ ਰੱਖ ਦਿਓ। ਇਹ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ। ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਆਪਾਂ ਖੇਤੀਬਾੜੀ ਵਾਲੇ ਸੀਗੇ, ਬੱਚੇ ਆਪਣੇ ਸਕੂਲੇ ਜਾਣ ਵਾਲੇ ਨੇ, ਤੇ ਨਾਲ ਭਗਤੀ ਕਰਨ ਵਾਲੇ ਨੇ। 3 ਕੈਟਾਗਰੀਆਂ 'ਚ ਗੰਢੋ। ਇੱਕ ਬਾਂਦਰ ਆਣ ਕੇ ਰੁੱਖ ਤੇ ਬਹਿ ਗਿਆ ਆ, ਉਹ ਖੇਤੀ ਵਾਲੇ ਨੂੰ ਕਹਿ ਰਿਹਾ ਤੂੰ ਬੀਜ ਵੇਚਦਾ, ਚੁੱਕੜਾ ਕੁਛ ਨਿਕਲਣਾ। ਉਹ ਪੜ੍ਹਨ ਵਾਲੇ ਬੱਚੇ ਨੂੰ ਟਿਚਰਾਂ ਕਰ ਰਿਹਾ, ਕਹਿੰਦਾ ਤੂੰ 12, 14, 15 ਸਾਲ ਲਾ ਕੇ ਕੀ ਕੱਢ ਲਏਗਾ। ਉਹ ਭਗਤੀ ਕਰਨ ਵਾਲੇ ਨੂੰ ਟਿਚਰਾਂ ਕਰ ਰਿਹਾ, ਤੂੰ ਵਾਹਿਗੁਰੂ ਵਾਹਿਗੁਰੂ ਅੱਖਾਂ ਬੰਦ ਕਰਕੇ ਨਿਕਲੀ ਨਾ, ਤੂੰ ਕੀ ਕੱਢ ਲਏਗਾ। ਤੇ ਭਾਈਏ ਆਪਾਂ ਸੋਚਣਾ, ਆਪਣੀ ਫਸਲ ਵੀ ਜ਼ਰੂਰ ਉੱਗੇਗੀ, ਬੱਚੇ ਪੜ੍ਹ ਕੇ ਡਾਕਟਰ ਵੀ ਜ਼ਰੂਰ ਬਣਨਗੇ, ਤੇ ਜਿਹੜਾ ਵਾਹਿਗੁਰੂ ਜਪ ਰਿਹਾ ਉਹਨੂੰ ਬ੍ਰਹਮ ਦਾ ਗਿਆਨ ਵੀ ਜ਼ਰੂਰ ਹੋਏਗਾ, ਕਾਇਨਾਤ ਦੀ ਸੇਵਾ ਵੀ ਜ਼ਰੂਰ ਕਰੇਗਾ। ਸੋ ਇਹਨਾਂ ਸਾਰੇ ਭੌਂਕੜ ਬਾਂਦਰ ਜਿੰਨੇ ਵੀ ਨੇ, ਇਹਨਾਂ ਨੂੰ ਭਰ ਕੇ ਗੰਗਾ ਪਾਰ ਸੁੱਟੋ ਤੇ ਆਪਣੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਆਪਣੇ ਪੰਥ ਦੇ ਵਿੱਚੋਂ ਇੱਕ ਗੱਲ ਦਾ ਵਾਅਦਾ ਕਰ ਲਓ, ਸਾਡੇ ਵੱਡਿਆਂ ਨੇ ਸੀਸ ਦੇ ਕੇ ਤੇ ਜਿਹੜੀ ਸੀ ਟਿੱਡਾ ਦਲ ਭਜਾਇਆ ਸੀ, ਅਸੀਂ ਜਿਹੜਾ ਹੈਗਾ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਭੇਡਾਂ ਨੂੰ ਭਜਾਉਣਾ ਆ। ਇੰਨੀ ਇੱਕ ਬੇਨਤੀਆਂ ਨਾਲ ਦਾਸਤਾਨ ਖਿਮਾ ਦਾ ਜਾਚਕ ਆ ਜੀ। ਠੀਕ ਹੈ ਜੀ ਭਾਈ ਮਲਕੀਤ ਸਿੰਘ ਜੀ ਅਤੇ ਸਮੂਹ ਸਰੋਤਿਆਂ ਦਾ ਜਿਨ੍ਹਾਂ ਨੇ ਪਿਆਰ ਦਿੱਤਾ ਆ। ਔਰ ਅਸੀਂ ਫਿਰ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਵੀ ਵੀਰ ਕਮੈਂਟਸ ਦੇ ਵਿੱਚ ਕੁਝ ਕਹਿ ਰਹੇ ਸਨ, ਅਸੀਂ ਭਾਈ ਸਾਹਿਬ ਦੇ ਨਾਲ ਆ ਜਾਂ ਹੋਰ ਕੁਝ ਗੱਲਾਂ ਕਰ ਰਹੇ ਸਨ, ਨਾਲ ਦੀ ਤੇ ਗੱਲ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ, ਇੱਦਾਂ ਨਾਲ ਕਹਿਣ ਦੇ ਨਾਲ ਨਹੀਂ ਹੁੰਦਾ। ਐਨਾਲਿਸਿਸ ਕਰਨੇ ਪੈਂਦੇ ਆ ਸਾਨੂੰ। ਜਿਸ ਵੇਲੇ 10ਵੇਂ ਪਾਤਸ਼ਾਹ ਨੇ ਤੀਰ ਨਿਭਾ ਦਿੱਤਾ ਦਾਦੂ ਦੇ ਦੁਆਰੇ ਦੇ ਉੱਤੇ, ਤੇ ਭਾਈ ਦਇਆ ਸਿੰਘ ਜੀ ਨੇ ਬਾਹੋਂ ਫੜ ਲਿਆ, ਮਹਾਰਾਜ ਇਹ ਕੀ ਕਰਨ ਲੱਗੇ ਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਤੁਸੀਂ ਮੇਰੀ ਕੀਤੀ ਦੇ ਉੱਤੇ ਹੱਥ ਮੂਹਰੇ ਕਰਕੇ ਮੈਨੂੰ ਰੋਕਿਆ, ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਤੁਸੀਂ ਗੁਰੂ ਦੇ ਨਾਲੋਂ ਵੀ ਗੁਰੂ ਦੇ ਸਿਧਾਂਤ ਨੂੰ ਪਹਿਲੇ ਨੰਬਰ ਦੇ ਉੱਤੇ ਰੱਖਿਆ। ਜਿਹੜੀਆਂ ਤੁਹਾਨੂੰ ਮਰਿਆਦਾਵਾਂ ਦਿੱਤੀਆਂ ਸੀਗੀਆਂ, ਗਲਵੱਕੜੀ 'ਚ ਲੈ ਕੇ ਤੇ ਦੋਨਾਂ ਹੱਥਾਂ ਨਾਲ ਘੁੱਟ ਲਿਆ ਭਾਈ ਦਇਆ ਸਿੰਘ ਜੀ ਨੂੰ, ਜਿਹੜੇ ਕਹਿੰਦੇ ਅਸੀਂ ਭਾਈ ਸਾਹਿਬ ਦੇ ਨਾਲ ਆ, ਪਰ ਉਹਨਾਂ ਦੇ ਕੋਲ ਇੰਨੀ ਔਕਾਤ ਨਹੀਂ ਕਿ ਭਾਈ ਸਾਹਿਬ ਨੂੰ ਪੁੱਛ ਸਕਣ ਕਿ ਭਾਈ ਸਾਹਿਬ ਅੱਜ ਜਿਹੜੀ ਪ੍ਰੈਕਟੀਕਲ ਲਾਈਫ ਦੀਆਂ ਗੱਲਾਂ ਕਰਦੇ ਸੀ, ਉਹ ਪ੍ਰੈਕਟੀਕਲ ਲਾਈਫ ਪਰਮੇਸ਼ਰ ਦੁਆਰ ਦੇ ਜਿੰਦੇ ਕੁੰਡੇ ਲਾ ਕੇ ਅੰਦਰ ਕਿਉਂ ਵੜ ਕੇ ਬੈਠ ਗਈ ਆ। ਸੋ ਇਤਨੀਆਂ ਬੇਨਤੀਆਂ ਦੇ ਨਾਲ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਵੀਰਾਂ ਨੇ ਫੋਨ ਕਾਲਸ ਕੀਤੀਆਂ ਉਹਨਾਂ ਦਾ ਵੀ ਧੰਨਵਾਦ।
ਸੋ ਮੈਂ ਆਸ ਕਰਦਾ ਹਾਂ ਕਿ ਇਸੇ ਤਰੀਕੇ ਦੇ ਨਾਲ ਦਾਸ ਨੂੰ ਤਾਂ ਇੰਨਾ ਜ਼ਿਆਦਾ ਓਪਰਚੁਨਿਟੀ ਨਹੀਂ ਸਮਾਂ ਬਣ ਸਕਦਾ, ਭਾਈ ਮਲਕੀਤ ਸਿੰਘ ਜੀ ਜ਼ਿਆਦਾ ਹੋਸਟ ਦੀ ਸੇਵਾ ਜਿਹੜੀ ਆ ਨਿਭਾਉਂਦੇ ਆ, ਤੇ ਪਰ ਅੱਜ ਵੀ ਉਹਨਾਂ ਦੇ ਪਿਆਰ ਦੇ ਕਰਕੇ ਅਸੀਂ ਮੈਂ ਤੁਹਾਡੇ ਰੂਬਰੂ ਹੋ ਸਕਿਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਪੰਥ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਾਲਸਾ ਪੰਥ ਜੀ ਦੇ ਬੋਲ ਬਾਲੇ ਹੋਣ, ਕਲਗੀਧਰ ਪਾਤਸ਼ਾਹ ਦੇ ਮਾਤਾ ਸਾਹਿਬ ਕੌਰ ਜੀ ਦੇ ਪਰਿਵਾਰ ਦੇ ਵਿੱਚ ਸਤ ਸੰਤੋਖ, ਔਰ ਜਿਸ ਆਸ਼ੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਸਾਹਿਬ ਆਏ, ਉਹਨਾਂ ਨੇ ਜਿਹੜਾ ਸਿਧਾਂਤ ਦਿੱਤਾ ਇੱਕ ਮਨੁੱਖਤਾ ਨੂੰ ਇੱਕ ਸੁੰਦਰ ਇਖਲਾਕੀ ਜੀਵਨ ਜਿਉਣ ਦਾ, ਜੀਵ ਤੋਂ ਬ੍ਰਹਮ ਦੇ ਸਫ਼ਰ ਤੱਕ ਦਾ, ਉਹ ਜੀਵਨ ਜਿਉਣ ਦੀ ਸਾਨੂੰ ਸੋਝੀ ਆ ਸਕੇ। ਸੋ ਇਹਨਾਂ ਬੇਨਤੀਆਂ ਦੇ ਨਾਲ ਹੁਣ ਫਤਿਹ ਦੀ ਸਾਂਝ ਪਾਉਂਦੇ ਆ। ਤੇ ਕੱਲ ਸ਼ਾਮੀ ਇੰਡੀਆ ਨਹੀਂ, ਮੇਰੇ ਖਿਆਲ ਅੱਜ ਹੀ ਸ਼ਾਮ ਨੂੰ ਇੰਡੀਆ 8 ਵਜੇ, ਹਾਂਜੀ 8 ਵਜੇ ਕਿ 7 ਵਜੇ ਜੀ? ਨਹੀਂ ਜੀ 8 ਵਜੇ। ਹਾਂਜੀ, ਇੰਡੀਆ ਦੇ 8 ਵਜੇ ਆਪ ਸੰਗਤਾਂ ਦੇ ਰੂਬਰੂ ਹੋਵਾਂਗੇ। ਜਿਹੜਾ ਵਿਸ਼ਾ ਹੈਗਾ ਆ ਕਿ ਅੱਜ ਜੋ ਇਤਨਾ ਜ਼ਿਆਦਾ ਸਾਡੇ ਗੁਰਸਥਾਨਾਂ ਦਾ, ਗੁਰ ਇਤਿਹਾਸ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਬਾਣੀ ਦਾ ਵਿਰੋਧ ਕੀਤਾ ਜਾ ਰਿਹਾ ਆ, ਜਿਵੇਂ ਸਾਡੇ ਪ੍ਰੀਵੀਅਸ ਵਿਚਾਰਕ ਜਿਹੜੇ ਆ ਜਗਤਾਰ ਸਿੰਘ ਜੀ ਨਲ ਤੇ ਆ ਲਾਡਲੀਆਂ ਫੌਜਾਂ, ਤੇ ਉਸ ਤੋਂ ਪਹਿਲਾਂ ਇੱਕ ਭਾਈ ਸਾਹਿਬ ਮਲੇਸ਼ੀਆ ਤੋਂ ਸਨ, ਉਹ ਬਚਨ ਰੱਖ ਕੇ ਗਏ ਨੇ। ਇਹ ਸਾਰੇ ਹਾਲਾਤਾਂ ਦੇ ਇੰਨੀ ਘੇਰਾਬੰਦੀ ਦੇ ਨਾਲ ਨਰਾਦਰ ਹੋ ਰਿਹਾ ਗੁਰੂ ਸਾਹਿਬ ਦਾ ਪੰਥਕ ਸਟੇਜਾਂ ਦੇ ਉੱਤੋਂ, ਗੁਰੂ ਸਾਹਿਬ ਜੀ ਦੀ ਹਜ਼ੂਰੀ ਤੋਂ। ਤੇ ਆਪਾਂ ਕੱਲ ਜਥੇਦਾਰ ਸਾਹਿਬਾਨ, ਪੰਥ ਦੀਆਂ ਜਿਹੜੀਆਂ ਸ਼ਖਸੀਅਤਾਂ ਆ ਜਿਨ੍ਹਾਂ ਦੇ ਹੱਥ ਵੱਸ ਆ ਇਹ ਸਾਰੇ ਵਰਤਾਰੇ ਨੂੰ ਕੰਟਰੋਲ ਕਰਨਾ, ਉਹਨਾਂ ਦੇ ਉਹਨਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਜਿਹੜਾ ਆ ਰੱਖਣਾ ਆ ਕਿ ਸੰਗਤ ਦੀ ਆਵਾਜ਼ ਉਹਨਾਂ ਤੱਕ ਪਹੁੰਚ ਸਕੇ। ਤੇ ਤੁਸੀਂ ਸਾਰਿਆਂ ਨੇ ਜਿਹੜਾ ਆ ਨੰਬਰ ਅਸੀਂ ਜਿਹੜਾ ਆ ਪੋਸਟ ਦੇ ਉੱਪਰ ਪਾ ਦੇਣਾ ਹੈ, ਤੇ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਿਓ। ਜ਼ਿਆਦਾ ਸਮਾਂ ਨਹੀਂ ਦੇ ਸਕਦੇ, ਪਰ 5-10 ਮਿੰਟ ਜਦੋਂ ਵੀ ਸਮਾਂ ਲੱਗੇ ਜ਼ਰੂਰ ਫਤਿਹ ਦੀ ਸਾਂਝ ਪਾਇਓ। ਸਾਰੀਆਂ ਸੰਗਤਾਂ ਬੇਨਤੀ ਛੋਟੀ ਜਿਹੀ ਰੱਖਦੇ ਆ ਜੀ ਕਿ ਕੱਲ ਜਿਹੜੇ ਆਪਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਨੂੰ ਰਿਸਪੈਕਟ ਦੇ ਦਾਇਰੇ ਵਿੱਚ ਰਹਿੰਦੇ ਹੋਏ ਆਪਾਂ ਸਵਾਲ ਜਿਹੜੇ ਕਰਨੇ ਨੇ ਜੀ, ਕਿਉਂਕਿ ਉਹ ਸਾਡੇ ਜਥੇਦਾਰ ਨੇ ਤੇ ਅਸੀਂ ਉਹਨਾਂ ਦੇ ਕੋਲੋਂ ਸਵਾਲ ਜਿਹੜੇ ਉਹਨਾਂ ਦੇ ਚਰਨਾਂ 'ਚ ਰੱਖ ਸਕਦੇ ਹਾਂ। ਤੇ ਸਵਾਲ ਜਿਹੜੇ ਨੇ ਕੁਝ ਸਾਡੇ ਹੋਣਗੇ ਐਜ਼ ਅ ਯੂਥ, ਕੁਝ ਆਉਣ ਵਾਲੇ ਬੱਚਿਆਂ ਦੇ ਹੋਣਗੇ, ਤੇ ਮੇਰੀ ਇਹ ਜਿਹੜੇ ਵਿਰੋਧੀ ਵੀ ਨੇ ਸਾਡੇ, ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਿ ਜੇ ਤੁਸੀਂ ਵੀ ਕਾਲ ਕਰਨੀ ਹੈ ਤਾਂ ਆਪਦੇ ਬੱਚੇ ਗੋਦੀ 'ਚ ਬਿਠਾ ਲਿਓ, ਤੇ ਜਿਹਨਾਂ ਨੇ ਪਿਆਰ ਵਾਲਿਆਂ ਨੇ ਕਰਨੀ ਵੀ ਆਪਦੇ ਬੱਚੇ ਗੋਦੀ 'ਚ ਬਿਠਾ ਲਿਓ, ਤੇ ਬੱਚਿਆਂ ਵੱਲੋਂ ਆਪਾਂ ਕੁਝ ਸਵਾਲ ਰੱਖਾਂਗੇ ਤੇ ਆਪਾਂ ਰਲ ਮਿਲ ਕੇ ਕੁਝ ਵਿਚਾਰਾਂ ਕਰਾਂਗੇ। ਸੋ ਮੇਰੀ ਇਹ ਬੇਨਤੀ ਹੈ ਵੀ ਕੱਲ ਨੂੰ ਸਾਰੀ ਸੰਗਤ ਜਿਹੜੀ ਹੈਗੀ ਆ ਉਹ ਜ਼ਰੂਰ ਹਾਜ਼ਰੀ ਭਰੇ। ਸੋ ਆਪਾਂ ਬਿਲਕੁਲ ਜਿਹੜੇ ਕਹਿੰਦੇ ਅਸੀਂ ਆਪਣੇ ਸਵਾਲ ਨਹੀਂ ਕਰਦੇ, ਅਸੀਂ ਆਪਣਿਆਂ ਨੂੰ ਪਹਿਲਾਂ ਹੁਣ ਸਵਾਲਾਂ ਤੋਂ ਸ਼ੁਰੂਆਤ ਕਰਾਂਗੇ। ਸੋ ਹਾਜ਼ਰੀ ਜ਼ਰੂਰ ਭਰਨ। ਤੇ ਜਿਹੜੇ ਮੇਰੇ ਵੀਰ ਅੱਜ ਕਮੈਂਟਾਂ ਦੇ ਵਿੱਚ ਕੁਝ ਅਸਭਿਅਕ ਭਾਸ਼ਾ ਵੀ ਵਰਤ ਰਹੇ ਨੇ, ਸੋ ਮੇਰੀ ਉਹਨਾਂ ਨੂੰ ਇੱਕੋ ਬੇਨਤੀ ਆ, ਆਪਾਂ ਸਾਰੇ ਜਣੇ ਭੈਣ ਭਰਾ ਆ, ਆਪਾਂ ਇੱਕੋ ਹੀ ਜਿਹੜੇ ਹੈਗੇ ਪੰਥ ਦੇ ਹਿੱਸੇ ਆ। ਤੁਸੀਂ ਇੱਕੋ ਕੰਮ ਕਰ ਦਿਓ, ਸਾਨੂੰ ਇੱਥੇ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਸਮਝਾ ਦਿਓ ਕਿ ਜਿਹੜੀ ਕੁਦਰਤ ਹੈ ਉਹ ਰੱਬ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਵੀ ਪ੍ਰਮਾਣ ਦੇ ਕੇ ਸਾਬਤ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਜਰੀਆ ਨੇ, ਤੁਸੀਂ ਸਾਬਤ ਕਰ ਦਿਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਐਜ਼ ਅ ਹੋਸਟ, ਅਸੀਂ ਉਸੇ ਟਾਈਮ ਰੇਡੀਓ ਬੰਦ ਕਰ ਦਿਆਂਗੇ, ਵਿਰੋਧ ਬੰਦ ਕਰ ਦਿਆਂਗੇ, ਚੁੱਪ ਕਰਕੇ ਆਪੋ ਆਪਣੀ ਕਰਤੇ ਤੇ ਚੜ੍ਹ ਜਾਣਗੇ। ਤੁਸੀਂ ਸਾਬਤ ਕਰ ਦਿਓ, ਨਾਲੇ ਇਹ ਵੀ ਸਾਬਤ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਾਂਗੂ ਇੱਕ ਆਮ ਇਨਸਾਨ ਸਨ, ਗੁਰੂ ਗ੍ਰੰਥ ਸਾਹਿਬ ਜੀ ਇੱਕ ਜ਼ਰੀਆ ਸਨ। ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਸਾਨੂੰ ਬਹੁਤ ਭਾਰਾ ਇਤਰਾਜ਼ ਹੈ, ਜਿਹੜੀ ਗੁਰੂ ਦੀ ਕਰਨੀ ਦੇ ਉੱਤੇ ਉਂਗਲ ਚੱਕਣੀ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਸਾਰੇ ਸਰੋਤਿਆਂ ਨੂੰ, ਸਾਰੇ ਕਾਲਰਸ ਨੂੰ। ਤੇ ਫਿਰ ਦੁਬਾਰਾ ਭਾਈ ਮਲਕੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।